एक जगह टका दो जी इनू। आखो जी सतनाम श्री वाहिगुरु जी। सतनाम श्री वाहिगुरु जी। जपो जी 2 मिनट सतनाम श्री वाहिगुरु साहिब जी। 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 सतनाम सारे श्री वाहिगुरु साहिब जी। सतनाम 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 श्री वाहिगुरु साहिब जी। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਰਾਜਗੀਰ ਸਾਹਿਬ ਦੀ ਧਰਤੀ ਤੇ ਬੈਠ ਕੇ ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਭੁੱਖ ਵੀ ਲੱਗੀ ਹੈ, ਪਿਆਸ ਵੀ ਲੱਗੀ ਹੈ, ਕਿਰਪਾ ਕਰਕੇ ਕੁਝ ਛਕਣ ਲਈ ਬਖਸ਼ੋ, ਜਲ ਦੀ ਦਾਤ ਬਖਸ਼ੋ। ਮਹਾਰਾਜ ਨੇ ਉਹਨਾਂ ਪੱਥਰਾਂ ਦੇ ਸੀਨਿਆਂ ਦੇ ਵਿੱਚੋਂ ਜਲ ਦਾ ਚਸ਼ਮਾ ਪ੍ਰਗਟ ਕੀਤਾ। ਉਪਰੰਤ ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ ਕੁਝ ਛਕਣ ਲਈ ਬਖਸ਼ੋ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਧਰਤੀ ਦੇ ਉੱਤੋਂ ਚਰਨਾਂ ਦੇ ਨਾਲ ਮਿੱਟੀ ਪਾਸੇ ਨੂੰ ਕੀਤੀ ਹੈ। ਤੇ ਜਦੋਂ ਚਰਨਾਂ ਦੇ ਨਾਲ ਮਿੱਟੀ ਪਾਸੇ ਨੂੰ ਕੀਤੀ ਤੇ ਉਸ ਮਿੱਟੀ ਦੇ ਵਿੱਚੋਂ ਇੱਕ ਬੜਾ ਬੇਸ਼ਕੀਮਤੀ ਬੜਾ ਸੁੰਦਰ ਹੀਰਾ ਲਾਲ ਪ੍ਰਗਟ ਹੋਇਆ। ਬਾਬਾ ਮਰਦਾਨਾ ਜੀ ਨੂੰ ਬਚਨ ਕੀਤੇ, ਮਰਦਾਨਿਆਂ ਇਹ ਹੀਰਾ ਲੈ ਕੇ ਇੱਥੋਂ 60-70 ਮੀਲ ਦੀ ਦੂਰੀ ਤੇ ਪਟਨਾ ਸ਼ਹਿਰ ਹੈ, ਉੱਥੇ ਜਾ ਕੇ ਵੇਚ ਕੇ ਆ। ਪਰ ਇੱਕ ਗੱਲ ਯਾਦ ਰੱਖੀ, ਇਹ ਹੀਰਾ ਕੌਡੀਆਂ ਦੇ ਭਾਅ ਨਾਲ ਸਿੱਟੀ, ਮਹਿੰਗਾ ਬਹੁਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਕਿਉਂ ਹੋਇਆ? ਕਿਉਂਕਿ ਮਾਤਾ ਗੁਜਰੀ ਜੀ ਦਾ ਜੇ ਪਿੰਡ ਦੇਖੋ ਜਿੱਥੇ ਮਾਤਾ ਜੀ ਦਾ ਜਨਮ ਹੋਇਆ ਤੇ ਉਹ ਲਖਨੌਰ ਸਾਹਿਬ ਹੈ, ਅੱਜ ਕੱਲ੍ਹ ਹਰਿਆਣੇ ਦੇ ਵਿੱਚ ਹੈ। ਜੇ ਮਾਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਆਹਿਆ ਤੇ ਕਰਤਾਰਪੁਰ ਦੀ ਧਰਤੀ ਤੋਂ ਵਿਆਹਿਆ, ਜਲੰਧਰ ਨੇੜੇ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਫਿਰ ਵਿਆਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਗਤੀ ਕੀਤੀ ਤੇ ਆਪਣੇ ਨਾਨਕੇ ਪਿੰਡ ਬਕਾਲੇ ਦੀ ਧਰਤੀ ਤੇ
ਮਾਤਾ ਗੁਜਰੀ ਜੀ ਉੱਥੇ ਪਹਿਰਾ ਦਿੰਦੇ ਨੇ। 26 ਸਾਲ 9 ਮਹੀਨੇ 13 ਦਿਨ 13 ਘੜੀਆਂ ਦੀ ਬੰਦਗੀ ਤੇ ਮਾਤਾ ਗੁਜਰੀ ਜੀ ਨੇ ਪਹਿਰਾ ਦਿੱਤਾ ਦਰਵਾਜ਼ੇ ਦੇ ਅੱਗੇ ਖੜੇ ਹੋ ਕੇ। ਇੱਥੇ ਕਿਸੇ ਦੇ ਆਨੰਦ ਕਾਰਜ ਨੂੰ 2 ਸਾਲ ਲੰਘ ਜਾਣ ਨਾ, ਸਾਲ 2 ਸਾਲ 3 ਸਾਲ, ਪਰਿਵਾਰ ਭਾਵੇਂ ਆਪਣੇ ਵਿਚਾਰ ਨਾਲ ਹੀ ਚੱਲਦਾ ਹੋਵੇ, ਕਿਉਂਕਿ ਅੱਜ ਦੀ ਪੀੜ੍ਹੀ ਜਿਹੜੀ ਹੈ ਉਹ ਆਪਣੇ ਪਰਿਵਾਰ ਦੀ ਪਲੈਨਿੰਗ ਕਰਕੇ ਤੁਰਦੇ ਨੇ ਵੀ ਅਸੀਂ ਕਿਵੇਂ ਕਿੱਦਾਂ ਕੀ ਕਰਨਾ ਹੈ, ਕਦੋਂ ਕਰਨਾ ਹੈ, ਤੇ ਧੀ ਪੁੱਤ ਦੀ ਵੀ ਪਲੈਨਿੰਗ ਕਰਕੇ ਹੀ ਅੱਜ ਦੇ ਬੱਚੇ ਤੁਰਦੇ ਨੇ। ਇੱਕ ਸਮਾਂ ਸੀ ਜਦੋਂ 15 16 17 ਸਾਲ ਦੇ ਬੱਚੇ ਦਾ ਵਿਆਹ ਹੁੰਦਾ ਸੀ, 18 19 ਸਾਲ ਦਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਅੱਜ ਆਮ ਤੁਸੀਂ ਵੇਖੋ ਜਦੋਂ ਆਨੰਦ ਕਾਰਜ ਹੁੰਦੇ ਨੇ, ਬਹੁਤੇ ਵੀਰਾਂ ਭਰਾਵਾਂ ਦੀ ਉਮਰ 28 29 30 ਸਾਲ ਹੁੰਦੀ ਹੈ। ਸਮੇਂ ਦੇ ਨਾਲ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ, ਤੇ ਜੇ ਪਰਿਵਾਰ ਦੇ ਵਿੱਚ 1 2 ਸਾਲ ਲੰਘ ਜਾਣ, ਉਸ ਬੱਚੇ ਬੱਚੀ ਦੇ ਘਰ ਵਿੱਚ ਧੀ ਪੁੱਤ ਦੀ ਦਾਤ ਨਾ ਮਿਲੇ, ਤੇ ਲੋਕ ਇੱਕ ਦੂਜੇ ਦੇ ਕੰਨਾਂ 'ਚ ਗੱਲਾਂ ਕਰਨ ਲੱਗ ਜਾਂਦੇ ਨੇ, ਚਿੰਤਾ ਕਰਦੇ ਨੇ ਲੋਕ। ਕਿਉਂਕਿ ਜਿਹੜਾ ਕੰਮ ਅਸੀਂ CCTV ਕੈਮਰੇ ਨੂੰ ਦੇਣਾ ਸੀ, ਉਹ ਤੇ ਬੰਦਾ ਖੁਦ ਕਰੀ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੱਡੀ ਕਿੱਧਰੋਂ ਆਈ, ਕਿੱਧਰ ਗਈ, ਕਿਹਦੇ ਆਈ, ਕਿੰਨਾ ਚਿਰ ਖੜੀ, ਕੀ ਕਰਨ ਆਇਆ ਹੋਊ, ਕਿਉਂ ਆਇਆ ਹੋਊ, ਇਹ ਸੋਚ ਸੋਚ ਕੇ ਸਮਾਂ ਬਰਬਾਦ ਕਰੀ ਜਾਂਦਾ ਹੈ। ਮੋੜਾਂ ਤੇ ਖੜ ਕੇ ਚੁਗਲੀਆਂ ਕਰਨੀਆਂ, ਮੋੜਾਂ ਤੇ ਟੋਲੇ ਬੰਨ ਕੇ ਉੱਥੇ ਖੜ ਕੇ 2-2 ਘੰਟੇ ਗੱਲਾਂ ਕਰ ਲੈਣੀਆਂ। ਪਰ ਜੇ ਕਿਤੇ ਬਾਣੀ ਦੀ ਗੱਲ ਆਵੇ, ਜੇ ਕਿਤੇ ਸਤਸੰਗ ਦੀ ਗੱਲ ਆਵੇ, ਤੇ ਬੰਦਾ ਫਿਰ ਉਸ ਵੇਲੇ ਘੜੀ ਵੱਲ ਨੂੰ ਨਿਗਾਹ ਮਾਰਦਾ ਹੁੰਦਾ ਹੈ ਬਹੁਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਉਂਕਿ ਜਿਹੜੀ ਚੀਜ਼ ਦਾ ਚਾਅ ਅੰਦਰੋਂ ਹੋਵੇ, ਮਨ ਉਹੀ ਚਾਹੁੰਦਾ ਹੁੰਦਾ ਹੈ। ਸਵਾਦ ਹੈ ਨਾ, ਕਿਸੇ ਨੂੰ ਨਾਟਕ ਦੇਖਣ ਦਾ ਸਵਾਦ ਹੈ, ਕਿਸੇ ਨੂੰ ਮੋਬਾਈਲ ਦੇਖਣ ਦਾ ਸਵਾਦ ਹੈ, ਤੇ ਭਾਵੇਂ ਰਾਤ ਦੇ 2 ਵੱਜ ਜਾਣ ਉਹ ਦੇਖੀ ਜਾਏਗਾ, ਥੱਕਦਾ ਨਹੀਂ। ਤੇ ਜਿੱਦਣ ਨਾਮ ਜਪਣ ਦਾ, ਸੰਗਤ ਕਰਨ ਦਾ, ਸਿਮਰਨ ਕਰਨ ਦਾ ਸਵਾਦ ਆ ਜਾਊਗਾ, ਫਿਰ ਬੰਦਾ ਨਿਤਨੇਮ ਨਹੀਂ ਖੰਝਾਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਣ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ, ਬਾਬਾ ਮਰਦਾਨਾ ਜੀ ਨੂੰ ਉਹ ਹੀਰਾ, ਉਹ ਲਾਲ, ਉਹ ਜਵਾਹਰਾਤ ਆਖਿਆ ਇਥੋਂ ਪਟਨੇ ਦੀ ਧਰਤੀ ਤੇ ਜਾ ਮਰਦਾਨਿਆ, ਮਹਿੰਗਾ ਬਹੁਤ ਹੈ, ਕਿਤੇ ਕੌਡੀਆਂ ਦੇ ਭਾਅ ਨਾ ਵੇਚੀ। 7 ਬਚਨ ਮਹਾਰਾਜ ਉਹ ਗੱਲ ਘਰ ਕਰ ਗਈ ਬਾਬਾ ਮਰਦਾਨਾ ਜੀ ਦੇ ਹਿਰਦੇ 'ਚ, ਵੀ ਮੇਰੇ ਗੁਰੂ ਦਾ ਬਚਨ ਹੈ, ਝੂਠਾ ਹੋ ਨਹੀਂ ਸਕਦਾ। ਜਦੋਂ ਬਾਬਾ ਮਰਦਾਨਾ ਜੀ ਪਟਨੇ ਸ਼ਹਿਰ ਵਿੱਚ ਆਏ, ਕਦੇ ਕਿਸੇ ਦੁਕਾਨ ਤੇ ਜਾਂਦੇ ਨੇ, ਕਦੇ ਕਿਸੇ ਦੁਕਾਨ ਤੇ ਜਾਂਦੇ ਨੇ, ਕਦੇ ਮਨਿਆਰੀ, ਕਦੇ ਬਜਾਜੀ ਦੀ ਦੁਕਾਨ, ਕਦੇ ਮਠਿਆਈਆਂ ਦੀ ਦੁਕਾਨ। ਕੋਈ ਅੱਧਾ ਕਿਲੋ ਮਠਿਆਈ ਦਿੰਦਾ ਤੇ ਕੋਈ 1 ਮੀਟਰ ਕੱਪੜਾ ਦਿੰਦਾ ਵੀ ਪੱਥਰ ਬਹੁਤ ਸੋਹਣਾ ਹੈ। ਕਿਉਂਕਿ ਨਾ ਵੇਚਣ ਵਾਲੇ ਨੂੰ ਤੇ ਇੰਨਾ ਪਤਾ ਵੀ ਮਹਾਰਾਜ ਨੇ ਕਿਹਾ ਸੀ ਇਹਦੀ ਕੀਮਤ ਬਹੁਤ ਹੈ, ਪਰ ਪਰਖ ਤਾਂ ਹੈ ਨਹੀਂ ਨਾ ਵੀ ਇਹ ਚੀਜ਼ ਕੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਨਾ ਵੇਚਣ ਵਾਲੇ ਨੂੰ ਪਰਖ ਹੈ, ਨਾ ਖਰੀਦਣ ਵਾਲੇ ਨੂੰ ਪਰਖ ਹੈ ਆਮ ਨੂੰ। ਕਬੀਰ ਇੱਕ ਅਚੰਭੋ ਦੇਖਿਓ, ਇੱਕ ਅਚੰਭੋ ਦੇਖਿਓ, ਹੀਰਾ ਹਾਟ ਬਕਾਏ, ਬਣ ਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਇੱਕ ਹੀਰਾ ਦੁਕਾਨ ਤੇ ਵਿਕਦਾ ਹੈ, ਨਾ ਵੇਚਣ ਵਾਲੇ ਨੂੰ ਉਹਦਾ ਮੁੱਲ ਪਤਾ ਤੇ ਨਾ ਖਰੀਦਣ ਵਾਲੇ ਨੂੰ, ਉਹ ਫਿਰ ਅਸਲੀ ਮੁੱਲ ਨਹੀਂ ਪਾਉਂਦਾ ਬੰਦਾ। ਗੱਲ ਪਤਾ ਕੀ ਸਮਝਾਈ ਹੈ ਮਹਾਰਾਜ ਨੇ? ਮਹਾਰਾਜ ਕਹਿੰਦੇ ਬੰਦੇ ਕੋਲ ਜਿਹੜੇ ਸਾਹ ਨੇ ਨਾ, ਇਹ ਹੀਰਿਆਂ ਤੋਂ ਵੀ ਮਹਿੰਗੇ ਨੇ। ਕਦੇ ਕਿਤੇ ਜਾ ਕੇ ਗਵਾਰਿਆ, ਕਦੇ ਕਿਤੇ ਖੜ ਕੇ ਗਵਾਰਿਆ। ਜੇ ਬੰਦੇ ਚੋਂ ਪ੍ਰਾਣ ਸਾਹ ਨਿਕਲ ਜਾਣ, ਡਾਕਟਰ ਦੀਆਂ ਮਿੰਨਤਾਂ ਕਰ ਲੋ ਵੀ ਪੂਰੀ ਦੁਨੀਆ ਦਾ ਪੈਸਾ ਇਕੱਠਾ ਕਰਕੇ ਦੇ ਦਿਆਂਗੇ, 5 ਸਾਹ ਪਾ ਦੇ, ਹੱਥ ਖੜੇ ਕਰ ਦੂਗਾ ਵੀ ਇਹ ਮੇਰੇ ਵੱਸ 'ਚ ਨਹੀਂ ਹੈ। ਦੁਨੀਆ ਦਾ ਪੈਸਾ ਇੱਕ ਪਾਸੇ ਹੈ, ਤੁਹਾਡਾ ਇੱਕ ਸਾਹ ਇੱਕ ਪਾਸੇ ਹੈ। ਇੰਨੇ ਮਹਿੰਗੇ ਸਵਾਸ ਨੇ, ਤੇ ਆਪਾਂ ਕਿੱਥੇ ਗਵਾਏ ਨੇ? ਕਿਸੇ ਦੇ ਧੀ ਪੁੱਤ ਬਾਰੇ ਗੱਲਾਂ ਕਰ ਲਈਆਂ, ਕਿਸੇ ਦੇ ਪਰਿਵਾਰ ਬਾਰੇ ਗੱਲਾਂ ਕਰ ਲਈਆਂ, ਕਿਸੇ ਦਾ ਕੋਈ ਘਰ ਬਣ ਗਿਆ ਤੇ ਬੰਦਾ ਦੇਖ ਕੇ ਕੋਈ ਟੂਣੇ ਵਾਲਾ ਹੀ ਬਾਬਾ ਲੱਭਦਾ ਰਹਿੰਦਾ, ਹੋਰ ਨਹੀਂ ਤਾਂ ਕੋਈ ਟੂਣਾ ਹੀ ਕਰ ਲੋ। ਕਿਸੇ ਦਾ ਧੀ ਪੁੱਤ ਸੁਖੀ ਵਸਣ ਲੱਗ ਗਿਆ ਤੇ ਬੰਦਾ ਕਹਿਣ ਲੱਗ ਜਾਂਦਾ ਹੈ ਇਹ ਸੁਖੀ ਕਿਉਂ ਨੇ? ਇਹ ਸੋਚ ਨਹੀਂ ਦਿੱਤੀ ਮਹਾਰਾਜ ਨੇ ਸਿੱਖ ਨੂੰ। ਸਿੱਖ ਨੂੰ ਮਹਾਰਾਜ ਨੇ ਬਣਾਇਆ ਕਰ ਭਲਾ, ਸਰਬੱਤ ਦਾ ਭਲਾ ਮੰਗਣਾ ਹੈ। ਜੇ ਕਿਸੇ ਦਾ ਕੁਝ ਬਣ ਗਿਆ, ਜੇ ਕਿਸੇ ਦੇ ਘਰ ਸੁੱਖ ਆ ਗਿਆ, ਤੇ ਗੁਰੂ ਅੱਗੇ ਅਰਦਾਸ ਕਰਕੇ ਮਹਾਰਾਜ ਜੀ ਇਹਨਾਂ ਦੇ ਘਰ ਖੁਸ਼ੀ ਦਿੱਤੀ ਆ, ਇਹਨਾਂ ਦੇ ਪੈਰਾਂ ਪਿੱਛੇ ਸਾਨੂੰ ਵੀ ਮਿਲ ਜੇ। ਇਹ ਕਿਰਦਾਰ ਚਾਹੀਦਾ ਸਿੱਖ ਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਪਟਨੇ ਦੀ ਧਰਤੀ ਤੇ 9 ਸਾਲ ਭਾਗ ਲਾਏ ਨੇ। ਬਹਾਨਾ ਕੀ ਬਣਦਾ ਹੈ? ਜਦੋਂ ਬਾਬਾ ਮਰਦਾਨਾ ਕਦੇ ਕਿਸੇ ਦੁਕਾਨ ਤੇ ਕਦੇ ਕਿਸੇ ਦੁਕਾਨ ਤੇ ਜਾਂਦੇ ਨੇ, ਅਖੀਰ ਇੱਕ ਸੁਨਿਆਰਿਆਂ ਦੀ ਦੁਕਾਨ ਤੇ ਗਏ।
ਅੱਜ ਉੱਥੇ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਪਟਨਾ ਸਾਹਿਬ ਸੁਨਾਰ ਟੋਲੀ ਸਾਹਿਬ, ਛੋਟੀ ਜੀ 20 ਦੇ ਵਿੱਚ ਦੀ ਜਾਓ ਗਲੀ ਵਿੱਚ ਦੀ, ਤੇ ਅੰਦਰ ਜਾ ਕੇ ਹੈ। ਉਹ ਸੁਨਿਆਰਿਆਂ ਦੀ ਦੁਕਾਨ ਤੇ ਜਦੋਂ ਬਾਬਾ ਮਰਦਾਨਾ ਜੀ ਪਹੁੰਚਦੇ ਨੇ, ਜਾ ਕੇ ਬਚਨ ਕਰਦੇ ਨੇ, ਕਹਿੰਦੇ ਜੀ ਮੈਂ ਆਹ ਹੀਰਾ ਵੇਚਣਾ ਹੈ। ਤੇ ਉਹ ਦੁਕਾਨਦਾਰ ਸੁਨਿਆਰੇ ਕਹਿੰਦੇ ਨੇ ਇਹ ਹੀਰਾ ਅਸੀਂ ਨਹੀਂ ਖਰੀਦ ਸਕਦੇ, ਕਿਉਂਕਿ ਸਾਡਾ ਸੋਨੇ ਚਾਂਦੀ ਦਾ ਕੰਮ ਹੈ। ਜੇ ਹੀਰਾ ਵੇਚਣਾ ਹੈ ਫਿਰ ਇੱਥੇ ਪਟਨੇ ਦੇ ਵਿੱਚ ਇੱਕੋ ਹੀ ਹੀਰਿਆਂ ਦਾ ਵਪਾਰੀ ਹੈ, ਜਿਹਦਾ ਨਾਮ ਹੈ ਸਾਲਸਰਾਏ ਜੌਹਰੀ। ਉਹਦੀ ਹਵੇਲੀ ਜਾਓ, ਉਹ ਸਾਲਸਰਾਏ ਜੌਹਰੀ ਦੀ ਹਵੇਲੀ ਜਾ ਕੇ ਉਹ ਹੀਰਾ ਖਰੀਦੇਗਾ। ਬਾਬਾ ਮਰਦਾਨਾ ਜੀ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਗਏ ਤੇ ਸਾਲਸਰਾਏ ਜੌਹਰੀ ਦਾ ਇੱਕ ਸੇਵਕ ਸੀ, ਸੇਵਕ ਭਾਵ ਵਰਕਰ ਸੀ, ਉਹਦਾ ਕੰਮ ਕਰਦਾ। ਉਹਦਾ ਨਾਮ ਹੈ ਭਾਈ ਅਦਰੱਕਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਭਾਈ ਅਦਰੱਕਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਹੁਤ ਵਡਿਆਈ ਸੁਣਦੇ ਸੀ ਤੇ ਪਿਆਰ ਸੀ ਉਹਨਾਂ ਦੇ ਅੰਦਰ। ਕਦੇ ਦਰਸ਼ਨ ਨਹੀਂ ਸੀ ਹੋਏ, ਪਰ ਕੇਵਲ ਉਹਨਾਂ ਦੀ ਵਡਿਆਈ ਸੁਣ ਸੁਣ ਕੇ ਮਨ ਦੇ ਵਿੱਚ ਪ੍ਰੇਮ ਸੀ। ਤੇ ਭਾਈ ਅਦਰੱਕਾ ਜੀ ਵੀ ਉੱਥੇ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਵੀ ਜਦੋਂ ਰਾਜਗੀਰ ਦੀ ਧਰਤੀ ਤੇ ਆਏ ਹੋਏ ਨੇ ਤੇ ਬਾਬਾ ਮਰਦਾਨਾ ਜੀ ਸਾਲਸਰਾਏ ਜੌਹਰੀ ਦੀ ਹਵੇਲੀ ਪਹੁੰਚੇ ਉਹ ਹੀਰਾ ਵੇਚਣ ਵਾਸਤੇ। ਹੱਥ ਤੇ ਰੱਖ ਕੇ ਹੀਰਾ ਅੱਗੇ ਕੀਤਾ, ਆਖਿਆ ਜੌਹਰੀ ਸਾਹਿਬ ਮੈਂ ਆ ਹੀਰਾ ਵੇਚਣਾ ਹੈ, ਇਹਦੀ ਕੀ ਕੀਮਤ ਦਿਓਗੇ? ਤੇ ਉਸ ਵੇਲੇ ਫਿਰ ਸਾਲਸਰਾਏ ਜੌਹਰੀ ਨੇ ਜਦੋਂ ਹੀਰੇ ਦੇ ਦਰਸ਼ਨ ਕੀਤੇ, ਜੋੜਾ ਲਾ ਕੇ ਹੀਰੇ ਨੂੰ ਨਮਸਕਾਰ ਕੀਤੀ ਹੈ। ਖਜ਼ਾਨੇ ਦੇ ਵਿੱਚੋਂ 100 ਮੋਹਰ ਲੈ ਕੇ ਆਏ ਨੇ, ਥੈਲੀ ਲਿਆ ਕੇ ਉਹ ਥੈਲੀ 100 ਮੋਹਰ ਦੀ ਬਾਬਾ ਮਰਦਾਨਾ ਜੀ ਨੂੰ ਫੜਾਈ। ਤੇ ਬਾਬਾ ਮਰਦਾਨਾ ਜੀ ਮਨੇ ਮਨ ਸੋਚਦੇ ਨੇ ਸੱਚਮੁੱਚ ਕੀਮਤ ਬਹੁਤ ਹੈ। ਜਿੱਥੇ ਲੋਕ ਅੱਧਾ ਕਿਲੋ ਮਠਿਆਈ ਤੇ ਮੀਟਰ ਕੱਪੜਾ ਦਿੰਦੇ ਸੀ, ਇਹਨਾਂ ਨੇ 100 ਮੋਹਰ ਦਿੱਤੀ ਹੈ। ਤੇ ਨਾਲ ਹੀ ਬਾਬਾ ਮਰਦਾਨਾ ਜੀ ਕਹਿੰਦੇ ਜੌਹਰੀ ਸਾਹਿਬ ਕੀਮਤ ਤੁਸੀਂ ਮੈਨੂੰ ਦੇ ਛੱਡੀ ਹੈ, ਹੁਣ ਆ ਹੀਰਾ ਵੀ ਆਪਣਾ ਰੱਖ ਲਓ। ਤੇ ਬਾਬੇ ਮਰਦਾਨੇ ਨੂੰ ਸਾਲਸਰਾਏ ਜੌਹਰੀ ਜੀ ਕਹਿੰਦੇ ਬਾਬਾ ਇਹ ਮੈਂ ਕੀਮਤ ਨਹੀਂ ਦਿੱਤੀ, ਇਹ ਤੇ ਦਰਸ਼ਨੀ ਭੇਟਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਹੀਰੇ ਦੇ ਦਰਸ਼ਨ ਕਰਨ ਦੀ ਭੇਟਾ ਹੈ। ਜਦੋਂ ਪੁੱਛਿਆ ਕਿ ਦਰਸ਼ਨੀ ਭੇਟਾ ਇੰਨੇ ਪੈਸੇ ਨੇ ਤੇ ਮੈਂ ਤੇ ਵੇਚਣ ਵਾਸਤੇ ਤੁਰਿਆ, ਮੈਨੂੰ ਦੱਸੋ ਜੌਹਰੀ ਸਾਹਿਬ ਇਹਦਾ ਮੁੱਲ ਕੀ ਹੈ? ਤੇ ਸਾਲਸਰਾਏ ਜੌਹਰੀ ਹੱਥ ਜੋੜ ਕੇ ਕਹਿੰਦਾ ਮਹਾਂਪੁਰਖੋ ਅਸੀਂ ਦਾਦਿਆਂ ਪੜਦਾਦਿਆਂ ਤੋਂ ਲੈ ਕੇ ਹੀਰਿਆਂ ਦਾ ਵਪਾਰ ਕਰਦੇ ਆਂ, ਬੜੇ ਹੀਰੇ ਖਰੀਦੇ ਤੇ ਬੜੇ ਵੇਚੇ, ਪਰ ਜਿਹੜਾ ਹੀਰਾ ਤੁਹਾਡੇ ਕੋਲ ਹੈ ਨਾ, ਇਸ ਕਿਸਮ ਦਾ ਹੀਰਾ ਨਾ ਬਹੁਤਾ ਵਿਕਦਾ ਤੇ ਨਾ ਕੋਈ ਆਮ ਬੰਦਾ ਖਰੀਦ ਸਕਦਾ ਇਹਨੂੰ। ਇਹਦਾ ਮਤਲਬ ਕੀ ਹੈ? ਸਾਲਸਰਾਏ ਜੌਹਰੀ ਦੇ ਮਨ 'ਚ ਕੋਈ ਬੇਈਮਾਨੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਚਾਹੁੰਦਾ 100 ਮੋਹਰ 'ਚ ਹੀ ਰੱਖ ਲੈਂਦਾ ਇੰਨਾ ਬੇਸ਼ਕੀਮਤੀ ਹੀਰਾ, ਪਰ ਸੱਚਾਈ ਹੈ ਨਾ, ਬੰਦਾ ਰੱਬ ਨਹੀਂ ਬੰਦੇ ਦਾ ਮਾੜਾ ਕਰਦਾ, ਬੰਦੇ ਦੀ ਸੋਚ ਮਾੜੀ ਹੋ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁੰਦਾ ਰੱਬ ਨਾ ਕਿਸੇ ਦਾ ਵੈਰੀ, ਰੱਬ ਕਿਸੇ ਦਾ ਵੈਰੀ ਨਹੀਂ, ਉਹ ਨਿਰਵੈਰ ਹੈ। ਵੈਰੀ ਤੇਰੇ ਐਬ ਬੰਦੇ ਆ, ਹੁੰਦਾ ਰੱਬ ਨਾ ਕਿਸੇ ਦੇ ਐਬ ਬੰਦੇ ਆ। ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ ਐਬ ਬੰਦੇ ਆ। ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ ਐਬ ਬੰਦੇ ਆ। ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ ਐਬ ਬੰਦੇ ਆ। ਹਾਂ ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ ਐਬ ਬੰਦੇ ਆ। ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ ਐਬ ਬੰਦੇ ਆ। ਵੈਰੀ ਤੇਰੇ ਜੀ ਐਬ ਬੰਦੇ ਆ, ਵੈਰੀ ਤੇਰੇ ਜੀ
ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਸਾਰੇ ਬੋਲਿਆ ਕਰੋ ਕਿਸੇ ਜਰਾ। ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਰੱਬ ਕਿਸੇ ਦਾ ਵੈਰੀ ਨਹੀਂ, ਵੈਰੀ ਬੰਦੇ ਦੇ ਆਪਣੇ ਐਬ ਹੁੰਦੇ ਨੇ, ਆਪਣੇ ਕਰਮ ਵੈਰੀ ਬਣ ਜਾਂਦੇ ਨੇ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਪ ਹੋ ਜਾਓ ਜਿੱਦਾਂ ਦਾ ਬੀਜਾਂਗੇ ਵੱਢਾਂਗੇ ਵੀ ਸਹੀ। ਜਦੋਂ ਬਾਬਾ ਮਰਦਾਨਾ ਜੀ ਨੇ ਕਿਹਾ ਫਿਰ ਇਹਦੀ ਕੀਮਤ ਕੀ ਹੈ, ਕਹਿੰਦੇ ਸਾਰਾ ਕਾਰੋਬਾਰ ਵੇਚ ਵੀ ਦਿਆਂ। ਸਾਲਸਰਾਏ ਜੌਹਰੀ ਜੀ ਕਹਿੰਦੇ ਮੈਂ ਤਾਂ ਵੀ ਕੀਮਤ ਨਹੀਂ ਦੇ ਸਕਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਰ ਨਾਲ ਸਾਲਸਰਾਏ ਜੌਹਰੀ ਨੇ ਸਵਾਲ ਵੀ ਕੀਤਾ ਹੈ। ਸਾਲਸਰਾਏ ਜੌਹਰੀ ਕਹਿੰਦਾ ਬਾਬਾ ਅਸੀਂ ਦਾਦੇ ਪੜਦਾਦੇ ਤੋਂ ਲੈ ਕੇ ਇਹ ਕਾਰੋਬਾਰ ਕਰਦੇ, ਸਾਡੇ 'ਚ ਇਹ ਹੀਰਾ ਖਰੀਦਣ ਦੀ ਹਿੰਮਤ ਨਹੀਂ। ਤੇਰਾ ਤੇ ਲਿਵਾਸੀ ਸਾਧੂਆਂ ਵਾਲਾ, ਤੇਰੇ ਕੋਲ ਇਹ ਹੀਰਾ ਆਇਆ ਕਿੱਥੋਂ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਬਾਬਾ ਮਰਦਾਨਾ ਜੀ ਨੇ ਜ਼ਿਕਰ ਕੀਤਾ। ਬਾਬਾ ਮਰਦਾਨਾ ਜੀ ਕਹਿੰਦੇ ਸਾਲਸਰਾਏ ਸੇਠ ਜੀ ਸ਼ੱਕ ਨਾ ਕਰੋ, ਇਹ ਹੀਰਾ ਕਿਸੇ ਦਾ ਚੋਰੀ ਨਹੀਂ ਕੀਤਾ, ਕਿਤੇ ਡਾਕਾ ਨਹੀਂ ਮਾਰਿਆ। ਇਹ ਇੱਕ ਹੀਰਾ ਇਦਾਂ ਇਹਦੇ ਨਾਲ ਦੇ 100 ਤੇ ਹਜ਼ਾਰਾਂ ਲੱਖਾਂ ਹੀਰੇ ਮੇਰੇ ਬਾਬੇ ਦੇ ਚਰਨਾਂ 'ਚ ਰੁਲਦੇ ਨੇ। ਕੌਣ ਹੈ ਤੇਰਾ ਗੁਰੂ, ਸਵਾਲ ਪੁੱਛਿਆ। ਫਿਰ ਦੱਸਿਆ ਕਹਿੰਦੇ ਮੇਰੇ ਗੁਰੂ ਨੇ ਨਾਨਕ ਨਿਰੰਕਾਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿੱਥੇ ਨੇ, ਕਹਿੰਦੇ ਪਟਨੇ ਸ਼ਹਿਰ ਤੋਂ ਬਾਹਰ ਬਿਰਾਜਮਾਨ ਨੇ। ਫਿਰ ਬਾਬਾ ਮਰਦਾਨਾ ਜੀ ਨੂੰ ਪ੍ਰਸ਼ਾਦਾ ਜਲ ਪਾਣੀ ਤੇ ਛਕਾਇਆ ਸਾਲਸਰਾਏ ਨੇ ਬੜੇ ਪਿਆਰ ਨਾਲ, ਕਿਉਂਕਿ ਭਾਈ ਅਦਰਕਾ ਜੀ ਨੇ ਦੱਸਿਆ ਸੀ, ਕਹਿੰਦੇ ਉਹੀ ਨਾਨਕ ਜਿਨ੍ਹਾਂ ਨੂੰ ਤਪਾ ਨਾਨਕ ਜੀ ਕਿਹਾ ਜਾਂਦਾ, ਕਹਿੰਦੇ ਉਹੀ। ਤੇ ਭਾਈ ਅਦਰਕਾ ਜੀ ਕਹਿੰਦੇ ਜੌਹਰੀ ਸਾਹਿਬ ਇਹ ਉਹੀ ਗੁਰੂ ਨਾਨਕ ਨੇ ਜਿਨ੍ਹਾਂ ਦੀ ਸਿਫਤ ਮੈਂ ਤੁਹਾਡੇ ਕੋਲ ਹਮੇਸ਼ਾ ਕਰਦਾ ਹਾਂ। ਤੇ ਸਾਲਸਰਾਏ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਬਾਬਾ ਮਰਦਾਨਾ ਜੀ ਨੂੰ, ਤੇ ਬਾਅਦ ਵਿੱਚ ਬੇਨਤੀ ਕਰਦੇ ਨੇ, ਕਹਿੰਦੇ ਬਾਬਾ ਜੀ ਕਿ ਸਾਨੂੰ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਹੋਣਗੇ। ਬਾਬਾ ਮਰਦਾਨਾ ਜੀ ਕਹਿੰਦੇ ਜ਼ਰੂਰ ਹੋ ਜਾਣਗੇ, ਨਾਲ ਲੈ ਕੇ ਚੱਲੋ। ਬਾਬਾ ਮਰਦਾਨਾ ਜੀ ਸਾਲਸਰਾਏ ਜੌਹਰੀ ਤੇ ਭਾਈ ਅਦਰਕਾ ਜੀ ਨੂੰ ਨਾਲ ਲੈ ਕੇ ਤੁਰੇ। ਤੇ ਜਦੋਂ ਨਾਲ ਲੈ ਕੇ ਤੁਰੇ ਨਾ, ਜਿਸ ਜਗ੍ਹਾ ਗੁਰੂ ਨਾਨਕ ਮਹਾਰਾਜ ਬਿਰਾਜਮਾਨ ਨੇ, ਬਾਬਾ ਮਰਦਾਨਾ ਜੀ ਨੇ ਜਾ ਕੇ ਉਹ ਮੋਹਰਾਂ ਵੀ ਰੱਖ ਦਿੱਤੀਆਂ, ਹੀਰਾ ਵੀ ਰੱਖ ਦਿੱਤਾ, ਮੱਥਾ ਟੇਕਿਆ। ਤੇ ਸਾਲਸਰਾਏ ਜੌਹਰੀ ਜਦੋਂ ਮੱਥਾ ਭਾਈ ਅਦਰਕਾ ਜੀ ਮੱਥਾ ਟੇਕਦੇ ਨੇ ਤੇ ਗੁਰੂ ਨਾਨਕ ਮਹਾਰਾਜ ਨੂੰ ਬਾਬਾ ਮਰਦਾਨਾ ਜੀ ਬੇਨਤੀ ਕਰਦੇ, ਕਹਿੰਦੇ ਮਹਾਰਾਜ ਜਿੱਥੇ ਦੁਨੀਆ ਨੂੰ ਇਸ ਹੀਰੇ ਦੀ ਕੀਮਤ ਦਾ ਨਹੀਂ ਸੀ ਪਤਾ, ਉੱਥੇ ਜੇ ਇਸ ਹੀਰੇ ਦੀ ਪਛਾਣ ਤੇ ਕੀਮਤ ਪਾਈ ਤੇ ਉਹ ਸਾਲਸਰਾਏ ਜੌਹਰੀ ਨੇ ਪਾਈ। ਤੇ ਜੌਹਰੀ ਮਹਾਰਾਜ ਨੂੰ ਮੱਥਾ ਟੇਕਦਾ ਹੈ। ਮਹਾਰਾਜ ਨੇ ਉੱਥੇ ਫਿਰ ਬਚਨ ਕੀਤਾ, ਕਹਿੰਦੇ ਜੌਹਰੀ ਸਾਹਿਬ ਦੁਨਿਆਵੀ ਹੀਰੇ ਹੀ ਪਰਖਦੇ ਹੋ ਕਿ ਕਦੇ ਜੀਵਨ ਰੂਪੀ ਹੀਰਾ ਵੀ ਪਛਾਣਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲੇ ਦੁਨਿਆਵੀ ਹੀਰੇ ਪਛਾਣਦੇ ਹੋ ਕਿ ਜੀਵਨ ਰੂਪੀ ਹੀਰਾ ਵੀ ਪਛਾਣਿਆ। ਗੱਲ ਤੇ ਮੰਗਣਾ ਆਉਣਾ ਚਾਹੀਦਾ ਗੁਰੂ ਕੋਲੋਂ, ਸਾਨੂੰ ਮੰਗਣਾ ਹੀ ਨਹੀਂ ਆਉਂਦਾ ਜੀ। ਸਾਲਸਰਾਏ ਨੇ ਪਹਿਲੀ ਵਾਰੀ ਦਰਸ਼ਨ ਕੀਤੇ, ਪਹਿਲੀ ਵਾਰੀ ਗੁਰੂ ਮੰਗਿਆ। ਧੰਨਾ ਜੀ ਦੀ ਆਰਤੀ ਪੜੋ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਸਾਡੇ ਵਾਲੀਆਂ ਹੀ ਚੀਜ਼ਾਂ ਮੰਗੀਆਂ ਨੇ, ਦਾਲ ਮੰਗੀ ਹੈ, ਆਟਾ ਮੰਗਿਆ ਹੈ, ਘੀ ਮੰਗਿਆ ਹੈ, ਚੰਗਾ ਜੋੜਾ ਮੰਗਿਆ ਹੈ, ਬਿਸਤਰਾ ਮੰਗ ਲਿਆ, ਗਾਵਾਂ ਤੇ ਮੱਝਾਂ ਮੰਗ ਲਈਆਂ,
ਪਰ ਮੰਗੀਆਂ ਉਦੋਂ ਜਦੋਂ ਦਾਤਾ ਮਿਲ ਗਿਆ। ਖੁ ਸਤਨਾਮ। ਸ੍ਰੀ ਵਾਹਿਗੁਰੂ ਜੀ। ਪਹਿਲਾਂ ਦਾਤਾ ਮੰਗਿਆ ਫਿਰ ਦਾਤਾਂ ਮੰਗੀਆਂ। ਸਾਡਾ ਉਲਟਾ ਹੈ, ਅਸੀਂ ਦਾਤਾ ਤਾਂ ਚਿੱਤ 'ਚ ਵੀ ਨਹੀਂ ਰੱਖਦੇ, ਦਾਤਾਂ ਹੀ ਮੰਗਦੇ ਆਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਕਦੇ ਅੱਜ ਤੱਕ ਆ ਕੇ ਗੁਰਦੁਆਰੇ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਿਹਾ ਮਹਾਰਾਜ ਬਹੁਤ ਕੁਝ ਦੇਤਾ ਅੱਜ ਤੱਕ, ਮੇਰੇ ਸਮੇਤ ਆਪਾਂ ਸਾਰੇ ਹੀ, ਵੀ ਮਹਾਰਾਜ ਕੁਛ ਨਹੀਂ ਚਾਹੀਦਾ, ਬੜਾ ਕੁਝ ਦੇਤਾ ਹੈ। ਨਹੀਂ ਨਹੀਂ, ਇਦਾਂ ਨਹੀਂ ਕਵਾਂਗੇ। ਜਦੋਂ ਵੀ ਗੁਰਦੁਆਰੇ ਆਵਾਂਗੇ ਇਹੀ ਕਵਾਂਗੇ, ਕੱਲ ਦੀ ਛੱਡ ਗੱਲ, ਅੱਜ ਦੱਸ ਕੀ ਦਿੰਨਾ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਕਦੇ ਦੁੱਖ ਨਹੀਂ ਮੰਗਿਆ, ਹਮੇਸ਼ਾ ਸੁੱਖ ਮੰਗੇ ਨੇ। ਤੇ ਜੇ ਅਸੀਂ ਸਦਾ ਹੀ ਸੁੱਖ ਮੰਗਾਂਗੇ ਤਾਂ ਸਾਡੇ ਹਿੱਸੇ ਦੇ ਦੁੱਖ ਕੌਣ ਲਵੇਗਾ ਫਿਰ? ਪਰ ਗੁਰੂ ਗ੍ਰੰਥ ਸਾਹਿਬ ਪਤਾ ਕੀ ਕਹਿੰਦੇ ਨੇ? ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕਹਿੰਦੇ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਕੱਪੜੇ ਨੇ, ਇਹ ਪਾਉਣੇ ਹੀ ਪੈਂਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਇਹ ਨਹੀਂ ਜੇ ਤੁਸੀਂ ਨਿਤਨੇਮ ਕਰੋਗੇ ਤੇ ਤੁਹਾਡੀ ਜ਼ਿੰਦਗੀ 'ਚ ਦੁੱਖ ਨਹੀਂ ਆਊਗੇ, ਆਉਣਗੇ, ਪਰ ਨਿਤਨੇਮ ਕਰਨ ਦੇ ਨਾਲ ਬਰਕਤ ਇਹ ਪਵੇਗੀ ਕਿ ਤੁਸੀਂ ਉਹਦੀ ਸਮਰੱਥਾ ਨੂੰ, ਉਸ ਦੁੱਖ ਨੂੰ ਝੱਲਣ ਦੇ ਹੱਕਦਾਰ ਹੋ ਜਾਂਦੇ ਹੋ, ਭਾਣਾ ਮੰਨਣ ਦਾ ਬਲ ਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੜ ਗਿਆ, ਅੱਖਾਂ ਸਾਹਮਣੇ ਪੁੱਤ ਸ਼ਹੀਦ ਹੋ ਗਏ, ਮਾਤਾ ਵਿਛੜ ਗਈ, ਪਤਨੀਆਂ ਵਿਛੜ ਗਈਆਂ, ਰੱਬ ਨੂੰ ਉਲਾਮਾ ਤਾਂ ਨਹੀਂ ਨਾ ਦਿੱਤਾ। ਫੇਰ ਵੀ ਮਾਛੀਵਾੜਾ ਸਾਹਿਬ ਜਾ ਕੇ ਇੱਕੋ ਹੀ ਗੱਲ ਕਹੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਕਹਿਣਾ। ਉੱਥੇ ਜਾ ਕੇ ਵੀ ਪਿਆਰੇ ਮਿੱਤਰ ਨੂੰ ਹੀ ਯਾਦ ਕੀਤਾ, ਪ੍ਰਮਾਤਮਾ ਨੂੰ। ਖਿਆਲ ਪਾਤਸ਼ਾਹੀ 10ਵੀਂ ਮਹਾਰਾਜ ਨੇ ਗੀਤ ਰੂਪ ਵਿੱਚ ਇਹ ਉਚਾਰਨ ਕੀਤਾ ਹੈ। ਉਹ ਤੇ ਉੱਥੇ ਵੀ ਸ਼ੁਕਰ ਮਨਾ ਰਹੇ ਨੇ। ਜਿੱਦਣ 2.5 ਲੱਖ ਦਾ ਚੰਦੋਆ ਸਾਹਿਬ ਸੀਸ ਤੇ ਸਜਦਾ ਸੀ, 1.25 ਲੱਖ ਦੀ ਕਲਗੀ ਸਜਦੀ ਸੀ, ਉਦਣ ਵੀ ਉਹਦੇ ਸ਼ੁਕਰ ਵਿੱਚ ਸੀ। ਜਿੱਦਣ ਸਭ ਕੁਝ ਗਿਆ ਤੇ ਕੰਡਿਆਂ ਤੇ ਪੈ ਗਿਆ ਤਾਂ ਵੀ ਉਹਦੇ ਸ਼ੁਕਰ ਵਿੱਚ ਜੀ ਰਹੇ ਨੇ। ਇਹ ਅਵਸਥਾ ਸਿੱਖ ਨੂੰ ਦਿੱਤੀ ਮਹਾਰਾਜ ਨੇ। ਦੁੱਖ ਵਿੱਚ ਵੀ ਦੁੱਖ ਨਾ ਮੰਨੇ, ਸੁੱਖ ਵਿੱਚ ਵੀ ਹੰਕਾਰੀ ਨਾ ਬਣੇ। ਦੋਨਾਂ ਅਵਸਥਾ ਵਿੱਚ ਤੇਰੀ ਸਾਡੀ ਭਾਵਨਾ ਇੱਕ ਜੀ ਚਾਹੀਦੀ ਹੈ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਦਾਂ ਦਾ ਭਾਣਾ ਮੰਨਣ ਦਾ ਬਲ ਨਾਮ ਜਪਣ ਵਾਲਿਆਂ ਦੇ ਅੰਦਰ ਆਉਂਦਾ ਹੈ। ਸੋ ਮੈਂ ਬੇਨਤੀ ਕਰਦਾ ਸੀ, ਸਾਲਸਰਾਏ ਜੌਹਰੀ ਨੂੰ ਮਹਾਰਾਜ ਨੇ ਬਚਨ ਕੀਤਾ, ਸਵਾਲ ਕੀਤਾ, ਜੌਹਰੀਆ ਇਹ ਦੁਨਿਆਵੀ ਹੀਰੇ ਪਰਖਦਾ ਕਿ ਕਦੇ ਜੀਵਨ ਰੂਪੀ ਹੀਰਾ ਪਰਖਿਆ? ਤੇ ਜੌਹਰੀ ਨੇ ਫਿਰ ਮੰਗਿਆ। ਜੌਹਰੀ ਹੱਥ ਜੋੜ ਕੇ ਬੇਨਤੀ ਕਰਦਾ, ਸਾਲਸਰਾਏ ਕਹਿੰਦਾ ਮਹਾਰਾਜ ਇਹ ਦੁਨਿਆਵੀ ਹੀਰਾ ਪਰਖਣਾ ਵੀ ਕਿਸੇ ਨੇ ਸਿਖਾਇਆ ਹੈ, ਕੋਈ ਮੇਰਾ ਉਸਤਾਦ ਬਣਿਆ, ਕਿਰਪਾ ਕਰੋ ਇਹ ਜੀਵਨ ਰੂਪੀ ਹੀਰਾ ਪਛਾਣਨ ਦੀ ਜਾਚ ਤੁਸੀਂ ਦੇ ਦਿਓ, ਉਸਤਾਦ ਤੁਸੀਂ ਬਣ ਜਾਓ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਤੇ ਨਾਲ ਹੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰਾ ਚਿੱਤ ਕਰਦਾ ਹੈ, ਮੇਰਾ ਮਨ ਕਰਦਾ ਹੈ, ਮੇਰਾ ਜੀ ਕਰਦਾ ਹੈ, ਤੁਸੀਂ ਮੇਰੇ ਹਵੇਲੀ ਵਿੱਚ ਚੱਲੋ, ਚਰਨ ਪਾਓ। ਮਹਾਰਾਜ ਕਹਿੰਦੇ ਚੱਲਾਂਗੇ। ਪਹਿਲੀ ਬੇਨਤੀ ਮੰਨ ਲਈ ਮਹਾਰਾਜ ਨੇ, ਕਿਉਂਕਿ ਮਨ ਵਿੱਚ ਕੋਈ ਬਲ ਨਹੀਂ, ਮਨ ਵਿੱਚ ਕੋਈ ਛਲ ਨਹੀਂ, ਮਨ ਵਿੱਚ ਕੋਈ ਚੋਰੀ ਨਹੀਂ। ਜੇ ਹੁੰਦੀ ਤਾਂ ਬਾਬੇ ਮਰਦਾਨੇ ਤੋਂ 50 ਰੁਪਏ ਦੇ ਕੇ ਉਹ ਹੀਰਾ ਰੱਖ ਲੈਂਦੇ ਅਰਬਾਂ ਦਾ। ਫਰੇਬ ਨਹੀਂ ਨਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਬਾਹਰੋਂ ਸੁੱਚੇ ਹੋ ਕੇ ਕਰੋਗੇ ਕੀ ਜਿੰਨਾ ਚਿਰ ਮਨ ਕਾਲਾ ਲਈ ਫਿਰਦੇ ਆ। ਮਾਰੇ ਕਹਿੰਦੇ ਬਾਹਰੋਂ ਲੱਖਾਂ ਵਾਰੀ ਨਹਾ ਕੇ ਕੀ ਕਰੇਗਾ ਜਿੰਨਾ ਚਿਰ ਮਨ ਕਰਕੇ ਹੀ ਤੂੰ ਕਾਲਾ ਹੈ। ਗੱਲੀਆਂ ਅਸੀਂ ਚੰਗੀਆਂ, ਪੜੋ ਨਾ ਗੁਰੂ ਨਾਨਕ ਮਹਾਰਾਜ ਨੂੰ, ਆਚਾਰੀ ਬੁਰੀਆਂ ਮਨੋ ਕਸੁੱਧਾਂ ਕਾਲੀਆਂ ਬਾਹਰ ਚਿਟਵੀਆਂ। ਮਹਾਰਾਜ ਕਹਿੰਦੇ ਬਾਹਰੋਂ ਚਿੱਟੇ ਕੱਪੜੇ ਪਾਏ ਤੇਰੇ ਮੈਂ ਕੀ ਕਰਾਂ ਜਿੰਨਾ ਚਿਰ ਮਨ ਕਾਲਾ ਲਈ ਫਿਰਦਾ ਤੂੰ। ਜਿੰਨਾ ਚਿਰ ਸਰਬੱਤ ਦਾ ਭਲਾ ਗਲ ਤੱਕ ਹੀ ਸੀਮਤ ਹੈ, ਮੈਂ ਕੀ ਕਰਾਂ ਤੇਰਾ। ਸਾਡੀ ਕਰਨੀ ਉਦਾਂ ਦੀ ਬਣ ਜੇ ਕਿ ਗੁਰੂ ਨੂੰ ਮਜਬੂਰ ਹੋਣਾ ਪਵੇ ਤੈਨੂੰ ਦਰਸ਼ਨ ਦੇਣ ਲਈ, ਤੈਨੂੰ ਦਾਤਾਂ ਦੇਣ ਲਈ। ਸਾਡਾ ਹਿਸਾਬ ਹੈ ਸਾਰਿਆਂ ਦਾ, ਬਹੁਤ ਪਿਆਰ ਵਾਲੀ ਸੰਗਤ ਹੁੰਦੀ ਹੈ ਵਿੱਚ, ਪਰ ਮੈਂ ਉਹਨਾਂ ਨੂੰ ਬੇਨਤੀ ਨਹੀਂ ਕਰਦਾ, ਮੈਂ ਉਹਨਾਂ ਖਾਤਰ ਕਰਦਾ ਜਿਨ੍ਹਾਂ ਦੇ ਕਰਮ ਮਾੜੇ ਕੀਤੇ ਹੋਏ ਨੇ। ਨਾ ਕਰੀਏ, ਜਿੱਥੇ ਤੱਕ ਅੱਜ ਤੱਕ ਬੀਤ ਗਈ ਬੀਤ ਗਈ। ਅੱਗੇ ਗੁਰੂ ਚਰਨਾਂ 'ਚ ਬੇਨਤੀ ਕਰੋ, ਮਹਾਰਾਜ ਆਉਣ ਵਾਲਾ ਸਮਾਂ ਚਰਨਾਂ ਨਾਲ ਜੋੜੋ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ। आगे समझ चलो नंद लाला पाछे जो बीती सो बीती। भाग हमारे लिखी फकीरी,
ਸੋ ਮਸਤਕ ਧਰ ਲੀਤੀ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਪੀਤੀ। ਜੋ ਬੀਤ ਗਈ, ਹੁਣ ਤਾਂ ਆਪਣੇ ਬਣਾਓ। ਇਹ ਗੁਰੂ ਚਰਨਾਂ 'ਚ ਬੇਨਤੀ ਕਰਿਆ ਕਰੋ ਸਾਲਸਰਾਏ ਵਾਂਗੂ, ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਜਾਂਚ ਦੇ ਦਿਓ, ਕਿਰਪਾ ਕਰੋ ਮੇਰੇ ਘਰ ਚੱਲੋ। ਗੁਰੂ ਨਾਨਕ ਮਹਾਰਾਜ ਗਏ, ਫਿਰ 15 ਦਿਨ ਸਾਲਸਰਾਏ ਦੀ ਹਵੇਲੀ 'ਚ ਪਟਨਾ ਸਾਹਿਬ ਰਹੇ, ਤੇ ਜਿੱਥੇ ਜਾ ਕੇ ਮਹਾਰਾਜ ਬਰਾਜਦੇ ਸੀ, ਭਾਵੇਂ ਉਜਾੜ ਹੁੰਦਾ ਸੀ, ਭਾਵੇਂ ਉਹ ਜੰਗਲ ਹੁੰਦੇ ਸਨ, ਭਾਵੇਂ ਬਸੋਂ ਹੁੰਦੀ ਸੀ, ਜਿੱਥੇ ਵੀ ਮਹਾਰਾਜ ਜਾਂਦੇ ਸੀ ਜਾ ਕੇ 2 ਟਾਈਮ ਗੁਰਬਾਣੀ ਦਾ ਗਾਇਨ ਜ਼ਰੂਰ ਹੁੰਦਾ ਸੀ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਜਿੱਥੇ ਬਾਬਾ ਪੈਰ ਧਰੇ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸੋਆ। ਜਿੱਥੇ ਜਾ ਕੇ ਮਹਾਰਾਜ ਬਿਰਾਜਮਾਨ ਹੋ ਜਾਂਦੇ ਸੀ, ਉੱਥੇ ਅਕਾਲ ਪੁਰਖ ਦੀ ਪੂਜਾ ਹੁੰਦੀ ਸੀ। ਜਿੱਥੇ ਵੀ ਜਾ ਕੇ ਆਸਣ ਲਾ ਲੈਂਦੇ ਸੀ, ਉੱਥੇ ਹੀ ਗੁਰੂ ਦੀ ਗੱਲ ਹੁੰਦੀ ਸੀ। ਤੇ ਸਾਲਸਰਾਏ ਜੌਹਰੀ ਦੀ ਹਵੇਲੀ 'ਚ ਪਟਨਾ ਸਾਹਿਬ ਦੀ ਧਰਤੀ ਤੇ ਵੀ ਮਹਾਰਾਜ ਨੇ 2 ਟਾਈਮ ਦੀਵਾਨ ਸਜਾਇਆ, ਤੇ 15 ਦਿਨਾਂ ਦੇ ਵਿੱਚ ਸਾਰਾ ਪਟਨਾ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸੁਭਾਇਮਾਨ ਹੋਣ ਲੱਗ ਗਿਆ। ਤੇ ਸਾਲਸਰਾਏ ਨੇ ਲੰਗਰ ਚਲਾਤੇ, ਆਪਣੀ ਹਵੇਲੀ 'ਚ ਭੰਡਾਰੇ ਚਲਾਤੇ। ਤੇ ਜਿੱਦਣ ਫਿਰ ਮਹਾਰਾਜ ਨੇ ਕਿਹਾ ਨਾ ਵੀ ਹੁਣ ਅਸੀਂ ਅੱਗੇ ਜਾਵਾਂਗੇ, ਅਕਾਲ ਪੁਰਖ ਦੀ ਲਾਈ ਡਿਊਟੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੈ ਲਿਹੋ ਉਬਾਰ। ਮਹਾਰਾਜ ਕਹਿੰਦੇ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਡਿਊਟੀ ਹੈ, ਅੱਗੇ ਜਾਣਾ ਪੈਣਾ। ਸਾਲਸਰਾਏ ਹੱਥ ਜੋੜ ਕੇ ਬਹਿ ਗਿਆ, ਬੇਨਤੀ ਕਰਦਾ, ਮਹਾਰਾਜ ਜੀ ਨਾ ਜਾਓ, ਤੁਸੀਂ ਜਾਓਗੇ ਪਟਨਾ ਸੁੰਨਾ ਹੋ ਜੂ, ਤੁਸੀਂ ਚਲੇ ਜਾਓਗੇ ਮੇਰੀ ਹਵੇਲੀ ਕਿਸੇ ਨੇ ਨਹੀਂ ਆਉਣਾ, ਤੁਸੀਂ ਚਲੇ ਜਾਓਗੇ ਪਟਨੇ ਦੀਆਂ ਗਲੀਆਂ ਸੁੰਨੀਆਂ ਹੋ ਜਾਣਗੀਆਂ, ਕੁਝ ਦਿਨ ਹੋਰ ਰਹਿ ਜਾਓ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਜੌਹਰੀਆ ਅੱਗੇ ਜਾਣਾ ਮਜਬੂਰੀ, ਅਕਾਲ ਪੁਰਖ ਦਾ ਹੁਕਮ ਹੈ, ਪਰ ਤੇਰੇ ਪਟਨੇ ਦੀ ਸੰਗਤ ਦਾ ਤੇ ਤੇਰਾ ਪ੍ਰੇਮ ਦੇਖ ਕੇ ਤੇ ਇੰਨਾ ਬਚਨ ਕਰਦੇ ਐ ਕਿ 10ਵੇਂ ਜਾਮੇ ਦੇ ਵਿੱਚ ਅਵਤਾਰ ਤੇਰੀ ਹਵੇਲੀ 'ਚ ਹੀ ਲਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। 10ਵੇਂ ਜਾਮੇ 'ਚ ਅਵਤਾਰ ਤੇਰੀ ਹਵੇਲੀ 'ਚ ਲਵਾਂਗੇ। ਕਈ ਸਾਲ ਫਿਰ ਇਸੇ ਪਟਨੇ ਦੀਆਂ ਗਲੀਆਂ 'ਚ ਹੀ ਰਹਾਂਗੇ, ਕਈ ਸਾਲ ਤੇਰੇ ਇਸ ਪਟਨੇ ਦੀਆਂ ਗਲੀਆਂ ਦੇ ਵਿੱਚ ਵਿਚਰਾਂਗੇ। ਤੇ ਤੂੰ ਕਹਿੰਦਾ ਮੇਰੇ ਘਰ ਕਿੰਨੇ ਆਉਣਾ ਹੈ? ਰਹਿੰਦੀ ਦੁਨੀਆ ਤੱਕ ਤੇਰੇ ਘਰ ਦੀ ਪੂਜਾ ਹੋਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਰਹਿੰਦੀ ਦੁਨੀਆ ਤੱਕ। ਅੱਜ ਤਖਤ ਹਰਮੰਦਰ ਸ਼੍ਰੀ ਪਟਨਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇਹ ਸਾਲਸਰਾਏ ਜੌਹਰੀ ਦੀ ਹਵੇਲੀ ਵਾਲੀ ਜਗ੍ਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੇ ਪਾਤਸ਼ਾਹ ਦਾ ਬਚਨ ਪੂਰਾ ਕਰਨ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਵੀ 10ਵੇਂ ਜਾਮੇ 'ਚ ਗੋਬਿੰਦ ਰਾਏ ਜੀ ਦਾ ਅਵਤਾਰ ਪਟਨੇ ਦੀ ਧਰਤੀ ਤੇ ਹੋਵੇ। ਇਹ ਕਾਰਨ ਸੀ ਪਟਨੇ ਦੀ ਧਰਤੀ ਤੇ ਮਹਾਰਾਜ ਦਾ ਪ੍ਰਕਾਸ਼ ਹੋਣ ਦਾ। ਤੇ ਮਹਾਰਾਜ ਨੇ ਬਚਨ ਕੀਤਾ ਫਿਰ ਕਈ ਸਾਲ ਇਸੇ ਪਟਨੇ ਦੀਆਂ ਗਲੀਆਂ 'ਚ ਰਹਾਂਗੇ ਤੇ ਸਦਾ ਵਾਸਤੇ ਤੇਰੇ ਪਟਨੇ 'ਚ ਰੌਣਕਾਂ ਰਹਿਣਗੀਆਂ, ਸਦਾ ਵਾਸਤੇ ਤੇਰਾ ਪਟਨਾ ਪੂਜਣ ਯੋਗ ਹੋ ਜਾਏਗਾ। ਅੱਜ ਜਦੋਂ ਮਰਜ਼ੀ ਚਲੇ ਜਾਓ ਪਟਨਾ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਦਰਸ਼ਨ ਕਰਨ। ਇੱਕ ਵੀ ਦਿਨ ਨਹੀਂ ਜਿੱਦਣ ਉੱਥੇ ਸੰਗਤ ਦਾ ਇਕੱਠ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਬੇਅੰਤ ਸੰਗਤਾਂ ਜਾਂਦੀਆਂ ਨੇ ਅੱਜ ਵੀ। ਤੁਸੀਂ ਪਹਿਲੇ ਪਾਤਸ਼ਾਹ ਦਾ ਜੀਵਨ ਪੜ੍ਹੋ ਨਾ, ਪਹਿਲੇ ਪਾਤਸ਼ਾਹ ਦਾ ਤੇ 10ਵੇਂ ਪਾਤਸ਼ਾਹ ਦਾ ਇਤਿਹਾਸ ਬਹੁਤ ਜੁੜਦਾ ਹੈ। ਕਿਉਂਕਿ ਮਹਾਰਾਜ ਇੱਕ ਬਚਨ ਆਉਂਦਾ ਹੈ ਨਾ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੇ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ਼੍ਰੀ ਅਬਚਲ ਨਗਰ ਅਪਾਰ। ਨਾਨਕ ਗੁਰੂ ਗੋਬਿੰਦ ਸਿੰਘ, ਗੁਰੂ ਸ਼ਬਦ ਵਿਚਕਾਰ ਹੈ, ਉਹ ਪਹਿਲੇ ਨਾਮ ਨਾਲ ਵੀ ਲੱਗਣਾ ਤੇ ਦੂਜੇ ਨਾਮ ਨਾਲ ਵੀ ਲੱਗਣਾ। ਨਾਨਕ ਗੁਰੂ ਗੋਬਿੰਦ ਸਿੰਘ, ਉਹ ਗੁਰੂ ਸ਼ਬਦ ਗੁਰੂ ਨਾਨਕ ਮਹਾਰਾਜ ਨਾਲ ਵੀ ਲੱਗੂਗਾ, ਉਹੀ ਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨਾਲ ਵੀ। ਤੁਸੀਂ ਵੇਖੋ ਨਾ, ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਤੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪਟਨੇ ਹੋਇਆ। ਗੁਰੂ ਨਾਨਕ ਮਹਾਰਾਜ ਉਦਾਸੀਆਂ ਵੇਲੇ ਰੋਹਿਤਾਸ ਪਿੰਡ ਵਿੱਚ ਗਏ। ਜੇਹਲਮ ਜ਼ਿਲ੍ਹਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਉਹ ਰੋਹਿਤਾਸ ਪਿੰਡ ਵਿੱਚ ਵੀ ਜਲ ਦਾ ਚਸ਼ਮਾ ਪ੍ਰਗਟ ਕੀਤਾ ਸੀ। ਤੇ ਉਸ ਜਿੱਥੇ ਰੋਹਿਤਾਸ ਪਿੰਡ ਵਿੱਚ ਮਹਾਰਾਜ ਦਾ ਅੱਜ ਵੀ ਗੁਰੂ ਨਾਨਕ ਮਹਾਰਾਜ ਦਾ ਸਥਾਨ ਹੈ, ਚੋਆ ਸਾਹਿਬ ਗੁਰਦੁਆਰਾ,
ਉਸ ਪਿੰਡ 'ਚ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਹੋਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਨੂੰ ਅਸੀਂ ਖਾਲਸੇ ਦੇ ਮਾਤਾ ਜੀ ਕਹਿੰਦੇ, ਮਾਤਾ ਸਾਹਿਬ ਕੌਰ ਜੀ, ਉਹ ਵੀ ਗੁਰੂ ਨਾਨਕ ਮਹਾਰਾਜ ਨੇ ਚਰਨ ਪਹਿਲੇ ਜਾਮੇ 'ਚ ਪਾਏ ਨੇ। ਉੱਥੇ ਜੋਤ ਇੱਕੋ ਹੀ ਹੈ। ਹਰੇਕ ਜੋਤ ਨੇ ਆਪੋ ਆਪਣੇ ਸਮੇਂ ਦੇ ਵਿੱਚ ਕੰਮ ਸਾਨੂੰ ਨਵੇਂ ਨਾਲ ਸੇਵਾਵਾਂ, ਸਿਮਰਨ, ਕਿਵੇਂ ਸੇਵਾ ਕਰਨੀ, ਕਿਵੇਂ ਸਿਮਰਨ ਕਰਨਾ, ਕਿਵੇਂ ਬੰਦਗੀ ਕਰਨੀ, ਕਿਵੇਂ ਭਾਣਾ ਮੰਨਣਾ, ਇਹ 10 ਪਾਤਸ਼ਾਹੀਆਂ ਨੇ 239 ਸਾਲ ਤੇ 6.5 ਮਹੀਨੇ ਲਾ ਕੇ ਸਾਨੂੰ ਸਮਝਾਇਆ। 1469 ਤੋਂ ਲੈ ਕੇ 1708 ਤੱਕ 239 ਸਾਲ 6.5 ਮਹੀਨੇ ਬਣਦੇ ਨੇ। 10 ਪਾਤਸ਼ਾਹੀਆਂ 239 ਸਾਲ 6.5 ਮਹੀਨੇ ਸਰੀਰ ਵਿੱਚ ਰਹੀਆਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗੁਰੂ ਮਿਲੇ ਹੈ। ਕੋਈ ਸੌਖੀ ਗੱਲ ਨਹੀਂ ਵੀ ਭੋਗ ਤੇ ਅੱਜ ਤੱਕ ਆਪਾਂ ਬਹੁਤ ਪਾਏ ਨੇ, ਪਰ ਸਮਝਿਆ ਕੀ ਹੈ? ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੱਲਾ ਰੁਮਾਲਾ ਸਾਹਿਬ ਭੇਟ ਕਰਨ ਤੱਕ ਸੀਮਤ ਨਹੀਂ ਰੱਖਣਾ ਹੈ। ਗੁਰੂ ਸਾਹਿਬ ਦੀ ਬਾਣੀ ਘਰਾਂ ਦੇ ਵਿੱਚ ਪੜੋ, ਸੈਂਚੀਆਂ ਲਿਆਓ, ਪੋਥੀ ਸਾਹਿਬ ਲਿਆਓ, ਨਾਲ ਅਰਥ ਪੜੋ। ਕੱਲਾ ਡਿਪੈਂਡ ਨਹੀਂ ਰਹਿਣਾ ਚਾਹੀਦਾ ਵੀ ਸਾਨੂੰ ਕੋਈ ਆਵੇਗਾ ਤੇ ਗੁਰੂ ਦੀ ਗੱਲ ਸੁਣਾਵੇਗਾ। ਆਪਾਂ ਰੋਜ਼ ਕੀ ਕਰਨਾ ਘਰਾਂ ਦੇ ਵਿੱਚ? ਸਾਡੇ ਬੱਚੇ, ਸਾਡੇ ਵੀਰ ਭਰਾ, ਸਾਡੇ ਨੌਜਵਾਨ, ਸਾਡੀਆਂ ਬੀਬੀਆਂ, ਮਾਤਾਵਾਂ, ਭੈਣਾਂ ਭਾਵੇਂ ਰੋਜ਼ ਰਾਤ ਨੂੰ ਗੁਰਦੁਆਰੇ ਆਰਤੀ ਕਰੋ, ਕੌਣ ਰੋਕਦਾ ਜੀ? ਜ਼ਰੂਰੀ ਥੋੜੋ ਕੋਈ ਬਾਹਰੋਂ ਕੱਲਾ ਜਥਾ ਆਊ ਤੇ ਉਹਦੀ ਗੱਲ ਸੁਣਨੀ ਹੈ। ਆਪਾਂ ਵੀ ਰੋਜ਼ ਇੱਥੇ ਕੀਰਤਨ ਕਰ ਸਕਦੇ ਹਾਂ। ਮਹਾਰਾਜ ਨੇ ਵਡਿਆਈ ਦਿੱਤੀ ਹੈ। ਜੇ 24 ਘੰਟਿਆਂ ਦੇ ਵਿੱਚੋਂ 23 ਘੰਟੇ ਕੰਮ ਕਰਕੇ ਅਸੀਂ ਆਪਣੇ ਲਈ ਨਹੀਂ ਰੱਜੇ, ਫਿਰ 1 ਘੰਟਾ ਗੁਰਦੁਆਰੇ ਲਈ ਕੱਢਣ ਨੂੰ ਵੀ ਅਸੀਂ ਕਿਤੇ ਰੱਜ ਜਾਣਾ ਫਿਰ ਉਹ ਖਾ ਕੇ। ਸਮਾਂ ਕੱਢਣਾ ਚਾਹੀਦਾ। ਸੱਜਣ ਸੱਚਾ ਪਾਤਸ਼ਾਹ। ਜਿਸ ਮਹਾਰਾਜ ਕਹਿੰਦੇ ਨੇ ਜਿਸ ਗੁਰੂ ਦੇ ਚਰਨਾਂ 'ਚ ਬਹਿਣਾ ਹੈ ਨਾ, ਉਹਦੀ ਵਡਿਆਈ ਕੀ ਹੈ? ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ। ਜਿਸ ਗੁਰੂ ਦੇ ਨੇੜੇ ਬਹਿ ਜਾਓ ਤਾਂ ਹੀ ਦੁਨੀਆ ਦੇ ਵਿਸ਼ਵਾਸ ਪਾਤਰ ਬਣ ਜਾਂਦੇ ਹੋ ਤੁਸੀਂ। ਦੁਨੀਆ ਨੂੰ ਸੋਹਣੇ ਲੱਗਣ ਲੱਗ ਜਾਂਦੇ ਹੋ ਤੁਸੀਂ ਕੇਵਲ ਕੋਲ ਬਹਿਣ ਨਾਲ ਹੀ। ਤੇ ਜਦੋਂ ਜਪਣ ਲੱਗ ਜਾਓਗੇ ਫਿਰ ਤਾਂ ਬਾਤ ਹੀ ਹੋਰ ਵੱਖਰੀ ਹੋ ਜਾਂਦੀ ਹੈ। ਜਿੰਨਾ ਸਤਿਕਾਰ ਤੁਸੀਂ ਗੁਰੂ ਦਾ ਕਰੋਗੇ, ਗੁਰੂ ਤੁਹਾਡਾ ਸਤਿਕਾਰ ਦੁਨੀਆ ਤੋਂ ਕਰਾਉਂਦਾ ਹੈ। ਭਾਵੇਂ ਕਿਸੇ ਫੀਲਡ ਵਿੱਚ ਹੋਵੋ, ਕਿਸੇ ਕੰਮ 'ਚ ਹੋਵੋ, ਤਰੱਕੀ ਹੁੰਦੀ ਹੈ। ਤੁਸੀਂ 1-2 ਘੰਟੇ ਗੁਰੂ ਨੂੰ ਸਾਰੀ ਦਿਹਾੜੀ 'ਚੋਂ ਦਿਓ, ਗੁਰੂ 22 ਘੰਟੇ ਤੁਹਾਨੂੰ ਦਿੰਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਤੁਸੀਂ 1 ਕਦਮ ਤੁਰੋ, ਗੁਰੂ ਤੁਹਾਡੇ ਵੱਲ ਨੂੰ ਕਰੋੜਾਂ ਕਦਮ ਤੁਰਦਾ ਹੈ। ਪਰ ਤੁਰਾਂਗੇ ਤਾਂ ਹੀ ਹੈ ਨਾ। ਹੁਣ ਤੁਸੀਂ ਕਣਕਾਂ ਬੀਜੀਆਂ ਨੇ ਨਵੰਬਰ ਮਹੀਨੇ ਤੋਂ ਲੈ ਕੇ, ਤਾਂ ਹੀ ਅਪ੍ਰੈਲ 'ਚ ਫਲ ਮਿਲੇਗਾ। ਤੇ ਬੀਜਦੇ ਹੀ ਨਾ, ਰੋਜ਼ ਜਾ ਕੇ ਬੰਨੇ ਤੇ ਬਹਿ ਕੇ ਖੇਤ ਦੇ ਕਹੀ ਜਾਂਦੇ ਹਾਂ ਅਪ੍ਰੈਲ ਨੂੰ ਫਲ ਮਿਲੂਗਾ, ਕਣਕ ਮਿਲੂਗੀ। ਜਦ ਬੀਜੀ ਨਹੀਂ ਤਾਂ ਵੱਢੋਗੇ ਕਿੱਥੋਂ? ਨਾ ਵਾਹੀ ਕੀਤੀ, ਨਾ ਬੀ ਪਾਇਆ, ਨਾ ਸਿੰਜਾ ਕੀਤਾ, ਨਾ ਪਾਲਿਆ, ਫਿਰ ਅਪ੍ਰੈਲ ਦੇ ਵਿੱਚ ਜਾ ਕੇ ਫਲ ਕਿਹੜਾ ਲੱਭਦੇ ਹੋ? ਫਿਰ ਤਾਂ ਘਾਹ ਫੂਸ ਹੀ ਮਿਲਣਾ ਹੈ ਉੱਥੋਂ ਖੇਤ ਚੋਂ। ਅੰਮ੍ਰਿਤ ਵੇਲੇ ਉੱਠੇ ਨਹੀਂ, ਗੁਰਦੁਆਰਾ ਸਾਹਿਬ ਗਏ ਨਹੀਂ, ਜਪਜੀ ਸਾਹਿਬ ਪੜ੍ਹਿਆ ਨਹੀਂ, ਬਾਣੀ ਨਾਲ ਕਦੇ ਜੁੜੇ ਨਹੀਂ, ਸੇਵਾ ਕਦੇ ਕੀਤੀ ਨਹੀਂ, ਫਲ ਕਾਹਦਾ? ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਨਾਮ ਵਾਲਾ ਬੀਜ ਬੀਜੋਗੇ ਤਾਂ ਫਲ ਵੱਢੋਗੇ ਨਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਤੋ ਇਸ ਕਰਕੇ ਬੜੇ ਪਿਆਰ ਨਾਲ ਬੇਨਤੀ ਨੂੰ ਸੁਣਿਓ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਦੇ ਸਦਕਾ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ, ਉਸ ਧਰਤੀ ਦੇ ਉੱਤੇ ਫਿਰ 9 ਸਾਲ ਮਹਾਰਾਜ ਨੇ ਬਤੀਤ ਕੀਤੇ ਹੈ। ਇਹ ਕੱਲ ਦੇ ਦੀਵਾਨ 'ਚ ਬਾਬਾ ਜੀ ਬਾਬਾ ਸਵਾਲ ਹੈ ਕਿ ਮਹਾਰਾਜ ਨੇ ਹੇਮਕੁੰਟ ਸਾਹਿਬ ਸੱਚਮੁੱਚ ਤਪ ਕੀਤਾ ਕਿ ਨਹੀਂ ਕੀਤਾ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਾਰੇ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ
ਆਪਣੇ ਗੁਰਸਿੱਖਾਂ ਨੂੰ ਤੇ ਸਿੰਘਾਂ ਨੂੰ ਆਪਣੇ ਪੂਰਬਲੇ ਜਨਮ ਦਾ ਬਚਨ ਸਰਵਣ ਕਰਾਇਆ। ਫਿਰ ਉਹ ਬੇਨਤੀ ਮੈਂ ਤੁਹਾਡੇ 'ਚ ਨਾਲ ਨਾਲ ਸਾਂਝੀ ਕਰਾਂਗਾ। ਮਹਾਰਾਜ ਕੀ ਬਚਨ ਕਰਦੇ ਨੇ? 10ਵੇਂ ਪਾਤਸ਼ਾਹ ਦਾ ਬਚਨ ਹੈ। ਮਹਾਰਾਜ 10ਮ ਪਾਤਸ਼ਾਹ ਜੀ 10ਮ ਗ੍ਰੰਥ ਵਿੱਚ ਇਹ ਬਚਨ ਦਰਜ ਕਰਦੇ ਨੇ ਤੇ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈਣ ਕਿ ਸ਼੍ਰੀ ਹੇਮਕੁੰਟ ਸਾਹਿਬ ਕਿਵੇਂ ਜੁੜਦਾ ਨਾਲ, ਤੇ ਸ਼੍ਰੀ ਹੇਮਕੁੰਟ ਸਾਹਿਬ ਜੇ ਇਸ ਰੂਹ ਨੇ ਤਪ ਕੀਤਾ ਹੈ ਉਹ ਕਿੱਥੋਂ ਆ ਕੇ ਕੀਤਾ ਤੇ ਕਿਵੇਂ ਕੀਤਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਕਿਉਂਕਿ ਆਪਾਂ ਜਦੋਂ ਹੇਮਕੁੰਟ ਸਾਹਿਬ ਅੱਜ ਵੀ ਜਾਈਏ ਨਾ ਦਰਸ਼ਨ ਕਰਨ, ਜੂਨ ਤੋਂ ਲੈ ਕੇ ਅਕਤੂਬਰ ਤੱਕ, ਉੱਥੇ 2 ਘੰਟੇ ਤੋਂ ਵੱਧ ਸਾਨੂੰ ਰਹਿਣ ਨਹੀਂ ਦਿੰਦੇ। ਸਿਰੇ ਜਾ ਕੇ ਅਖੀਰ ਇੱਕ ਸਵੇਰੇ 10 ਵਜੇ ਅਰਦਾਸ ਹੁੰਦੀ ਹੈ, ਇੱਕ 12 ਵਜੇ ਹੁੰਦੀ ਹੈ, ਇੱਕ 2 ਵਜੇ ਹੁੰਦੀ ਹੈ, ਤੇ ਜੇ ਮੌਸਮ ਸਾਫ਼ ਹੋਵੇ ਚੰਗਾ ਹੋਵੇ ਫਿਰ 4 ਵਜੇ ਦੀ ਵੀ ਅਰਦਾਸ ਹੋ ਜਾਂਦੀ ਹੈ। ਜੇ ਮੌਸਮ ਚੰਗਾ ਨਾ ਹੋਵੇ ਫਿਰ 2 ਵਜੇ ਕਵਾੜ ਬੰਦ ਹੋ ਜਾਂਦੇ ਨੇ, ਫਿਰ ਉਸ ਤੋਂ ਬਾਅਦ ਅਰਦਾਸ ਨਹੀਂ। ਜਿੱਥੇ ਸਾਡਾ 2 ਘੰਟੇ 4 ਘੰਟੇ ਰਹਿਣਾ ਮੁਸ਼ਕਲ ਹੈ, ਮਹਾਰਾਜ ਨੇ ਉੱਥੇ 4 ਯੁੱਗ ਤਪ ਕੀਤਾ ਹੈ। ਫਿਰ ਸਾਡੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ, ਮਹਾਰਾਜ ਨੂੰ ਭੁੱਖ ਨਹੀਂ ਲੱਗੀ 4 ਯੁੱਗ? ਮਹਾਰਾਜ ਬਰਫ਼ ਵਿੱਚ ਕਿਵੇਂ ਬੈਠੇ ਰਹੇ 4 ਯੁੱਗ? ਮਹਾਰਾਜ ਨੂੰ ਠੰਡ ਨਹੀਂ ਲੱਗੀ ਉੱਥੇ ਇੰਨੀ ਉਸ ਬਰਫ਼ ਦੇ ਵਿੱਚ ਬੈਠੇ ਆ? ਅੱਜ ਜਾਓ, ਅੱਜ ਸ਼੍ਰੀ ਹੇਮਕੁੰਟ ਸਾਹਿਬ ਦੀ ਉਹ ਧਰਤੀ ਬਿਲਕੁਲ ਬਰਫ਼ ਵਿੱਚ ਲੁਕ ਜਾਂਦੀ ਆ, ਸਥਾਨ ਵੀ ਨਹੀਂ ਦੀਦਾ। ਤੇ ਮਹਾਰਾਜ ਨੇ 4 ਯੁੱਗ ਫਿਰ ਕਿਵੇਂ ਬਹਿਣਾ ਕੀਤਾ ਜੀ ਉੱਥੇ? ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਹਮੇਸ਼ਾ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ, ਕਿਸੇ ਵੀ ਧਾਰਮਿਕ ਸਥਾਨ ਤੇ ਜਾਓ ਨਾ ਇਤਿਹਾਸਕ, ਕੱਲਾ ਉੱਥੇ ਲੰਗਰ ਤੇ ਰਹਿائش ਦੇਖ ਕੇ ਨਹੀਂ ਮੁੜ ਕੇ ਆਈਦਾ, ਉੱਥੋਂ ਕੁਝ ਲੈ ਕੇ ਆਈਦਾ, ਸਿੱਖ ਕੇ ਆਈਦਾ ਵੀ ਇੱਥੇ ਮਹਾਰਾਜ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਸਾਡਾ ਤਾਂ ਕੰਮ ਹੀ ਸੌਖਾ, ਜੇ ਕਿਤੇ ਯਾਤਰਾ ਜਾਣਾ ਉੱਥੇ ਜੀ ਫੋਨ ਕਰ ਦਿਓ ਸਾਨੂੰ ਕਮਰਾ ਮਿਲ ਜੇ। ਸੌਣ ਹੀ ਜਾਣਾ ਤੇ ਫਿਰ ਘਰ ਸੌਂ ਲਿਆ ਕਰੋ ਜੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਜੇ ਲੰਗਰ ਤੱਕ ਹੀ ਸੀਮਤ ਹੈ ਉਹ ਤਾਂ ਰੋਜ਼ ਘਰ ਬਣਾ ਕੇ ਖਾਈ ਜਾਂਦੇ, ਇਹ ਵੀ ਗੁਰੂ ਦਾ ਹੀ ਦਿੱਤਾ। ਫਿਰ ਕਿਸੇ ਤੀਰਥ ਤੇ ਜਾਣਾ ਤੇ ਮਨ ਚੋਂ ਵਹਿਮ ਭਰਮ ਊਚ ਨੀਚ ਕਰਮ ਕਾਂਡ ਤੇ ਪਾਪ ਕੱਢ ਕੇ ਜਾਣਾ ਚਾਹੀਦਾ, ਨਹੀਂ ਤੇ ਮਹਾਰਾਜ ਕਹਿੰਦੇ ਦੁੱਗਣੇ ਪਾਪ ਚੜ ਕੇ ਮੁੜਦੇ ਨੇ ਜੇ ਉੱਥੇ ਜਾ ਕੇ ਵੀ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ। ਜੇ ਤੀਰਥਾਂ ਤੇ ਜਾ ਕੇ ਵੀ ਮਨ ਮੈਲਾ ਰੱਖਿਆ, ਅੱਖ ਮੈਲੀ ਰੱਖੀ, ਤਨਖਾਹ ਨਾਮੇ ਪੜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਮਹਾਰਾਜ ਕਹਿੰਦੇ ਮਾਏ ਭੈਣ ਆਵੇ ਜੋ ਸੰਗਤ ਦ੍ਰਿਸ਼ਟ ਬੁਰੀ ਪੇਖੇ ਤਿਸ ਪੰਗਤ। ਜਿਹੜਾ ਇਨਸਾਨ ਸੰਗਤ ਵਿੱਚ ਗੁਰੂ ਘਰ ਵਿੱਚ ਆਉਣ ਵਾਲੀ ਧੀ ਭੈਣ ਨੂੰ ਮਾੜੀ ਅੱਖ ਨਾਲ ਤੱਕਦਾ ਉਹ ਵੀ ਮੇਰਾ ਦੇਣਦਾਰ ਹੈ, ਮਹਾਰਾਜ ਕਹਿੰਦੇ। ਪਰ ਸਾਡੇ 'ਚ ਕਮੀ ਹੈ, ਸਾਡੇ ਵਿੱਚ ਉਹ ਪ੍ਰਚਾਰ ਆਇਆ ਨਹੀਂ, ਸਾਡੇ ਵਿੱਚ ਤਨਖਾਹ ਨਾਮਿਆਂ ਦੀ ਕਥਾ ਆਈ ਨਹੀਂ। ਜੇ ਦਾਸ ਕੋਲ 2 ਦੀਵਾਨ ਹੁੰਦੇ ਤੇ ਦਾਸ ਤਨਖਾਹ ਨਾਮਿਆਂ ਦੀ ਤੁਹਾਡੇ 'ਚ ਫਿਰ ਉਹ ਕਥਾ ਕਰਕੇ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕਿਹਾ ਕਿਹਨੂੰ ਹੈ? ਕੱਲੇ ਪੱਗ ਬੰਨਣ ਵਾਲੇ ਨੂੰ ਸਿੱਖ ਨਹੀਂ ਕਿਹਾ ਮਹਾਰਾਜ ਨੇ। ਕੱਲਾ 5 ਕਕਾਰ ਪਾਇਆਂ ਨਾਲ ਬੰਦਾ ਸਿੱਖ ਨਹੀਂ ਬਣ ਜਾਂਦਾ। ਤਨਖਾਹ ਨਾਮੇ ਕਿਤੇ ਪੜੋ, ਮਹਾਰਾਜ ਕਹਿੰਦੇ ਸਿੱਖਾ ਤੂੰ ਦਾਤਣ ਕਿਵੇਂ ਕਰਨੀ, ਤੂੰ ਦਸਤਾਰ ਕਿਵੇਂ ਬੰਨਣੀ, ਤੂੰ ਸੌਣਾ ਕਿਵੇਂ, ਤੂੰ ਜਾਗਣਾ ਕਿਵੇਂ, ਇੱਕ ਇੱਕ ਗੱਲ ਮਹਾਰਾਜ ਤਨਖਾਹ ਨਾਮੇ 'ਚ ਦੱਸਦੇ ਨੇ। ਪਰ ਉਹ ਸਾਡੇ 'ਚ ਕਦੇ ਕਥਾ ਨਹੀਂ ਆਈ, ਕਿਉਂਕਿ ਕਥਾ ਲੜੀਵਾਰ ਹੈ, ਉਹ ਇੱਕ ਦਿਨ 'ਚ ਸੰਪੂਰਨ ਨਹੀਂ ਹੁੰਦੀ। ਜੇ ਇੱਕ ਦਿਨ ਦੇ ਦੀਵਾਨ 'ਚ ਤੁਸੀਂ ਸੰਪੂਰਨ ਕਰੋਗੇ, ਬਹੁਤ ਕਥਾ ਫਿਰ ਸੰਖੇਪ ਵਿੱਚ ਹੁੰਦੀ ਹੈ, ਫਿਰ ਡੁੰਗਿਆਈ ਵਿੱਚ ਜਾਇਆ ਹੀ ਨਹੀਂ ਜਾਂਦਾ ਜੀ। ਤਾਂ ਮੈਂ ਤਾਂ ਤੁਹਾਡੇ 'ਚ ਬੇਨਤੀ ਕੀਤੀ ਹੈ ਵੀ ਪ੍ਰਚਲਿਤ ਸਾਖੀਆਂ ਤੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ 10ਵੇਂ ਪਾਤਸ਼ਾਹ ਦਾ ਵਿਆਹ ਕਿਵੇਂ ਹੋਇਆ, 5ਵੇਂ ਪਾਤਸ਼ਾਹ ਦਾ ਮੌਂ ਸਾਹਿਬ ਵਿਆਹ ਕਿਵੇਂ ਹੋਇਆ, ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਲੁਕਿਆ ਥੋੜ੍ਹਾ ਕੁਛ। ਪਰ ਕਿਤੇ ਉਹ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰੀਏ ਜਿਹੜੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੈ। ਹੁਣ ਹੇਮਕੁੰਟ ਸਾਹਿਬ ਸਿੱਖ ਕੌਮ ਦੇ ਵਿੱਚ ਵੱਡਾ ਇੱਕ ਸਵਾਲ ਖੜਾ ਕੀਤਾ ਹੋਇਆ ਸਾਡੇ ਹੀ ਪ੍ਰਚਾਰਕਾਂ ਵੱਲੋਂ, ਤੇ ਉਹ ਜ਼ਿਕਰ ਕਰਾਂਗਾ। ਮਹਾਰਾਜ ਸੇਵਾ ਲੈਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਆਪਣੀ ਸਵੈ ਜੀਵਨੀ ਦੇ ਵਿੱਚ ਜੋ ਉਚਾਰਨ ਕਰਦੇ ਨੇ ਸੁਣੋ, ਨਾਲ ਨਾਲ ਅਰਥ ਸਮਝੋ, ਤੇ ਸਾਰੀ ਬੇਨਤੀ ਆਪ ਜੀ ਨੂੰ ਕਰਨ ਦਾ ਯਤਨ ਕਰਾਂਗਾ ਜੀ। अब मैं अपनी कथा बखानो, तप साधत जह बिद मोहे आनो। 10ਵੇਂ ਪਾਤਸ਼ਾਹ ਕਹਿੰਦੇ ਨੇ ਹੁਣ ਮੈਂ ਤੁਹਾਨੂੰ ਆਪਣੇ ਪੂਰਬਲੇ ਜਨਮ ਦੀ ਕਥਾ ਸੁਣਾਵਾਂਗਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਆਪਣੇ ਸਿੱਖਾਂ ਨੂੰ ਬਿਠਾ ਲਿਆ ਕੋਲ ਮਹਾਰਾਜ ਨੇ। ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਗਏ, ਮਹਾਰਾਜ ਦੀ ਜ਼ਿੰਦਗੀ ਦੇ 14 ਜੰਗ ਨੇ, 14ਵਾਂ ਜੰਗ ਮੁਕਤਸਰ ਸਾਹਿਬ ਵਾਲਾ ਹੈ।
ਉਸ ਤੋਂ ਬਾਅਦ ਸਾਬੋ ਕੀ ਤਲਵੰਡੀ ਬਠਿੰਡੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਫਿਰ ਨੰਦੇੜ ਸਾਹਿਬ ਦੀ ਧਰਤੀ ਤੇ ਚਲੇ ਗਏ। ਮਹਾਰਾਜ ਸਵੈ ਜੀਵਨੀ ਦੱਸ ਰਹੇ ਨੇ, ਅਬ ਮੈਂ ਆਪਣੀ ਕਥਾ ਬਖਾਨੋ। ਕਥਾ ਬਖਾਨੋ, ਹੁਣ ਮੈਂ ਆਪਣੀ ਕਥਾ ਸੁਣਾਉਣਾ ਹੈ। ਮਹਾਰਾਜ ਕਹਿੰਦੇ ਤਪ ਸਾਧਤ ਜਹ ਬਿਦ ਮੋਹਿ ਆਨੋ, ਕਿਵੇਂ ਆਪਣੀ ਕਥਾ ਬਖਾਨੋ। ਤਪ ਸਾਧਕ ਜੈ ਬਿਦ ਮੋਹਿ ਆਨੋ, ਹੇਮ ਕੁੰਟ ਪਰਬਤ ਹੈ ਜਹਾਂ, ਤਪਤ ਸ੍ਰਿੰਗ ਸੋਬਤ ਹੈ ਤਹਾਂ। ਮਹਾਰਾਜ ਕਹਿੰਦੇ ਮੈਂ ਤੁਹਾਨੂੰ ਆਪਣੇ ਪੂਰਬਲੇ ਜਨਮ ਦੀ ਕਥਾ ਸੁਣਾਵਾਂਗਾ, ਕਿਵੇਂ ਉਸ ਧਰਤੀ ਤੋਂ ਮਹਾਰਾਜ ਮੈਨੂੰ ਤਪ ਕਰਦੇ ਨੂੰ ਲੈ ਕੇ ਆਇਆ ਹੈ। हेमकुंट पर्वत है जहाँ, सप्त श्रृंग सोबत है तहाँ। ਮਹਾਰਾਜ ਕਹਿੰਦੇ ਉਸ ਧਰਤੀ ਦਾ ਨਾਮ ਹੇਮਕੁੰਟ ਹੈ। ਹੇਮ ਕਹੀਏ ਬਰਫ਼ ਨਾਲ ਲੱਦੀਆਂ ਹੋਈਆਂ ਪਹਾੜੀਆਂ, ਕੁੰਟ ਤੇ ਕੁੰਡ ਪਾਣੀ ਦੇ ਸਰੋਵਰ ਨੂੰ ਵੀ ਕਿਹਾ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਸ ਧਰਤੀ ਤੇ ਬਰਫ਼ ਦੀਆਂ ਉੱਚੀਆਂ ਚੋਟੀਆਂ ਨੇ, ਤੇ ਉਸ ਚੋਟੀ ਦੇ ਆਲੇ ਦੁਆਲੇ 7 ਪਰਬਤ ਹੋਰ ਨੇ। ਸਪਤ ਸ੍ਰਿੰਗ ਸੋਭਿਤ ਹੈ ਤਹਾਂ, ਸਪਤ ਕਹਿੰਦੇ 7 ਪਰਬਤਾਂ ਨੂੰ, ਸ੍ਰਿੰਗ ਪਰਬਤ ਹੁੰਦਾ ਹੈ। ਮਹਾਰਾਜ ਕਹਿੰਦੇ 7 ਪਰਬਤ ਸਾਡੇ ਤਪੋ ਭੂਮੀ ਦੇ ਆਲੇ ਦੁਆਲੇ ਅੱਜ ਵੀ ਰਾਖੀ ਕਰ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪੜਿਓ, ਬੜੇ ਪਿਆਰ ਨਾਲ ਮਹਾਂਪੁਰਸ਼ ਪੜ੍ਹਦੇ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਐ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਐ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਹੈ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਹੈ, ਬਾਜਾਂ ਵਾਲੇ ਸਤਿਗੁਰਾਂ ਨੇ। हेमकुंट ते तपस्या कीती है, बाजां वाले सतगुरां ने। हेमकुंट ते तपस्या कीती है, बाजां वाले सतगुरां ने। ਹੇਮਕੁੰਟ ਤੇ ਤਪੱਸਿਆ ਕੀਤੀ ਐ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਐ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਹੈ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਹੈ, ਬਾਜਾਂ ਵਾਲੇ ਸਤਿਗੁਰਾਂ ਨੇ। हेमकुंट ते तपस्या कीती है, बाजां वाले सतगुरां ने। हेमकुंट ते तपस्या कीती है, बाजां वाले सतगुरां ने। ਬਾਜਾਂ ਵਾਲੇ ਜੀ ਸਤਿਗੁਰਾਂ ਨੇ, ਬਾਜਾਂ ਵਾਲੇ ਜੀ ਸਤਿਗੁਰਾਂ ਨੇ। ਓ ਬਾਜਾਂ ਵਾਲੇ ਜੀ ਸਤਿਗੁਰਾਂ ਨੇ। ਸਤਿਗੁਰਾਂ ਨੇ। वाजा ਨੇ ਬਾਜਾਂ ਵਾਲੇ ਜੀ ਸਤਿਗੁਰਾਂ ਨੇ। ਬਾਜਾਂ ਵਾਲੇ ਜੀ ਸਤਿਗੁਰਾਂ ਨੇ, ਬਾਜਾਂ ਵਾਲੇ ਜੀ ਸਤਿਗੁਰਾਂ ਨੇ। ਓ ਬਾਜਾਂ ਵਾਲੇ ਜੀ ਸਤਿਗੁਰਾਂ ਨੇ। ਬਾਜਾਂ ਵਾਲੇ ਜੀ ਸਤਿਗੁਰਾਂ ਨੇ। वाजा वाले जी सतगुरां ने। वाजा वाले जी सतगुरां ने। ਹੇਮਕੁੰਟ ਤੇ ਤਪੱਸਿਆ ਕੀਤੀ ਐ, ਬਾਜਾਂ ਵਾਲੇ ਸਤਿਗੁਰਾਂ ਨੇ। ਹੇਮਕੁੰਟ ਤੇ ਤਪੱਸਿਆ ਕੀਤੀ ਐ,
ਵਾਜਾਂ ਵਾਲੇ ਸਤਿਗੁਰਾਂ ਨੇ ਹੇਮਕੁੰਟ ਤੇ ਤਪੱਸਿਆ ਕੀਤੀ ਐ ਬਾਜਾਂ ਵਾਲੇ ਸਤਿਗੁਰਾਂ ਨੇ ਹੇਮਕੁੰਟ ਤੇ ਤਪੱਸਿਆ ਕੀਤੀ ਐ ਬਾਜਾਂ ਵਾਲੇ ਸਤਿਗੁਰਾਂ ਨੇ ਹੇਮਕੁੰਟ ਤੇ ਤਪੱਸਿਆ ਕੀਤੀ ਐ ਵਾਜਾਂ ਵਾਲੇ ਸਤਿਗੁਰਾਂ ਨੇ ਹੇਮਕੁੰਟ ਤੇ ਤਪੱਸਿਆ ਕੀਤੀ ਐ ਵਾਜਾਂ ਵਾਲੇ ਸਤਿਗੁਰਾਂ ਨੇ। ਮਹਾਰਾਜ ਕਹਿੰਦੇ ਉਸ ਹੇਮਕੁੰਟ ਪਰਬਤ ਦੇ ਆਲੇ ਦੁਆਲੇ 7 ਪਰਬਤ ਹੋਰ ਨੇ ਜੀ। ਸਪਤ ਸ੍ਰਿੰਗ ਤਹਿ ਨਾਮ ਕਹਾਵਾ ਪੰਡ ਰਾਜ ਜਹ ਜੋਗ ਕਮਾਵਾ। ਉਹ ਜਿਹੜੇ 7 ਪਰਬਤ ਨੇ ਉਹ ਨਿਰੇਪੁਰੇ ਪਰਬਤ ਨਹੀਂ। ਕਹਿੰਦੇ ਪਰਬਤਾਂ ਦੇ ਰੂਪ ਵਿੱਚ ਅੱਜ ਵੀ ਉੱਥੇ ਰਿਸ਼ੀ ਉਸ ਥਾਂ ਦੀ ਰਾਖੀ ਕਰ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਸਾਡੇ ਤੋਂ ਪਹਿਲਾਂ ਮਰ ਕਹਿੰਦੇ ਉਸ ਪਰਬਤ ਤੇ ਉਸ ਅਸਥਾਨ ਤੇ ਪਾਂਡਵਾਂ ਨੇ ਬੜੀ ਬੰਦਗੀ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪੰਡ ਰਾਜ ਜਹ ਜੋਗ ਕਮਾਵਾ। ਬੜਾ ਤਪ ਕੀਤਾ ਹੈ ਰੂਹਾਂ ਨੇ ਉਸ ਧਰਤੀ ਤੇ। ਮਹਾਰਾਜ ਕਹਿੰਦੇ ਤੇ ਉਸ ਧਰਤੀ ਤੇ ਉਹ 7 ਪਰਬਤ ਰਿਸ਼ੀ ਅੱਜ ਵੀ ਉਸ ਤਪੱਸਿਆ ਵਾਲੀ ਭੂਮੀ ਦੀ ਆਲੇ ਦੁਆਲੇ ਤੋਂ ਰਾਖੀ ਕਰ ਰਹੇ ਨੇ। ਤਹ ਹਮੇ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ। ਤੇ ਉਸੇ ਹੀ ਧਰਤੀ ਤੇ ਮਹਾਰਾਜ ਕਹਿੰਦੇ ਤੈ ਹਮੇ ਅਧਿਕ ਤਪੱਸਿਆ ਸਾਧੀ। ਉਸੇ ਧਰਤੀ ਤੇ ਅਸੀਂ ਵੀ ਬਹੁਤ ਜ਼ਿਆਦਾ ਤਪ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅਧਿਕ ਦਾ ਮਤਲਬ ਹੁੰਦਾ ਜ਼ਿਆਦਾ। ਮਹਾਕਾਲ ਕਾਲ ਕਾ ਆਰਾਧੀ। ਹੁਣ ਇੱਥੇ ਆ ਕੇ ਕਈ ਵਾਰੀ ਟਪਲਾ ਖਾ ਜਾਂਦੇ ਆ ਤੇ ਜਿਨ੍ਹਾਂ ਨੇ ਨਿੰਦਿਆ ਕਰਨੀ ਹੁੰਦੀ ਹੇਮਕੁੰਟ ਸਾਹਿਬ ਦੀ ਉਹ ਇਹ ਕਾਲਕਾ ਸ਼ਬਦ ਕਾਲੀ ਮਾਤਾ ਨਾਲ ਜੋੜ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵੀ ਮਹਾਰਾਜ ਕਹਿੰਦੇ ਅਸੀਂ ਕਾਲੀ ਮਾਤਾ ਦੀ ਉੱਥੇ ਆਰਾਧਨਾ ਕੀਤੀ। ਉਹ ਨਹੀਂ, ਕਾਲੀ ਮਾਤਾ ਦਾ ਅਰਥ ਨਹੀਂ ਹੈ, ਕਾਲਕਾ ਦਾ ਅਰਥ ਕਾਲੀ ਮਾਤਾ ਨਹੀਂ। ਪਹਿਲਾ ਬਚਨ ਵੀ ਪੜੋ ਨਾ, ਮਹਾਕਾਲ। ਮਹਾਕਾਲ ਕੌਣ ਹੈ? ਪਰਮਾਤਮਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਾਲ ਨੂੰ ਵੀ ਜਿਹੜਾ ਰੋਕਣ ਵਾਲਾ ਹੈ, ਕਾਲ ਤੇ ਵੀ ਜਿਹਦੀ ਜਿੱਤ ਹੈ, ਉਹ ਹੈ ਮਹਾਕਾਲ ਪਰਮਾਤਮਾ। ਕਾਲ ਕੀ ਹੈ? ਮੌਤ। ਮੌਤ ਤੋਂ ਕੋਈ ਨਹੀਂ ਜਿੱਤ ਸਕਦਾ। ਇੱਕ ਪਰਮਾਤਮਾ ਮੌਤ ਤੇ ਕਾਬੂ ਪਾ ਸਕਦਾ ਹੈ, ਉਹਦੇ ਹੁਕਮ ਵਿੱਚ ਹੈ। ਜਿਹੜਾ ਮਹਾਰਾਜ ਕਹਿੰਦੇ ਕਾਲ ਦਾ ਵੀ ਕਾਲ ਮਹਾਕਾਲ ਹੈ ਪਰਮਾਤਮਾ, ਮੈਂ ਉਹਦੀ ਆਰਾਧਨਾ ਕੀਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਥੇ ਕਾਲ ਦਾ ਮਹਾਕਾਲ ਪਰਮਾਤਮਾ ਅਰਥ ਆਵੇਗਾ। ਕਾਲ ਕਾ ਅਰਥ ਕਾਲੀ ਮਾਤਾ ਨਹੀਂ ਹੈਗੀ ਇੱਥੇ। ਕਦੇ ਭਗੌਤੀ ਸ਼ਬਦ ਲੈ ਕੇ ਮਾਤਾ ਨਾਲ ਜੋੜ ਦਿੰਦੇ ਨੇ। ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਇੱਥੇ ਭਗੌਤੀ ਸ਼੍ਰੀ ਸਾਹਿਬ ਨੂੰ ਕਿਹਾ। ਜਿਹੜਾ ਸ਼੍ਰੀ ਸਾਹਿਬ ਕਿਰਪਾਨ ਜਿਹਨੂੰ ਕਹਿੰਦੇ ਹੋ, ਇੱਕੋ ਦੇ ਹੀ ਨਾਮ ਨੇ। ਤਲਵਾਰ, ਕਿਰਪਾਨ, ਸ਼੍ਰੀ ਸਾਹਿਬ, ਪਰ ਕੰਮ ਦੇ ਹਿਸਾਬ ਨਾਲ ਨਾਮ ਲਿਆ ਜਾਂਦਾ ਹੈ। ਔਰੰਗਜ਼ੇਬ ਜਦੋਂ ਕਿਸੇ ਨਿਰਦੋਸ਼ ਤੇ ਵਾਰ ਕਰਦਾ ਸੀ, ਉਹ ਤਲਵਾਰ ਬਣ ਕੇ ਜ਼ੁਲਮ ਕਰਦੀ ਸੀ। ਤੇ ਉਹੀ ਸ਼੍ਰੀ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ 'ਚ ਆਈ ਤੇ ਉਹ ਕਿਰਪਾ ਕਿਰਪਾਨ ਬਣ ਕੇ ਕਰਦੀ ਹੈ। ਕਿਰਪਾਨ ਹੁੰਦਾ ਕਿਰਪਾ ਕਰਨ ਵਾਲੀ। ਭਗੌਤੀ ਕਹਿੰਦੇ ਨੇ ਸ਼੍ਰੀ ਸਾਹਿਬ ਨੂੰ, ਕਿਰਪਾਨ ਨੂੰ। ਭਗੌਤੀ ਇੱਥੇ ਮਾਤਾ ਨੂੰ ਨਹੀਂ ਕਿਹਾ ਮਹਾਰਾਜ ਨੇ ਅਰਦਾਸ ਵਿੱਚ। ਪ੍ਰਥਮ ਭਗੌਤੀ, ਸਭ ਤੋਂ ਪਹਿਲਾਂ। ਪ੍ਰਥਮ ਦਾ ਅਰਥ ਹੁੰਦਾ ਸਭ ਤੋਂ ਪਹਿਲਾਂ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਮਹਾਰਾਜ ਕਹਿੰਦੇ ਇਹੀ ਸਾਡੇ ਪੀਰ ਨੇ ਜਿਹੜੇ ਸ਼ਸਤਰ ਨੇ। ਕਹਿੰਦੇ ਨਹੀਂ ਹੁੰਦੇ ਆਪਾਂ ਕਈ ਵਾਰੀ ਪਿੰਡਾਂ ਦੀ ਕਹਾਵਤ ਹੈ, ਲੂਣ ਮਿਰਚ ਘੋਟਣੇ ਕੋ ਬੈਰੀ ਦਲ ਸੋਧਣੇ ਕੋ ਡੰਡਾ ਪ੍ਰਧਾਨ ਹੈ। ਬਲਦ ਕੇ ਚਰਾਵਨੇ ਕੋ ਬੰਦਰ ਕੇ ਨਚਾਵਨੇ ਕੋ ਡੰਡਾ ਪ੍ਰਧਾਨ ਹੈ। ਪਹਿਲਾਂ ਪ੍ਰੇਮ ਹੁੰਦਾ ਹੈ, ਸਾਮ, ਦਾਮ, ਦੰਡ, ਭੇਦ। ਮਹਾਰਾਜ ਕਹਿੰਦੇ ਪ੍ਰੇਮ ਨਾਲ ਬੇਨਤੀ ਕਰੋ, ਨਹੀਂ ਅਗਲਾ ਮੰਨਦਾ ਫਿਰ ਵੀ ਚੜਿਆ ਆਉਂਦਾ ਹੈ, ਫਿਰ ਡਾਂਗ ਚੱਕ ਕੇ ਗਿੱਟੇ ਭੰਨਣਾ ਵੀ ਧਰਮ ਹੀ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। 14 ਜੰਗਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ।
ਇਹ 18 ਜੰਗਾਂ ਗੁਰੂਆਂ ਦੀਆਂ ਨੇ। ਕਿਤੇ ਵੀ ਕਿਸੇ ਵੀ ਜੰਗ 'ਚ ਦਿਖਾਓ ਮਹਾਰਾਜ ਨੇ ਪਹਿਲ ਕੀਤੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਸੇ ਜੰਗ 'ਚ ਮਹਾਰਾਜ ਨੇ ਪਹਿਲ ਨਹੀਂ ਕੀਤੀ। ਤੇ ਦੂਜਾ 4 6ਵੇਂ ਪਾਤਸ਼ਾਹ ਦੀਆਂ ਤੇ 14 ਜੰਗਾਂ 10ਵੇਂ ਪਾਤਸ਼ਾਹ ਦੀਆਂ। ਇੱਕ ਵੀ ਜੰਗ ਆਪਣੇ ਫਾਇਦੇ ਲਈ ਨਹੀਂ, ਸੰਗਤ ਵਾਸਤੇ ਲੜੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆਪਣੀ ਵਿਚਾਰ ਤੇ ਆਓ। ਸੱਚੇ ਪਾਤਸ਼ਾਹ ਕਹਿੰਦੇ ਉਸ ਧਰਤੀ ਤੇ ਫਿਰ ਅਸੀਂ ਤਪ ਕੀਤਾ। ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਜਿੱਥੇ ਮਹਾਕਾਲ, ਕਾਲ ਦਾ ਵੀ ਕਾਲ, ਮਹਾਕਾਲ ਪਰਮਾਤਮਾ ਦੀ ਮੈਂ ਆਰਾਧਨਾ ਕੀਤੀ ਹੈ। ਇਹ ਬਿਦ ਕਰਤ ਤਪੱਸਿਆ ਭਇਓ ਦੁਵੈ ਤੇ ਇੱਕ ਰੂਪ ਹਵੇ ਗਇਓ। ਕਹਿੰਦੇ ਇਸ ਵਿਧੀ ਨਾਲ ਉੱਥੇ ਮੈਂ ਤਪ ਕੀਤਾ, ਇੰਨੀ ਰੀਝ ਤੇ ਇੰਨਾ ਤਪ ਘੋਰ ਕੀਤਾ ਕਿ ਮੈਂ ਤੇ ਮੇਰਾ ਪ੍ਰਮਾਤਮਾ ਇੱਕੋ ਹੀ ਰੂਪ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੀਂ ਦੋ ਨਹੀਂ ਰਹੇ। ਦੁਵੈ ਤੇ ਏਕ ਰੂਪ ਹਵੈ ਗਇਓ। ਇਸ ਵਿਧੀ ਨਾਲ ਮੈਂ ਤਪ ਕੀਤਾ, ਅਸੀਂ ਦੋ ਤੋਂ ਇੱਕੋ ਹੀ ਜੋਤ ਬਣ ਗਏ ਸਾਂ। ਤਾਤ ਮਾਤ ਮੁਰਿ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਦਾ। ਹੁਣ ਬਾਬੇ ਬਕਾਲੇ ਸਾਹਿਬ ਦੀ ਬੰਦਗੀ ਦਾ ਜ਼ਿਕਰ ਵੀ ਆਇਆ, ਮਹਾਰਾਜ ਨੇ ਆਪਣੇ ਜੀਵਨ ਵਿੱਚ ਕੀਤਾ। ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਦਾ। ਮੇਰੇ ਮਾਤਾ ਤੇ ਮੇਰੇ ਪਿਤਾ ਨੇ ਵੀ ਬੜਾ ਘੋਰ ਤਪ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। 26 ਸਾਲ 9 ਮਹੀਨੇ 13 ਦਿਨ 13 ਘੜੀਆਂ ਬਾਬਾ ਬਕਾਲਾ ਸਾਹਿਬ। ਮੈਂ ਵਿੱਚ ਨੂੰ ਬੇਨਤੀ ਕਰਨ ਲੱਗਾ ਸਾਂ, ਫਿਰ ਬੇਨਤੀ ਹੋਰ ਪਾਸੇ ਚਲੀ ਗਈ ਬਈ ਕਿਸੇ ਦੇ ਧੀ ਪੁੱਤ ਨਾ ਵਿਆਹ 'ਚ 1-2 ਸਾਲਾਂ ਵਿੱਚ ਹੋਵੇ ਤੇ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ। ਤੁਸੀਂ ਕਲਗੀਧਰ ਤੇ ਮਾਤਾ ਗੁਜਰ ਕੌਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਪੜ੍ਹੋ। ਮਾਤਾ ਗੁਜਰ ਕੌਰ ਜੀ ਦੇ ਵਿਆਹ ਤੋਂ 32 ਸਾਲ ਬਾਅਦ ਲਗਭਗ ਮਹਾਰਾਜ ਦਾ ਪ੍ਰਕਾਸ਼ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਨੂੰ 32 ਸਾਲ ਲਗਭਗ ਹੋ ਚੁੱਕੇ ਸੀ ਜਿੱਦਣ ਮਹਾਰਾਜ ਪ੍ਰਗਟ ਹੋਏ ਨੇ ਇਸ ਧਰਤੀ ਤੇ। ਤੇ ਕਹਿੰਦੇ ਮੇਰੇ ਮਾਤਾ ਪਿਤਾ ਦਾ ਤਪ ਇੰਨਾ ਜ਼ਿਆਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦਾ। ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ। ਫਿਰ ਜਿੰਨਾ ਤਪ ਮਾਂ ਪੇ ਦਾ ਹੋਵੇ, ਰੂਹ ਵੀ ਉਨੇ ਤਪ ਵਾਲੀ ਆਉਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਟੈਲੀਵਿਜ਼ਨ ਦੇਖਦੇ ਹੋ ਨਾ, 4 ਸਾਲ ਦਾ ਨਿਆਣਾ ਨੱਚਦਾ ਹੈ, 2 ਸਾਲ ਦਾ ਨਿਆਣਾ ਗਾਉਂਦਾ ਹੈ, 5 ਸਾਲ ਦਾ ਨਿਆਣਾ ਡਾਂਸ ਕੰਪੀਟੀਸ਼ਨ ਵਿੱਚ ਹਿੱਸਾ ਲੈਂਦਾ ਹੈ। ਨੱਚਣ ਵਾਲੇ ਕਿਉਂ ਜੰਮਣ ਲੱਗ ਪਏ ਹੁਣ? ਕਿਉਂਕਿ ਜਿੱਦਣ ਬੱਚਾ ਕੁੱਖ ਵਿੱਚ ਹੈ, ਮਾਂ ਉਦਣ ਵੀ ਨਾਟਕ ਹੀ ਦੇਖਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਮਾਫੀ ਮੰਗਦਾ, ਤੁਹਾਨੂੰ ਦੋਸ਼ ਨਹੀਂ ਦਿੰਦਾ, ਸਮਾਂ ਹੀ ਇਦਾਂ ਦਾ ਚੱਲ ਪਿਆ ਜੀ। ਜਿੱਦਾਂ ਦਾ ਗੁਣ ਮਾਂ ਪਿਓ 'ਚ ਹੋਵੇਗਾ, ਬੱਚੇ ਵਿੱਚ ਆਉਂਦਾ ਹੀ ਆਉਂਦਾ ਹੈ। ਉਹ ਸਾਡੇ ਘਰਾਂ 'ਚ ਦਾਦੀਆਂ ਹੋਣਗੀਆਂ, ਨਾਨੀਆਂ ਹੋਣਗੀਆਂ, ਪੁੱਛਿਓ ਕਦੇ, ਸਿਆਣੇ ਕੋਲ ਬੈਠਿਆ ਕਰੋ ਕਦੇ, ਬਜ਼ੁਰਗ ਕੋਲ, ਉਹ ਦੱਸਣਗੇ ਤੁਹਾਨੂੰ ਵੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਾਡੀਆਂ ਬੀਬੀਆਂ ਮਾਤਾਵਾਂ ਹੱਥੀਂ ਦੁੱਧ ਰਿੜਕਦੀਆਂ ਸੀ ਤੇ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀਆਂ, ਪ੍ਰਸ਼ਾਦਾ ਪਕਾਉਂਦੀਆਂ ਸੀ ਤੇ ਸਿਰ ਨੰਗਾ ਰੱਖ ਕੇ ਪ੍ਰਸ਼ਾਦਾ ਨਹੀਂ ਸੀ ਕਦੇ ਪਕਾਇਆ ਬੀਬੀਆਂ ਨੇ। ਤੇ ਜਦੋਂ ਵੀ ਦੁੱਧ ਰਿੜਕਣਾ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਰਹਿਣਾ। ਫਸਲ ਬੀਜਣ ਲੱਗਿਆਂ, ਫਸਲ ਵੱਢਣ ਲੱਗਿਆਂ ਗੁਰੂ ਦੇ ਅੱਗੇ ਅਰਦਾਸ ਹੁੰਦੀ ਸੀ। ਇੱਕ ਬੇਨਤੀ ਹੋਰ ਸੁਣੋ, ਜਦੋਂ ਹਾੜੀ ਸੌਣੀ ਘਰ ਵਿੱਚ ਆਉਣੀ, ਦਾਣੇ ਘਰ ਵਿੱਚ ਆਉਣੇ, ਤੇ ਬਜ਼ੁਰਗਾਂ ਨੇ ਪਹਿਲਾ ਪੀਪਾ ਪਾ ਕੇ, ਪਹਿਲਾ ਪੀਪਾ ਬੋਰੇ 'ਚ ਪਾ ਕੇ ਕਹਿਣਾ, ਢੇਰੀ 'ਚ ਲਾ ਕੇ ਕਹਿਣਾ ਬਰਕਤਾ। ਅੱਜ ਕੌਣ ਕਹਿੰਦਾ ਜੀ? ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਤਾਂ ਆਪਾਂ ਆਪੇ ਹੀ ਕਹਿੰਦੇ ਮੈਂ ਕਣਕ ਸਿੱਟਣ ਚੱਲਾਂ। ਸਿੱਟਣ ਵਾਲਾ ਸ਼ਬਦ ਹੀ ਵਰਤਦੇ ਹੋ, ਕਣਕ ਸਿੱਟਣ ਚੱਲੇ, ਝੋਨਾ ਸਿੱਟਣ ਚੱਲੇ। ਕਹਿੰਦਾ ਤਾਂ ਕੋਈ ਹੈ ਹੀ ਨਹੀਂ ਵੀ ਮੰਡੀ ਚੱਲੇ ਆ ਜਾਂ ਵੇਚਣ ਚੱਲੇ, ਸਿੱਟਣ ਚੱਲੇ ਆ ਜੀ। ਹਾਲਾਤ ਵੀ ਸਿੱਟਣ ਵਾਲੇ ਹੀ ਹੈ, ਸਿੱਟਣ ਚੱਲੇ ਆ ਜੀ। ਹੁਣ ਪਹਿਲੇ ਪੀਪੇ ਤੇ ਕਹਿਣਾ ਬਰਕਤਾ, ਫਿਰ ਦੂਆ ਤੀਆ ਚੌਥਾ, 5ਵੇਂ ਪੀਪੇ ਤੇ ਕਹਿ ਦੇਣਾ ਰੱਬਾ ਬਹੁਤਾ, ਬਹੁਤ ਦੇ ਦਿੱਤਾ ਤੂੰ ਸਾਨੂੰ। 5 ਪੀਪਿਆਂ ਤੇ ਹੀ ਬਹੁਤਾ ਕਹਿ ਦਿੰਦੇ ਸੀ, ਐਡਾ ਸਬਰ ਸੀ ਜੀ। ਹੁਣ 250 ਕਿੱਲਾ ਕਮਾਦ ਦਾ ਹੈ, ਕਿਸ਼ਤਾਂ ਲੈਣ ਵਾਲੇ ਮਗਰ ਮਗਰ ਘੁੰਮਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿੱਥੇ ਗਈਆਂ ਬਰਕਤਾਂ? ਕਿਉਂ ਹੈ ਨਹੀਂ ਬਰਕਤ? ਅੱਜ
ਸਾਡੇ ਘਰ ਵਿੱਚ ਜਦੋਂ ਫੁਲਕਾ ਪ੍ਰਸ਼ਾਦਾ ਪੱਕਦਾ ਸੀ, ਪਹਿਲੇ 2 ਪ੍ਰਸ਼ਾਦੇ ਜਾਂ ਪੰਛੀਆਂ ਲਈ ਜਾਂ ਦਰਵੇਸ਼ ਲਈ ਪੱਕਦੇ ਸੀ, ਜਾਂ ਕੁੱਤੇ ਲਈ, ਜਿਹਨੂੰ ਕੁੱਤਾ ਕਹਿੰਦੇ ਹੋ। ਦੱਸੋ ਤਾਂ ਅੱਜ ਕਿਤੇ ਪੱਕਦਾ? ਬਹੁਤ ਵਿਰਲੇ ਘਰ ਹੋਣਗੇ। ਅੱਜ ਤੇ ਅਗਲਾ ਪਹਿਲਾਂ ਹੀ ਪੁੱਛ ਲੈਂਦਾ ਤੂੰ ਕਿੰਨੀਆਂ ਖਾਣੀਆਂ, ਤੂੰ ਕਿੰਨੀਆਂ ਖਾਣੀਆਂ, 2 ਖਾਣੀਆਂ, ਨਾਲ ਦੀ ਨਾਲ ਹੀ ਪੱਕਦੀ ਹੈ ਵੀ ਵਾਧੂ ਨਾ ਰਵੇ ਕੁਛ। ਬਰਕਤ ਕਿੱਥੋਂ ਰਹੇਗੀ ਘਰਾਂ ਦੇ ਵਿੱਚ? ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਲ ਨਾਲ ਇਹਨਾਂ ਚੀਜ਼ਾਂ ਤੇ ਗੌਰ ਕਰੋ ਤੁਸੀਂ। ਤੇ ਭੈਣੋ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਦੋਂ ਘਰ 'ਚ ਪ੍ਰਸ਼ਾਦਾ ਪਕਾਓ, ਦਾਲ ਸਬਜ਼ੀ ਬਣਾਓ, ਇਹ ਤਾਂ ਮਹਿਕਮਾ ਤੁਹਾਡਾ ਹੀ ਹੈ ਨਾ। ਉਹ ਦਾਲ ਸਬਜ਼ੀ ਬਣਾਉਂਦੇ ਆ, ਫੁਲਕਾ ਬਣਾਉਂਦੇ ਆ, ਮੂਲ ਮੰਤਰ ਦਾ ਜਾਪ ਕਰੀ ਚੱਲਿਆ ਕਰੋ। ਘਰਾਂ ਦੇ ਵਿੱਚ ਖਿਜੂ ਖਿਜੂ ਹੁੰਦੀ ਹੈ, ਘਰ ਲੜਦੇ ਰਹਿੰਦੇ ਨੇ, ਆਪਸੀ ਬਣਦੀ ਕਿਸੇ ਦੀ ਨਹੀਂ। ਤੁਸੀਂ 6 ਮਹੀਨੇ ਗੁਰੂ ਦੀ ਕਿਰਪਾ ਨਾਲ ਜਾਪ ਕਰਕੇ ਪ੍ਰਸ਼ਾਦਾ ਪਕਾਓ, ਛਕਣ ਵਾਲਿਆਂ ਦੇ ਅੰਦਰ ਵੀ ਉਹੀ ਰਸ ਤੇ ਉਹੀ ਪ੍ਰੇਮ ਪੈਦਾ ਹੋਏਗਾ। ਜਿਹੋ ਜਿਹਾ ਅੰਨ ਮਨ ਵੀ ਉਹੋ ਜਿਹਾ ਹੋ ਜਾਂਦਾ। ਅੱਜ ਜਿੱਦਾਂ ਦਾ ਬਾਹਰੋਂ ਅਸੀਂ ਖਾਂਦੇ ਆ, ਉਦਾਂ ਦਾ ਮਨ 'ਚ ਵਿਕਾਰ ਚੱਲਦੇ ਨੇ। ਸ਼੍ਰੀ ਰਾਗ ਦੇ ਅੰਦਰ ਪੜੋ ਬਾਣੀ 'ਚ, ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੇ ਚੱਲੇ ਬੇਕਾਰ। ਇਦਾਂ ਦਾ ਖਾਣਾ ਨਾ ਖਾਓ ਜਿਹਨੂੰ ਖਾਣ ਨਾਲ ਮਨ 'ਚ ਵਿਕਾਰ ਪੈਦਾ ਹੋ ਜਾਣ। ਜਿਤ ਮੱਧ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ। ਇਦਾਂ ਦੀ ਕੋਈ ਚੀਜ਼ ਨਾ ਪੀਓ ਜਿਹਨੂੰ ਪੀਣ ਦੇ ਨਾਲ ਮਨ 'ਚ ਵਿਕਾਰ ਪੈਦਾ ਹੋ ਜਾਣ। ਸੋਫੀ ਬੰਦੇ ਨੂੰ ਕਹੋ ਚੀਕ ਮਾਰ ਗਲੀ 'ਚ ਖੜਾ ਹੋ ਕੇ ਕਹੇਗਾ ਨਹੀਂ, ਜਿੱਦਾਂ ਦੀ ਇੱਜ਼ਤ ਮੇਰੀ ਹੈ ਉਦਾਂ ਦੀ ਬਾਕੀਆਂ ਦੀ ਹੈ। ਤਾਂ ਇੱਥੇ ਲਾਣ ਪੀਤੀ ਹੋਵੇ ਰੋਕੋ, ਅਗਲਾ ਹੋਰ ਜ਼ਿਆਦੀਆਂ ਮਾਰਦਾ, ਫਿਰ ਉੱਥੇ ਅਕਲ ਕਿੱਥੇ ਰਹਿ ਗਈ ਜੀ? ਇਹ ਮੈਂ ਨਹੀਂ ਕਹਿ ਰਿਹਾ, ਗੁਰਬਾਣੀ 'ਚੋਂ ਪੜੋ। ਮਹਾਰਾਜ ਕਹਿੰਦੇ ਮਾਨਸ ਭਰੇ ਇਹ ਆਨਿਆ, ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ। ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਕਹਿੰਦੇ ਫਿਰ ਜਦੋਂ ਉਹ ਮੱਧ ਪੀ ਲੈਂਦਾ ਨਾ, ਜਦੋਂ ਸ਼ਰਾਬ ਪੀ ਲੈਂਦਾ ਬੰਦਾ, ਉਹਦੀ ਬੁੱਧੀ 'ਚ ਬੁੱਧੀ ਨਹੀਂ ਰਹਿੰਦੀ, ਉਹਨੂੰ ਆਪਣੇ ਪਰਾਏ ਦੀ ਵੀ ਪਛਾਣ ਨਹੀਂ ਰਹਿੰਦੀ ਵੀ ਕਿਹਨੂੰ ਗਾਲਾਂ ਕੱਢਣੀਆਂ ਕਿਹਨੂੰ ਨਹੀਂ। ਨਿਆਣੇ ਮੋਹਰੇ ਆਉਂਦੇ ਨੇ, ਉਹਨਾਂ ਦੀ ਮਿੱਟੀ ਝਾੜ ਦਿੰਦਾ ਐਵੇਂ ਬਿਨਾਂ ਮਤਲਬ ਤੋਂ ਹੀ। ਪਤਾ ਹੀ ਨਿਆਣੇ ਵੀ ਵਿਚਾਰੇ ਖੂੰਜੇ ਹੀ ਲੱਗ ਜਾਂਦੇ ਨੇ ਵੀ ਆ ਗਿਆ ਪੀ ਕੇ। ਫਿਰ ਤੇ ਜੇ ਕਿਤੇ ਆਉਂਦਾ ਬੱਚਿਆਂ ਲਈ ਕਿਤੇ ਕਿਲੋ ਸੇਬ ਲੈ ਆਵੇ, ਰੋਜ਼ ਕਦੇ ਕੋਈ ਫਰੂਟ ਲੈ ਆਵੇ, ਨਾਲੇ ਨਿਆਣੇ ਬੂਹੇ 'ਚ ਖੜ ਕੇ ਢੀਕਣ ਵੀ ਬਾਪੂ ਆਉਣ ਵਾਲਾ ਹੈ। ਬਰਕਤ ਕਿਵੇਂ ਰਵੇ ਘਰਾਂ ਦੇ ਵਿੱਚ? ਕਰਤੂਤਾਂ ਹੀ ਸਾਡੀਆਂ ਮਾੜੀਆਂ ਨੇ। ਦਾਸ ਪਹਿਲੀ ਵਾਰੀ ਦਰਸ਼ਨ ਕਰ ਰਿਹਾ, ਭਾਈ ਨਰਵੈਰ ਸਿੰਘ ਜੀ ਨੇ ਹੁਕਮ ਲਾ ਕੇ ਤੁਹਾਡੇ ਦਰਸ਼ਨ ਕਰਾਏ ਨੇ। ਤੇ ਪਿਆਰਿਓ, ਪਹਿਲੀ ਵਾਰੀ ਆਪ ਜੀ ਦੇ ਇੱਥੇ ਕੁਟੀ ਸਾਹਿਬ ਮਹਾਂਪੁਰਸ਼ਾਂ ਦੇ ਤੇ ਕਾਫੀ ਵਾਰੀ ਹਾਜ਼ਰੀ ਭਰੀ ਹੈ ਸਿੰਧੜ ਨਗਰ ਦੇ ਵਿੱਚ। ਤੋਂ ਭਾਈ ਨਰਵੈਰ ਸਿੰਘ ਹੋਣੀ ਸਾਨੂੰ ਢੰਡੋਵਾਲ ਨਗਰ ਮਹਾਂਪੁਰਖਾਂ ਦੇ ਅਸਥਾਨ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਉੱਥੇ ਮਿਲਦੇ ਰਹਿੰਦੇ ਨੇ। ਇਹਨਾਂ ਨੇ ਹੁਕਮ ਲਾਇਆ ਤੁਹਾਡੇ ਦਰਸ਼ਨ ਕਰਨ ਲਈ। ਤੋਂ ਬੇਨਤੀ ਇਹ ਹੈ, ਜੇ ਕੁਝ ਸਿੱਧਾ ਜਿਹਾ ਬੋਲਿਆ ਜਾਵੇ ਗੁੱਸਾ ਨਾ ਮਨਾਇਓ। ਆਪਣੀ ਦੁਆਬੇ ਵਾਲਿਆਂ ਦੀ ਬੋਲੀ ਇਦਾਂ ਦੀ ਹੁੰਦੀ ਹੈ। ਪਰ ਮਨ ਮਤ ਕੁਛ ਨਹੀਂ ਕਹੂੰਗਾ, ਜੋ ਕਹਾਂਗਾ ਗੁਰਮਤ ਤੇ ਢੁਕਦਾ ਹੀ ਕਹਾਂਗਾ। ਇਹ ਸਾਡੇ ਘਰਾਂ 'ਚ ਕੰਮ ਹੋ ਰਹੇ ਨੇ ਅੱਜ, ਇਹ ਤਰੁੱਟੀਆਂ ਨੇ ਸਾਡੇ ਘਰਾਂ ਦੇ ਵਿੱਚ। ਪ੍ਰਸ਼ਾਦਾ ਪਕਾਉਂਦੇ ਗੁਰੂ ਦੇ ਨਾਮ ਨਾਲ ਜੁੜੋ, ਸਿਮਰਨ ਕਰੋ। ਨਹੀਂ ਤੇ ਇਦਾਂ ਨਾ ਹੋਵੇ ਵੀ ਰਸੋਈ 'ਚ ਨਾਲੇ ਖੜੇ ਫੁਲਕਾ ਪੱਕਦਾ ਰਵੇ, ਨਾਲੇ ਬਾਹਰਲੇ ਪਾਸੇ ਸਕਰੀਨ ਲੱਗੀ ਬੰਦਾ ਨਾਟਕ ਦੇਖੀ ਜਾਵੇ ਜੀ। ਉਹੀ ਭਾਵਨਾ ਖਾਣ ਵਾਲੇ ਦੇ ਅੰਦਰ ਦੀ ਬਣ ਜਾਂਦੀ ਹੈ, ਉਦਾਂ ਦੇ ਕਰਮ ਬੰਦੇ ਦੇ ਅੰਦਰ ਬਣ ਜਾਂਦੇ ਨੇ। ਤੋ ਇਸ ਕਰਕੇ ਗੁਰਦੁਆਰਿਆਂ 'ਚ ਵੀ ਜਦੋਂ ਪ੍ਰਸ਼ਾਦੇ ਪੱਕਦੇ ਸੀ ਤਾਂ ਹੀ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਸੀ। ਚਲੋ ਮੈਂ ਹੁਣ ਫੁਲਕਿਆਂ ਦੀ ਪ੍ਰਸ਼ਾਦਿਆਂ ਦੀ ਗੱਲ ਚੱਲ ਪਈ, ਉਹ ਵੀ ਕਰ ਹੀ ਦਿੰਦਾ। ਅੱਜ ਕੱਲ੍ਹ ਸਾਡੇ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਨੇ, ਕਦੇ ਖੁਸ਼ੀ ਦਾ, ਕਦੇ ਗਮੀ ਦਾ, ਕਦੇ ਸ਼ੁਕਰਾਨੇ ਦਾ। ਅੱਜ ਕੱਲ੍ਹ ਅਸੀਂ ਉੱਕਾ ਪੁੱਕਾ ਠੇਕਾ ਮਾਰਨ ਲੱਗ ਗਏ, ਬਣਾਉਣ ਵਾਲਿਆਂ ਨਾਲ, ਵਰਤਾਉਣ ਵਾਲਿਆਂ ਦੇ ਨਾਲ। ਅੱਜ ਸਿੱਖ ਦੇ ਹੱਥ 'ਚ ਨਾ ਸੇਵਾ ਰਹੀ ਨਾ ਸਿਮਰਨ ਰਿਹਾ। ਬਹਿਰੇ ਹਲਵਾਈ ਬਣਾਉਣਗੇ, ਰੋਟੀਆਂ ਪਕਾਉਣਗੇ, ਬਹਿਰੇ ਵਰਤਾਉਣਗੇ, ਲਾਗੀ ਭਾਂਡੇ ਮਾਂਜਣਗੇ। ਆਪਾਂ 3 ਦਿਨ ਪ੍ਰਾਹੁਣੇ ਹੀ ਸਾਹਮਣੇ, ਅਸੀਂ ਨਾ ਬਾਣੀ ਸੁਣਨੀ ਨਾ ਸੇਵਾ ਕਰਨੀ। ਇੱਕ ਬੇਨਤੀ ਹੋਰ ਕਰਾਂਗਾ, ਜਿਹੜੇ ਤੁਹਾਡੇ ਘਰ 'ਚ ਪ੍ਰਸ਼ਾਦੇ ਪਕਾ ਰਹੇ ਨੇ ਵਿਆਹਾਂ ਭੋਗਾਂ ਤੇ, ਕਦੇ ਦੇਖਿਆ ਤੁਸੀਂ ਵੀ ਇਹਨੇ ਸਿਗਰਟ ਪੀਤੀ ਹੈ ਕਿ ਤੰਬਾਕੂ ਖਾਧਾ ਹੈ? ਉਦਾਂ ਹੀ ਥਾਲ ਭਰ ਕੇ ਲਿਆ ਕੇ ਮਹਾਰਾਜ ਮੋਹਰੇ ਰੱਖ ਦਿੰਦੇ ਹੋ, ਬਾਬਾ ਲਾ ਭੋਗ। ਵੀ ਬਾਬਾ ਲਾਵੇ ਨਾ ਲਾਵੇ, ਅਸੀਂ ਤਾਂ ਬਾਅਦ 'ਚ ਲਾ ਹੀ ਦੇਣਾ, ਸਾਨੂੰ ਪਤਾ ਹੀ ਹੈ। ਕੀ ਸਾਨੂੰ ਪਤਾ ਹੈ ਵੀ ਜੇ ਇਹਨੇ ਲੰਗਰ ਬਣਾਇਆ ਉਹਨੂੰ ਸੁਚਮਤਾ ਰੱਖੀ ਕਿ ਨਹੀਂ ਰੱਖੀ? ਕੀ ਪਤਾ ਉਹ ਇੱਥੇ ਲੰਗਰ ਪੱਕਦਾ, ਬਾਹਰ ਜਾ ਕੇ ਉਹ ਬੀੜੀ ਪੀ ਕੇ ਫੇਰ ਆ ਕੇ ਲੱਪਿਆ ਜੀ। ਉਹ ਇਸ਼ਨਾਨ ਵੀ ਕਰਕੇ ਆਇਆ ਕਿ ਨਹੀਂ ਜੇ ਇਹਨੇ ਲੰਗਰ ਬਣਾਇਆ? ਜਦੋਂ ਵਿਆਹਾਂ ਭੋਗਾਂ ਤੇ ਤੁਸੀਂ ਠੇਕੇ ਮਾਰਦੇ ਹੋ, ਮੈਂ ਉਹ ਬਚਨ ਕਰਦਾ ਤੁਹਾਡੇ ਨਾਲ।
ਹਾਂ ਜੇ ਇੰਨਾ ਲੰਗਰ ਨਹੀਂ ਪੱਕਦਾ ਨਾ ਘਰਾਂ 'ਚ, ਕਮ ਸੇ ਕਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣ ਲਈ ਘਰ 'ਚ 11 ਪ੍ਰਸ਼ਾਦੇ 7 ਪ੍ਰਸ਼ਾਦੇ ਆਪ ਤਿਆਰ ਕਰ ਲਓ, ਸਾਦੀ ਦਾਲ ਸਬਜ਼ੀ ਤਿਆਰ ਕਰ ਲਓ ਤੇ ਮਹਾਰਾਜ ਅੱਗੇ ਭੋਗ ਲਵਾ ਲਿਆ ਕਰੋ ਆਪ। ਉਹ ਸੁਚਮਤਾ ਬਿਲਕੁਲ ਨਹੀਂ ਹੈਗੀ ਜਿਹੜਾ ਭੋਗ ਅਸੀਂ ਲਵਾਉਨੇ ਆ ਮਹਾਰਾਜ ਨੂੰ। ਅੱਜ ਦਿਨ ਪ੍ਰਤੀ ਦਿਨ ਅਸੀਂ ਆਪਣੇ ਗੁਰੂ ਤੋਂ ਇੰਨਾ ਮੁਨਕਰ ਹੁੰਨੇ ਜਾਂਦੇ ਆ, ਜਿਹੜੇ ਥਰਮੋਕੋਲ ਦੀਆਂ ਕੌਲੀਆਂ 'ਚ ਆਪ ਖਾਈਦਾ ਉਹੀ ਲਿਆ ਕੇ ਬਾਬੇ ਮੋਹਰੇ ਰੱਖ ਦੀਆਂ ਦਾਲਾਂ ਪਾ ਕੇ ਵੀ ਮਹਾਰਾਜ ਭੋਗ ਲਾਓ। ਹੁਣ ਇਹ ਕਰਤੂਤ ਬਣਦੀ ਹੈ ਸਾਡੀ ਇਹ ਕੰਮ ਕਰਨ ਦੀ? ਕਦੇ ਜ਼ਿੰਦਗੀ 'ਚ ਸੋਚਿਆ ਇਹਨਾਂ ਗੱਲਾਂ ਨੂੰ? ਇਸ ਕਰਕੇ ਮਰਿਆਦਾ ਅਸੀਂ ਘਟਾ ਰਹੇ ਹਾਂ, ਗੁਰੂ ਦਾ ਸਤਿਕਾਰ ਅਸੀਂ ਘਟਾ ਰਹੇ ਹਾਂ। ਕੋਈ ਮੁਸਲਮਾਨ ਨਹੀਂ ਰੋਕਦਾ ਆ ਕੇ ਵੀ ਤੁਸੀਂ ਭੋਗ ਥਰਮੋਕੋਲ ਦੀਆਂ ਕੌਲੀਆਂ 'ਚ ਹੀ ਲਵਾ ਦਿਓ ਜੀ। ਤੇ ਇੱਥੇ ਸਾਡੇ 'ਚ ਐਸਾ ਤਬਕਾ ਵੀ ਪੈਦਾ ਹੋ ਗਿਆ, ਕਹਿੰਦੇ ਮਹਾਰਾਜ ਨੂੰ ਭੋਗ ਲੱਗਦਾ ਹੀ ਨਹੀਂ, ਭੋਗ ਲਵਾਉਣ ਦੀ ਕੀ ਲੋੜ ਹੈ, ਸ਼੍ਰੀ ਸਾਹਿਬ ਭੇਟ ਕਰਨ ਦੀ ਕੀ ਲੋੜ ਹੈ। ਉਹ ਇੱਕੋ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਗ੍ਰੰਥ ਨੇ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਵੀ ਮੰਨਦੀ ਹੈ ਵੀ ਇਹਨਾਂ ਦੇ ਨਾਮ ਜ਼ਮੀਨ ਲੱਗ ਸਕਦੀ ਹੈ ਤੇ ਲੱਗਦੀ ਵੀ ਹੈ। ਤੇ ਜ਼ਮੀਨ ਉਹਦੇ ਨਾਂ ਹੀ ਹੁੰਦੀ ਹੈ ਜਿਹੜਾ ਜਾਗਦਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਪ੍ਰਾਪਰਟੀ ਲੱਗ ਸਕਦੀ ਤੇ ਭੋਗ ਨਹੀਂ ਲੱਗ ਸਕਦਾ ਮਹਾਰਾਜ ਨੂੰ? ਤੇਰੀ ਭਾਵਨਾ ਚਾਹੀਦੀ ਹੈ, ਭਾਵਨਾ ਨਹੀਂ ਹੈ ਨਾ। ਸਤਿਗੁਰ ਬੋਲਦਾ ਵੀ ਹੈ, ਸਤਿਗੁਰ ਸੁਣਦਾ ਵੀ ਹੈ, ਤੇ ਸਤਿਗੁਰ ਸਾਡੇ ਨਾਲ ਗੱਲਾਂ ਵੀ ਕਰਦਾ ਜੇ ਸਾਡੀ ਭਾਵਨਾ ਹੋਵੇ। ਪੜ੍ਹਿਓ ਕਿਤੇ ਜੀਵਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦਾ। ਉਹ ਜਦੋਂ ਵੀ ਕਿਤੇ ਜਾਂਦੇ ਸੀ ਨਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦੇ ਸੀ, ਫਿਰ ਜਾਂਦੇ ਸੀ। ਜੇ ਤੇ ਮਹਾਰਾਜ ਨੇ ਆਗਿਆ ਦੇਤੀ ਵੀ ਜਾਓ ਤੇ ਜਾਣਾ, ਨਹੀਂ ਤੇ ਨਹੀਂ ਜਾਂਦੇ ਸੀ। ਉਹ ਭਾਵੇਂ ਵਿਦੇਸ਼ ਜਾਣਾ ਹੁੰਦਾ ਸੀ, ਪਰਚੀਆਂ ਪਾਉਂਦੇ ਹੁੰਦੇ ਸੀ ਅੱਗੇ, ਜਿਹੜੀ ਪਰਚੀ ਅੱਗੇ ਆ ਗਈ ਉਹ ਸੱਤ ਕਰਕੇ ਮੰਨਣਾ ਵੀ ਮਹਾਰਾਜ ਦਾ ਹੁਕਮ ਹੈ। ਜੇ ਜਾਣਾ ਤਾਂ ਵੀ, ਜੇ ਨਹੀਂ ਜਾਣਾ ਤਾਂ ਵੀ ਮੰਨ ਲੈਣਾ। ਇਹ ਨਹੀਂ ਵੀ ਦੁਬਾਰਾ ਸਿੱਟ ਲਓ ਵੀ ਸ਼ਾਇਦ ਜਾਣ ਵਾਲੀ ਪਰਚੀ ਮੋਹਰੇ ਆ ਜੂ। ਭਰੋਸਾ ਹੁੰਦਾ ਹੈ ਨਾ। ਭਾਈ ਮਨੀ ਸਿੰਘ ਨੇ ਭਰੋਸਾ ਹੀ ਕੀਤਾ ਸੀ ਜਦੋਂ 2 ਬੰਦਈ ਤੇ ਤੱਤ ਖਾਲਸੇ 'ਚ ਲੜਾਈ ਪੈ ਗਈ ਵੀ ਦਰਬਾਰ ਸਾਹਿਬ ਤੇ ਸਾਡੀ ਸੇਵਾ ਹੋਊਗੀ। ਤੇ ਭਾਈ ਮਨੀ ਸਿੰਘ ਨੇ 2 ਪਰਚੀਆਂ ਲਿਖ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ 'ਚ ਪਾਈਆਂ ਸੀ ਵੀ ਜਿਹੜੀ ਪਰਚੀ ਉੱਪਰ ਆ ਗਈ ਉਹੀ ਸੇਵਾ ਸੰਭਾਲਣਗੇ। ਤੇ ਫਿਰ ਤੱਤ ਖਾਲਸਾ ਦੀ ਪਰਚੀ ਉੱਪਰ ਆਈ ਜਿਹਦੇ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦਈ ਖਾਲਸਾ ਵਾਲੇ ਜਿਨ੍ਹਾਂ ਨੇ ਫਤਿਹ ਦਰਸ਼ਨ ਨਾਰਾ ਰੱਖਿਆ ਸੀ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਤੇ ਕੁਝ ਕੁ ਵਿੱਚ ਰਲ ਗਏ ਮਾਫੀ ਮੰਗ ਕੇ। ਇੰਨਾ ਭਰੋਸਾ ਹੋਣਾ ਚਾਹੀਦਾ ਗੁਰੂ ਤੇ। ਅਸੀਂ ਅਰਦਾਸ ਵੀ ਕਰਾ ਲੈਨੇ ਆ, ਜੋੜੇ ਪਾਉਂਦੇ ਵੀ ਕਹੀ ਜਾਂਦੇ, ਪਤਾ ਨਹੀਂ ਪੂਰੀ ਹੋਣੀ ਕਿ ਨਹੀਂ ਹੋਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਪਹਿਲਾਂ ਹੀ ਮਨ 'ਚ ਇਹ ਚੀਜ਼ਾਂ ਲਈ ਫਿਰਦਾ ਫਿਰ ਪੂਰੀ ਕੀ ਹੋਣੀ ਹੈ? ਭਰੋਸਾ ਹੋਵੇ ਵੀ ਮੈਂ ਅਰਦਾਸ ਕੀਤੀ, ਮੇਰੇ ਗੁਰੂ ਨੇ ਸਾਹਮਣੇ ਖੜ ਕੇ ਸੁਣੀ ਤੇ ਮੇਰਾ ਗੁਰੂ ਪੂਰਾ ਵੀ ਕਰੇਗਾ ਜਦੋਂ ਗੁਰਮਤ ਦੇ ਲਹਿਜੇ 'ਚ ਹੋਵੇ। ਉਹ ਨਹੀਂ ਪੂਰੀ ਕਰੂਗਾ ਜੇ ਤੁਸੀਂ ਕਹੀ ਜਾਓ ਮਹਾਰਾਜ ਗਵਾਂਢੀ ਦਾ ਬੇੜਾ ਬਿਠਾ ਦੇ, ਉਹ ਨਹੀਂ ਹੋਣਾ। ਮਹਾਰਾਜ ਉਹੀ ਅਰਦਾਸ ਪੂਰੀ ਕਰੂ ਜਿਹੜੀ ਮਹਾਰਾਜ ਨੂੰ ਭਾਉਂਦੀ ਹੈ। ਕਿਸੇ ਦਾ ਬੁਰਾ ਨਹੀਂ ਮਹਾਰਾਜ ਕਰਦੇ, ਇਹ ਕਿਸੇ ਦਾ ਬੁਰਾ ਤੱਕ ਕੇ ਉਹ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ। ਤੋ ਇਸ ਕਰਕੇ ਆਪਣੇ ਆਪ ਨੂੰ ਜੀਵਨ ਦੇ ਵਿੱਚ ਸੁਧਾਰ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਦੇਖੋ ਕਿੱਡੇ ਕਿੱਡੇ ਗੁਣ ਮਹਾਰਾਜ ਨੇ ਸਾਨੂੰ ਦਿੱਤੇ। ਮਹਾਰਾਜ ਕਹਿੰਦੇ ਉਸ ਧਰਤੀ ਤੇ ਮੇਰੇ ਮਾਤਾ ਪਿਤਾ ਨੇ ਜਦੋਂ ਤਪ ਕੀਤਾ, ਉਹਨਾਂ ਨੇ ਕਠਨ ਤਪੱਸਿਆ ਕੀਤੀ ਤੇ ਮੇਰੇ ਮਾਤਾ ਪਿਤਾ ਦੇ ਕੀਤੇ ਤਪ ਤੋਂ ਅਕਾਲ ਪੁਰਖ ਖੁਸ਼ ਹੋਇਆ ਹੈ। ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਪਏ ਪ੍ਰਸੰਨ ਗੁਰਦੇਵਾ। ਤੇ ਮੇਰੇ ਮਾਤਾ ਪਿਤਾ ਨੇ ਜਿਹੜੀ ਅਕਾਲ ਪੁਰਖ ਦੀ ਸੇਵਾ ਤੇ ਤਪ ਕੀਤਾ ਉਹਦੇ ਤੋਂ ਅਕਾਲ ਪੁਰਖ ਜੀ ਖੁਸ਼ ਹੋਏ। ਤੇ ਮੇਰੇ ਮਾਤਾ ਪਿਤਾ ਦੇ ਤਪ ਤੋਂ ਖੁਸ਼ ਹੋ ਕੇ ਪ੍ਰਮਾਤਮਾ ਨੇ ਫਿਰ ਕੀ ਕਿਰਪਾ ਕੀਤੀ? ਅਗਲੀ ਪੰਕਤੀ ਵਿੱਚ ਸੁਣੋ ਜੀ। ਤਿਨ ਪ੍ਰਭ ਜਬ ਆਇਸ ਮੋਹ ਦਿਆ, ਤਬ ਹਮ ਜਨਮ ਕਲੂ ਮਹਿ ਲਿਆ। ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਜਦੋਂ ਮੇਰੇ ਮਾਤਾ ਪਿਤਾ ਦੀ ਬੰਦਗੀ ਤੋਂ ਅਕਾਲ ਪੁਰਖ ਖੁਸ਼ ਹੋਇਆ ਨਾ, ਫਿਰ ਅਕਾਲ ਪੁਰਖ ਜੀ ਨੇ ਮਾਂ ਪੇ ਦੀ ਬੰਦਗੀ ਦੇਖ ਕੇ ਮੈਨੂੰ ਆ ਕੇ ਹੁਕਮ ਕੀਤਾ ਵੀ ਜਿੰਨੀ ਉਹਨਾਂ ਦੀ ਬੰਦਗੀ ਤੇ ਤਪ ਹੈ, ਦੁਸ਼ਟ ਦਮਨ ਜੀ ਤੁਸੀਂ ਧਰਤੀ ਤੇ ਜਾਓ, ਮਾਂ ਗੁਜਰੀ ਦੀ ਕੁੱਖ ਤੋਂ ਰੂਪ ਧਾਰ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹਨਾਂ ਦੇ ਤਪ ਕਰਕੇ ਮੈਨੂੰ ਇਸ ਧਰਤੀ ਤੇ ਆਉਣਾ ਪਿਆ।
ਕਿਉਂਕਿ ਉਹਨਾਂ ਦੇ ਤਪ ਦੇ ਬਰਾਬਰ ਕੋਈ ਰੂਹ ਹੀ ਹੈ ਨਹੀਂ ਸੀ ਜੀ। ਅਕਾਲ ਪੁਰਖ ਨੇ ਮੈਨੂੰ ਆ ਕੇ ਸਮਝਾਇਆ ਵੀ ਤੂੰ ਮਾਤ ਲੋਕ ਤੇ ਜਾਣਾ ਹੈ, ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤ ਬਣ ਕੇ ਜੀ। जितना पयो हमरो आवन कहे, चुभी रही श्रुत प्रभ चरणन मह। ਕਹਿੰਦੇ ਅਕਾਲ ਪੁਰਖ ਮੈਨੂੰ ਕਹਿੰਦੇ ਧਰਤੀ ਤੇ ਜਾਣਾ, ਮਾਤ ਲੋਕ ਤੇ ਜਨਮ ਲੈ ਕੇ ਮੇਰਾ ਆਉਣ ਨੂੰ ਜੀ ਨਹੀਂ ਸੀ ਕਰਦਾ। ਚਿਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਤ ਪ੍ਰਭ ਚਰਨਨ ਮੈਂ। ਕਿਉਂਕਿ ਮੇਰੀ ਸੁਰਤੀ ਪ੍ਰਮਾਤਮਾ ਦੇ ਚਰਨਾਂ ਨਾਲ ਇੱਕਮਿਕ ਹੋ ਚੁੱਕੀ ਸੀ। ਮੇਰਾ ਉਸ ਆਨੰਦ ਵਿੱਚੋਂ ਉੱਠ ਕੇ ਮਾਤ ਲੋਕ ਤੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਜੀ। ज्यों त्यों प्रभ हमको समझायो, इम कह लोक पठायो। ਮਹਾਰਾਜ ਕਹਿੰਦੇ ਜਿਵੇਂ ਨਾ ਕਿਵੇਂ ਕਰਕੇ ਅਕਾਲ ਪੁਰਖ ਨੇ ਮੈਨੂੰ ਸਮਝਾਇਆ ਕਿ ਤੂੰ ਐਵੇਂ ਨਹੀਂ ਜਾਣਾ ਧਰਤੀ ਤੇ, ਚਾਹੇ ਇੱਥੋਂ ਬੰਦਗੀ ਚੋਂ ਉੱਠ ਕੇ ਜਾਵੇਂਗਾ ਪਰ ਜਾਵੇਂਗਾ ਮੇਰਾ ਪੁੱਤ ਬਣ ਕੇ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਤੋਹੇ ਨਿਵਾਜਾ, ਤੈਨੂੰ ਮੈਂ ਆਪਣਾ ਪੁੱਤ ਬਣਾ ਕੇ ਭੇਜ ਰਿਹਾ। ਤੇ ਜਾਣਾ ਕੀ ਕਰਨਾ ਹੈ? ਪੰਥ ਪਰਚੁਰ ਕਰ ਬੇਕੋ ਸਾਜਾ। ਇੱਕ ਐਸੇ ਪੰਥ ਦੀ ਸਿਰਜਣਾ ਕਰਨੀ ਹੈ ਜਿਸ ਪੰਥ ਵਿੱਚ ਜੁੜ ਕੇ ਲੋਕ ਅਕਾਲ ਪੁਰਖ ਭਾਵ ਮੇਰੀ ਪੂਜਾ ਕਰਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅਕਾਲ ਪੁਰਖ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਜਾਣਾ ਪਏਗਾ ਤੇ ਮੇਰਾ ਪੁੱਤ ਬਣ ਕੇ ਜਾਣਾ ਪਊ। ਜਦੋਂ ਆਪਾਂ ਵੀ ਕਿਸੇ ਨੂੰ ਜੇ ਕਿਤੇ ਆਪਣੇ ਬੱਚੇ ਤੋਂ ਧੀ ਪੁੱਤ ਤੋਂ ਕੰਮ ਲੈਣਾ ਹੋਵੇ ਕਿੱਦਾਂ ਕਹੀਦਾ? ਚੱਲ ਮੇਰਾ ਪੁੱਤ, ਨਾ ਮੇਰਾ ਪੁੱਤ, ਐ ਮੇਰਾ ਪੁੱਤ। ਉਹ ਵਿਚਾਰੇ ਨੂੰ ਫਿਰ ਜਾਣਾ ਹੀ ਪੈਂਦਾ ਹੈ। ਜੋ ਲਾਡ ਨਾਲ ਕਹਿਣਾ ਤਾਂ ਫਿਰ ਬੱਚਾ ਆਖੇ ਲੱਗਦਾ ਹੀ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੋਤੀ ਬਣਾ ਲਿਆ ਅਕਾਲ ਪੁਰਖ ਨੇ ਆਪਣਾ, ਵੀ ਬੇਸ਼ੱਕ ਤੂੰ ਮਾਤ ਲੋਕ ਤੇ ਜਾਵੇਂਗਾ ਪਰ ਮੇਰਾ ਪੁੱਤ ਬਣ ਕੇ ਹੀ ਜਾਵੇਂਗਾ। ਡਿਊਟੀ ਹੈ ਤੇਰੀ ਕੁਝ ਸਾਲਾਂ ਲਈ। ਇੱਕ ਐਸੇ ਪੰਥ ਦੀ ਸਿਰਜਣਾ ਕਰਕੇ ਆਇਓ ਜਿਸ ਪੰਥ ਵਿੱਚ ਜੁੜ ਕੇ ਸੰਗਤਾਂ ਦੁਨੀਆ ਸਿੱਧੀ ਅਕਾਲ ਪੁਰਖ ਦੀ ਆਰਾਧਨਾ ਕਰ ਸਕਣ, ਕੋਈ ਵਿਚੋਲਾ ਨਾ ਹੋਵੇ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਦਾਂ ਦਾ ਰੂਪ ਦੇਣਾ ਜਾ ਕੇ। ਮਹਾਰਾਜ ਕਹਿੰਦੇ ਫਿਰ ਜਿੰਨਾ ਕਿੱਦਾਂ ਕਰਕੇ ਮਹਾਰਾਜ ਨੇ ਮੈਨੂੰ ਸਮਝਾਇਆ ਤੇ ਮੈਂ ਫਿਰ ਇਸ ਧਰਤੀ ਤੇ ਆਇਆ ਜੀ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ। ਕਹਿੰਦੇ ਇਸ ਕੀੜੇ ਨੂੰ ਅਕਾਲ ਪੁਰਖ ਨੇ ਇੰਜ ਕਰਕੇ ਸਮਝਾ ਕੇ ਤੇ ਧਰਤੀ ਤੇ ਭੇਜਿਆ। ਦੇਖੋ ਮਹਾਰਾਜ ਆਪਣੇ ਆਪ ਨੂੰ ਕੀਟ ਦੱਸ ਰਹੇ ਨੇ, ਕੀੜਾ ਦੱਸ ਰਹੇ ਨੇ। ਇਹ ਉਹਨਾਂ ਦੀ ਨਿਮਰਤਾ ਦੀ ਭਾਵਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਮਹਾਰਾਜ ਮਾਤਾ ਗੁਜਰੀ ਜੀ ਦੀ ਕੁੱਖ ਤੋਂ 9 ਮਹੀਨੇ ਕੱਟ ਕੇ ਤੇ ਅਵਤਾਰ ਸਰੀਰ ਧਾਰ ਕੇ ਇਸ ਧਰਤੀ ਤੇ ਆਏ। ਹੁਣ ਥੋੜੇ ਜਿਹੇ ਮਿੰਟ ਜਿੰਨੇ ਕੁ ਮੇਰੇ ਕੋਲ ਬਾਕੀ ਨੇ, 10 ਕੁ ਮਿੰਟ ਦੇ ਵਿੱਚ ਮੈਂ ਉਹ ਜ਼ਿਕਰ ਕਰਦੇ ਹਾਂ ਵੀ ਹੇਮਕੁੰਡ ਸਾਹਿਬ ਕੌਣ ਆਇਆ ਸੀ। ਬਸ 10 ਮਿੰਟ ਹੈ, ਬੜਾ ਸੁਰਤ ਟਿਕਾਇਓ ਜਰਾ। ਤੁਹਾਡੇ ਚੋਂ ਬਹੁਤ ਸੰਗਤ ਹਜੂਰ ਸਾਹਿਬ ਦਰਸ਼ਨ ਕਰਨ ਗਈ ਹੋਵੇਗੀ ਤੇ ਕਈ ਵਾਰੀ ਗਏ ਹੋਵੋਗੇ। ਜਦੋਂ ਹਜੂਰ ਸਾਹਿਬ ਜਾਓਗੇ ਨਾ, ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦਾ, ਉਸ ਗੁਰਦੁਆਰਾ ਲੰਗਰ ਸਾਹਿਬ ਜੀ ਤੋਂ ਅੱਗੇ ਜਦੋਂ ਗੋਦਾਵਰੀ ਦੇ ਕੰਢੇ ਜਾਓਗੇ, ਪਹਿਲਾ ਗੁਰਦੁਆਰਾ ਸਾਹਿਬ ਹੈ ਭਜਨਗੜ੍ਹ ਸਾਹਿਬ, ਜਿੱਥੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ 1.25 ਲੱਖ ਜਪਜੀ ਸਾਹਿਬ ਦਾ ਪਾਠ ਗੋਦਾਵਰੀ ਦੇ ਕੰਢੇ ਕੀਤਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਨਿਧਾਨ ਸਿੰਘ ਜੀ ਵਾਂਗੂ ਬਾਬਾ ਅਤਰ ਸਿੰਘ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਸੀ। ਤੇ ਆ ਜਿਹੜਾ ਧਾਰਨ ਵਾਲਾ ਕੀਰਤਨ ਹੈ ਨਾ, ਇਹ ਬਾਬਾ ਅਤਰ ਸਿੰਘ ਜੀ ਨੇ ਆਰੰਭ ਕੀਤਾ। ਪਹਿਲੀ ਵਾਰੀ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਸੀ ਕਿ ਸੰਗਤ ਨੂੰ ਪਿੱਛੇ ਨਾਲ ਸਮਝਣਾ ਸੌਖਾ ਹੈ। ਇਹ ਦੇਣ ਬਾਬਾ ਅਤਰ ਸਿੰਘ ਜੀ ਦੀ ਹੈ, ਮਸਤੂਆਣਾ ਸਾਹਿਬ ਵਾਲਿਆਂ ਦੀ ਧਾਰਨਾ ਦਾ ਕੀਰਤਨ। ਭਜਨਗੜ੍ਹ ਸਾਹਿਬ ਤੋਂ ਅੱਗੇ ਆਉਂਦਾ ਗੁਰਦੁਆਰਾ ਹੀਰਾ ਘਾਟ। ਜਦੋਂ ਤੁਰ ਕੇ ਦਰਸ਼ਨ ਕਰੋਗੇ ਤੇ ਹੀਰਾ ਘਾਟ ਤੋਂ ਅੱਗੇ ਜਾ ਕੇ ਅਸਥਾਨ ਆਊ ਗੁਰਦੁਆਰਾ ਬੰਦਾ ਘਾਟ ਸਾਹਿਬ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬਰਾਗੀ ਨੂੰ ਬੰਦਾ ਬਣਾ ਕੇ ਇਸ ਪੰਜਾਬ ਦੀ ਧਰਤੀ ਵੱਲ ਭੇਜਿਆ। ਤੇ ਖੋਜ ਕਰਿਓ ਖਾਂ ਕਦੇ ਜਾ ਕੇ। ਉਸ ਬੰਦਾ ਘਾਟ ਦੇ ਅਸਥਾਨ ਤੋਂ ਖੜ ਕੇ ਮਹਾਰਾਜ ਨੇ ਤੀਰ ਚਲਾਇਆ ਸੀ ਫਿਰ ਆਪਣਾ।
ਤੇ ਬਚਨ ਕੀਤਾ ਸੀ ਕਿ ਸਾਡਾ ਤੀਰ ਉਸ ਧਰਤੀ ਤੇ ਉਸ ਜਗ੍ਹਾ ਜਾ ਕੇ ਡਿੱਗੇਗਾ ਜਿੱਥੇ ਸਾਡਾ ਪੂਰਬਲੇ ਜਨਮ ਦਾ ਤਪ ਸਥਾਨ ਹੈ। ਹੇਮਕੁੰਟ ਸਾਹਿਬ ਨਹੀਂ ਸੀ ਡਿੱਗਿਆ। ਜਦੋਂ ਬੰਦਾ ਘਾਟ ਤੋਂ ਤੀਰ ਮਹਾਰਾਜ ਨੇ ਚਿੱਲੇ ਚਾੜ ਕੇ ਚਲਾਇਆ, ਕਿੱਥੇ ਡਿੱਗਿਆ ਆ ਕੇ? ਜਿੱਥੇ ਅੱਜ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਹੈ, ਜਿੱਥੇ ਮਹਾਰਾਜ ਦਾ ਅੰਗੀਠਾ ਸਾਹਿਬ ਹੈ ਅੰਦਰ, ਇਹ ਜਗ੍ਹਾ ਤੇ ਆ ਕੇ ਜਦੋਂ ਤੀਰ ਗੱਡ ਹੁੰਦਾ ਹੈ ਤੇ ਮਹਾਰਾਜ ਦੇ ਸਿੱਖਾਂ ਨੇ ਜਾ ਕੇ ਭਾਲ ਕੀਤੀ ਵੀ ਤੀਰ ਕਿੱਥੇ ਡਿੱਗਿਆ। ਫਿਰ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹ ਫਲਾਣੀ ਜਗ੍ਹਾ। ਮਹਾਰਾਜ ਜੀ ਜਦੋਂ ਗਏ ਤੇ ਉੱਥੇ ਇੱਕ ਅਸਥਾਨ ਬਣਿਆ ਹੋਇਆ ਦੇਵਤੇ ਦਾ, ਜਿਹਦਾ ਨਾਮ ਸੀ ਵਸ਼ਲ ਰਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਮ ਚੇਤੇ ਰੱਖਿਓ ਜੀ, ਸਾਨੂੰ ਨਾਮ ਭੁੱਲ ਜਾਂਦੇ ਨੇ। ਵਸ਼ਲ ਰਾਏ ਅੱਜ ਵੀ ਜਿਹੜੇ ਨੰਦੇੜ ਦੀ ਧਰਤੀ ਤੇ ਰਹਿਣ ਵਾਲੇ ਮਰਹੱਟੇ ਲੋਕ ਨੇ ਨਾ, ਮਰਹੱਟੇ ਉੱਥੇ ਵਸਦੇ ਨੇ ਮਰਹੱਟੇ ਲੋਕ। ਉਹ ਬਹੁਤੇ ਮਰਹੱਟੇ ਲੋਕ ਅੱਜ ਵੀ ਆਪਣੇ ਘਰਾਂ ਵਿੱਚ ਵਸ਼ਲ ਰਾਏ ਰਾਜੇ ਦੀ ਮੂਰਤੀ ਰੱਖ ਕੇ ਪੂਜਾ ਕਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਉਹਨਾਂ ਨੂੰ ਪੁੱਛੋ ਵਸ਼ਲ ਰਾਏ ਰਾਜਾ ਕੌਣ ਸੀ, ਉਹ ਦੱਸਣਗੇ ਵੀ ਬੜਾ ਧਰਮੀ ਰਾਜਾ ਸੀ, ਦੇਵਤਿਆਂ ਵਰਗਾ ਉਹਦਾ ਸੁਭਾਅ ਸੀ, ਪ੍ਰਜਾ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਸੀ। ਰਾਜੇ ਬਹੁਤ ਹੁੰਦੇ ਨੇ, ਧਰਮੀ ਕੋਈ ਕੋਈ ਹੁੰਦਾ। ਹਰ ਕੋਈ ਰਾਜਾ ਧਰਮੀ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਧਰਮੀ ਹੁੰਦੇ ਨੇ, ਧਰਮੀ ਨਹੀਂ ਤੇ ਮਹਾਰਾਜ ਅੱਜ ਭਾਈ ਗੁਰਦਾਸ ਜੀ ਨੂੰ ਸੁਣੋ, ਕਹਿੰਦੇ ਪ੍ਰਜਾ ਅੰਧੀ ਗਿਆਨ ਬਿਨ। ਪ੍ਰਜਾ ਜਿਹੜੀ ਹੈ ਨਾ, ਉਹ ਗਿਆਨ ਬਿਨਾ ਅੰਨੀ ਹੈ। ਤੇ ਕੂੜ ਕੁਸਤ ਮੁੱਖੋਂ ਆ ਲਾਈ। ਜਿੰਨੇ ਆ ਲੀਡਰ ਸ਼ੀਡਰ ਤੁਰੇ ਫਿਰਦੇ ਨੇ, ਜੋ ਕੂੜ ਝੂਠ ਬੋਲਦੇ ਨੇ, ਅਸੀਂ ਸੱਚ ਮੰਨ ਲਈਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਭਾਈ ਗੁਰਦਾਸ ਜੀ ਦਾ ਬਚਨ ਹੈ। ਜਦੋਂ ਸਿੱਧਾਂ ਨਾਲ ਗੁਰੂ ਨਾਨਕ ਮਹਾਰਾਜ ਨੇ ਗੋਸ਼ਟੀ ਕੀਤੀ ਸੀ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਉਸੇ ਸ਼ਬਦ ਵਿੱਚ ਆਵੇਗਾ ਵੀ ਰਾਜੇ ਹੀ ਪਾਪੀ ਬਣ ਗਏ, ਉਹੀ ਪ੍ਰਜਾ ਨੂੰ ਮਾਰਨ ਖਾਣ ਲੱਗ ਪਏ, ਤਾਂ ਰਾਖੀ ਕੌਣ ਕਰੂ ਫਿਰ? ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਹਾਲਾਤ। ਤੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਫਿਰ ਇਹ ਧਰਤੀ ਨੂੰ ਪੁੱਟੋ ਇੱਥੋਂ। ਥੋੜੀ ਜਿਹੀ ਸੁਰਤ ਨਾਲ ਨਾਲ ਰੱਖਿਓ, ਤੁਹਾਨੂੰ ਸਮਝ ਆ ਜੂ ਛੇਤੀ। ਜਦੋਂ ਧਰਤੀ ਪੱਟਣ ਦਾ ਮਹਾਰਾਜ ਨੇ ਹੁਕਮ ਕੀਤਾ ਤੇ ਜਿਹੜੇ ਉਸ ਜਗ੍ਹਾ ਨੂੰ ਪੂਜਦੇ ਨੇ ਉਹ ਪੁੱਟਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਜੇ ਇੱਥੇ ਸਾਡਾ ਸਥਾਨ ਨਾ ਹੋਇਆ, ਜੇ ਇੱਥੇ ਸਾਡੀ ਤਪੋ ਭੂਮੀ ਨਾ ਹੋਈ, ਤੇ ਇਸ ਤਪੋ ਭੂਮੀ ਦੇ ਨਾ ਹੋਣ ਤੋਂ ਬਾਅਦ ਅਸੀਂ ਆਪ ਤੁਹਾਡਾ ਸਥਾਨ ਤਿਆਰ ਕਰਕੇ ਦੇਵਾਂਗੇ। ਜਦੋਂ ਇਹ ਜ਼ਿਕਰ ਕੀਤਾ ਨਾ, ਜਿੰਨੀ ਧਰਤੀ ਮਹਾਰਾਜ ਨੇ ਕਹੀ ਉਹ ਖੁਦਵਾਈ ਗਈ। ਤੇ ਥੱਲਿਓਂ ਮਹਾਰਾਜ ਦੇ 2 ਕੰਗਣ ਮਿਲੇ ਸੀ। ਕੰਗਣ ਜਿਵੇਂ ਕਿਸੇ ਰਾਜੇ ਦੇ ਕੰਗਣ ਹੋਣ, ਮਿੱਟੀ ਦੇ ਵਿੱਚ ਰਹਿ ਕੇ ਖਰਾਬ ਵੀ ਹੋ ਚੁੱਕੇ ਸੀ ਬਹੁਤੇ। ਅੱਜ ਉਹ ਕੰਗਣ ਕਿੱਥੇ ਨੇ? ਕਦੇ ਦਰਸ਼ਨ ਕੀਤੇ ਨੇ ਮਨਮਾੜ ਸਾਹਿਬ? ਮਨਮਾੜ ਸਾਹਿਬ ਜਿੱਥੋਂ ਟ੍ਰੇਨ ਰੋਕ ਕੇ ਚੱਲਦੀ ਹੈ ਦੁਬਾਰਾ ਹਜੂਰ ਸਾਹਿਬ ਨੂੰ, ਉੱਥੇ 10ਵੇਂ ਪਾਤਸ਼ਾਹ ਦਾ ਸਥਾਨ ਹੈ, ਬਿਲਕੁਲ ਲਾਗੇ ਸਟੇਸ਼ਨ ਦੇ। ਉਸ ਮਨਮਾੜ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਸ਼ੀਸ਼ੇ ਵਿੱਚ ਉਹ ਦੋਨੇ ਕੰਗਣ ਅੱਜ ਵੀ ਰੱਖੇ ਹੋਏ ਨੇ ਸੰਭਾਲ ਕੇ, ਮਹਾਰਾਜ ਦੀ ਨਿਸ਼ਾਨੀ। ਉਹ 2 ਕੰਗਣ ਜਦੋਂ ਨਿਕਲੇ, ਫਿਰ ਸਿੰਘਾਂ ਨੇ ਸਵਾਲ ਕੀਤਾ, ਮਹਾਰਾਜ ਇਹ ਤਪੋ ਭੂਮੀ ਕਿਹੜੀ ਹੈ ਤੁਹਾਡੀ? ਇੱਕ ਤਾਂ ਤੁਸੀਂ ਆਪਣੀ ਬਾਣੀ 'ਚ ਜ਼ਿਕਰ ਕੀਤਾ ਪਰਬਤਾਂ ਦਾ, ਹੁਣ ਇਹ ਕਿਹੜਾ ਹੈ? ਮਹਾਰਾਜ ਕਹਿੰਦੇ ਹੇਮਕੁੰਟ ਸਾਹਿਬ ਦੇ ਪਰਬਤ ਤੇ ਜਾਣ ਤੋਂ ਪਹਿਲਾਂ ਸਾਡਾ ਇਸ ਨੰਦੇੜ ਦੀ ਧਰਤੀ ਤੇ ਜਨਮ ਸੀ ਰਾਜੇ ਵਸ਼ਲ ਰਾਏ ਦੇ ਰੂਪ 'ਚ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਵਸ਼ਲ ਰਾਏ ਰਾਜਾ ਜਿਹਦੀ ਲੋਕ ਦੇਵਤਿਆਂ ਵਾਂਗ ਅੱਜ ਵੀ ਪੂਜਾ ਮਰਹੱਟੇ ਲੋਕ ਕਰਦੇ ਨੇ, ਉਹ ਰਾਜੇ ਨੇ ਰਾਜ ਭਾਗ ਤਿਆਗਿਆ। ਇੱਕ ਸਮਾਂ ਐਸਾ ਆਇਆ ਜੀਵਨ ਵਿੱਚ ਤੇ ਉਹ ਰਾਜ ਭਾਗ ਤਿਆਗ ਕੇ ਸਾਧਨਾ ਕੀਤੀ, ਯੋਗ ਸਾਧਨਾ। ਉਦੋਂ ਯੋਗ ਸਾਧਨਾ ਹੀ ਹੁੰਦੀ ਸੀ ਜੋਗੀ ਲੋਕਾਂ ਕੋ। ਗੁਰੂ ਨਾਨਕ ਮਹਾਰਾਜ ਨੇ ਤਾਂ ਸੌਖਾ ਮਾਰਗ ਫਿਰ 1469 'ਚ ਦਿੱਤਾ ਹੈ। 4 ਯੁੱਗ ਪਹਿਲਾਂ ਤੇ ਯੋਗ ਸਾਧਨਾ ਹੀ ਹੁੰਦੀ ਸੀ। ਤੇ ਜੋਗੀ ਕੀ ਕਰਦੇ ਸੀ? ਯੋਗ ਸਾਧਨਾ ਦੇ ਨਾਲ ਸਵਾਸ ਰੁਦਰਕਸ਼ ਨਾੜੀ ਵਿੱਚ ਪਾ ਲੈਂਦੇ ਸੀ। ਅੱਛਾ, ਡਾਕਟਰਾਂ ਦੀ ਬੋਲੀ 'ਚ ਉਹ ਨਾੜੀ ਦਾ ਨਾਮ ਕੁਝ ਹੋਰ ਹੈ। ਆਪਣੇ ਸਰੀਰ ਦੇ ਖੱਬੇ ਪਾਸੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਕਿਤੇ ਵੀ ਤੁਹਾਡੇ ਦਰਦ ਹੁੰਦਾ ਹੋਵੇ ਨਾ, ਤੇ ਉਹ ਨਾੜੀ ਰੁਦਰਕਸ਼ ਨਾੜੀ ਹੈ, ਉਹ ਦੱਸਦੀ ਹੈ ਵੀ ਤੁਹਾਡੇ ਸਰੀਰ 'ਚ ਇੱਥੇ ਦਰਦ ਹੋ ਰਿਹਾ। ਜਿਹੜਾ ਆਪਾਂ ਦਵਾਈਆਂ ਨਹੀਂ ਖਾਂਦੇ ਵੀ ਸਿਰ ਦੁਖਦਾ ਹੈ ਜੀ, ਗੋਡੇ ਦੁਖਦੇ ਹੈ ਜੀ, ਆਪਾਂ ਕਹੀਦਾ ਫਲਾਨੇ ਥਾਂ ਤੋਂ ਦਵਾਈ ਲਿਆਂਦੀ ਸੀ, ਥੋੜੇ ਮਹੀਨੇ ਆਰਾਮ ਰਿਹਾ, ਮੁੜ ਕੇ ਗੋਡੇ ਫੇਰ ਉਦਾਂ ਹੀ ਦੁਖੀ ਜਾਂਦੇ ਆ। ਉਹ ਦੁਖਣੋਂ ਹਟੇ ਹੀ ਨਹੀਂ ਸੀ।
ਦੁਖਣੋਂ ਨਹੀਂ ਹਟਦੇ। ਹਟੂਗਾ ਉਦੋਂ ਹੀ ਜਦੋਂ ਕੁਦਰਤ ਹਟਾਏਗੀ। ਦਵਾਈ ਉਸ ਨਾੜੀ ਨੂੰ ਬਲੌਕ ਥੋੜੇ ਟਾਈਮ ਲਈ ਕਰ ਦਿੰਦੀ ਹੈ ਵੀ ਦਰਦ ਇਹਨੂੰ ਮਹਿਸੂਸ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਦੋਂ ਡਾਕਟਰ ਲੋਕ ਟੀਕਾ ਲਾਉਂਦੇ ਨੇ ਨਾ, ਕਈ ਵਾਰੀ ਬੰਦਾ ਕਹਿੰਦਾ ਮੇਰਾ ਆਪਰੇਸ਼ਨ ਹੋ ਰਿਹਾ ਸੀ ਜੀ, ਅੱਖਾਂ ਮੇਰੀਆਂ ਖੁੱਲੀਆਂ ਸੀ, ਮੈਨੂੰ ਦਿਸ ਰਿਹਾ ਸੀ ਸਾਰਾ ਕੁਝ, ਪਰ ਮੇਰੇ ਦਰਦ ਨਹੀਂ ਸੀ ਹੋਈ। ਉਹ ਜਿਹੜਾ ਟੀਕਾ ਲਾਉਂਦੇ ਨੇ ਨਾ ਰੀੜ੍ਹ ਦੀ ਹੱਡੀ 'ਚ, ਉਹ ਉਸੇ ਨਾੜੀ ਨੂੰ ਹੀ ਬਲੌਕ ਕਰਨ ਨੂੰ ਲਾਉਂਦੇ ਨੇ। ਕਿਸੇ ਦੀ 8 ਘੰਟੇ ਲਈ ਬਲੌਕ ਕਰ ਦਿੰਦੇ ਨੇ, ਕਿਸੇ ਲਈ 4 ਘੰਟੇ ਲਈ ਬਲੌਕ ਕਰ ਦਿੰਦੇ ਨੇ, ਕਿਸੇ ਦੀ 2 ਦਿਨ ਲਈ ਬਲੌਕ ਕਰ ਦਿੰਦੇ ਨੇ। ਜਦੋਂ ਨਾੜੀ ਬਲੌਕ ਹੈ ਦਰਦ ਹੋਏਗੀ ਕਿਵੇਂ? ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਉਸ ਰੁਦਰਕਸ਼ ਨਾੜੀ ਦੇ ਵਿੱਚ ਜੋਗੀ ਸਵਾਸ ਪਾਉਂਦੇ ਸੀ। ਜਦੋਂ ਸਵਾਸ ਪਾਉਂਦੇ ਸੀ ਯੋਗ ਸਾਧਨਾ ਨਾਲ, ਫਿਰ 10ਮ ਦੁਆਰ ਪ੍ਰਾਪਤ ਹੁੰਦਾ ਸੀ। 10ਮ ਦੁਆਰ ਤੇ ਕੋਮਾ ਦੀ ਇੱਕੋ ਹੀ ਅਵਸਥਾ ਹੁੰਦੀ ਹੈ। ਮਰੀਜ਼ ਦੇਖਿਆ ਕਦੇ ਕੋਮਾ 'ਚ ਗਿਆ? ਉਹਦੇ ਸਾਹ ਵੀ ਚੱਲਦੇ ਨੇ, ਉਹਦੇ ਕੇਸ ਵੀ ਵੱਧਦੇ ਨੇ, ਉਹਦੇ ਨਹੁੰ ਵੀ ਵੱਧਦੇ ਨੇ, ਪਰ ਉਹਨੂੰ ਸੁਰਤ ਨਹੀਂ ਮੈਂ ਕਿੱਥੇ ਹਾਂ। ਤੇ ਜਿਹੜਾ 10ਮ ਦੁਆਰ ਵਿੱਚ ਸਰੀਰ ਹੋਵੇ, ਉਹਨੂੰ ਪਤਾ ਹੁੰਦਾ ਮੇਰਾ ਸਰੀਰ ਕਿੱਥੇ ਹੈ ਤੇ ਮੇਰੀ ਆਤਮਾ ਕਿੱਥੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕੋਮਾ ਤੇ ਸਾਧਨਾ ਵਿੱਚ ਆਹ ਫਰਕ ਹੁੰਦਾ ਹੈ। 10ਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਪਰ ਇਹ ਗੱਲ ਬਹੁਤ ਉੱਚੀ ਹੈ, ਪਰ ਮੈਂ ਤਾਂ ਤੁਹਾਡੇ 'ਚ ਤਾਂ ਬੇਨਤੀ ਕੀਤੀ ਹੈ ਵੀ ਉਹ ਰੁਦਰਕਸ਼ ਨਾੜੀ ਸਰੀਰ ਦੇ ਅੰਦਰ ਹੀ ਹੈ, ਜਿਹਦੇ ਵਿੱਚ ਸਵਾਸ ਪਾ ਕੇ ਜੋਗੀ ਲੋਕ 10ਮ ਦੁਆਰ ਦੀ ਪ੍ਰਾਪਤੀ ਕਰਦੇ ਸੀ। ਤੋਂ ਮੈਂ ਨਾਲ ਹੋਰ ਵੀ ਜੋੜ ਦਿੰਦਾ ਆਪ ਜੀ ਨੂੰ ਬਚਨ। ਸ਼੍ਰੀ ਅੰਮ੍ਰਿਤਸਰ ਸਾਹਿਬ ਸੰਤੋਖਸਰ ਸਾਹਿਬ ਅਸਥਾਨ ਹੈ, ਉੱਥੇ ਵੀ ਜਦੋਂ ਗੁਰੂ ਅਰਜਨ ਦੇਵ ਜੀ ਸਰੋਵਰ ਦੀ ਸੇਵਾ ਕਰਾ ਰਹੇ ਸੀ, ਸਰੋਵਰ ਦੇ ਵਿੱਚੋਂ ਇੱਕ ਪੱਥਰ ਦਾ ਮੱਠ ਮਿਲਿਆ ਸੀ। ਪੁਟਾਈ ਕਰਦਿਆਂ ਉਹ ਪੱਥਰ ਦੇ ਮੱਠ ਨੂੰ ਦਰਵਾਜ਼ਾ ਲੱਗਾ ਸੀ। ਜਦੋਂ ਦਰਵਾਜ਼ਾ ਖੋਲ੍ਹਿਆ, ਵਿੱਚ ਸਾਧੂ ਬੈਠਾ ਸੀ ਚੌਂਕੜਾ ਲਾ ਕੇ। ਤੇ ਪੱਥਰ ਦੇ ਮੱਠ 'ਚ ਤਾਂ ਜੋਗੀ ਲੋਕ ਬਹਿੰਦੇ ਹੁੰਦੇ ਸੀ ਜ਼ਿਆਦਾ ਵੀ ਸਿਉਂਕ ਨਾ ਚੜ੍ਹੇ ਸਰੀਰ ਨੂੰ। ਪੱਥਰ ਤੋਂ ਕਦੇ ਸਿਉਂਕ ਨਹੀਂ ਚੜ੍ਹਦੀ। ਧਰਤੀ ਤੇ ਉਦਾਂ ਹੀ ਬਹਿ ਜਾਓਗੇ, ਹਰ ਇੱਕ ਚੀਜ਼ ਰੱਖ ਦਿਓ, ਉਹਨੂੰ ਸਿਉਂਕ ਚੜ੍ਹ ਜਾਂਦੀ ਹੈ। ਜਿੱਡਾ ਮਰਜੀ ਵਧੀਆ ਗਾਡਰ ਲੋਹੇ ਦਾ ਰੱਖ ਦਿਓ, ਖਾ ਜਾਊਗਾ ਥੋੜੇ ਟਾਈਮ ਬਾਅਦ। ਲੱਕੜ ਜਿੰਨੀ ਮਰਜੀ ਵਧੀਆ ਰੱਖ ਦਿਓ, ਸਵਾਹ ਕਰ ਦੂਗਾ ਜੀ, ਮਿੱਟੀ ਬਣਾ ਦੂ। ਤੁਸੀਂ ਕੋਠੀਆਂ 'ਚ ਕਿੰਨੀ ਮਹਿੰਗੀ ਲਾਉਂਦੇ ਹੋ ਚੀਜ਼ਾਂ, ਪਰ ਉਹ ਪਤਾ ਹੀ ਉਦੋਂ ਲੱਗਦਾ ਜਦੋਂ ਚਗਾਠ ਨੂੰ ਖੜਕਾਓ ਤੇ ਅੰਦਰੋਂ ਖਾਲੀ ਹੋਈ ਹੁੰਦੀ ਹੈ। ਧਰਤੀ 'ਚੋਂ ਸਿਉਂਕ ਪੈਦਾ ਹੁੰਦੀ ਹੈ, ਪੱਥਰਾਂ ਨੂੰ ਸਿਉਂਕ ਨਹੀਂ ਪੈਦਾ ਹੁੰਦੀ ਕਦੇ। ਪੱਥਰ ਦੇ ਮੱਠ ਵਿੱਚ ਜਦੋਂ ਦਰਵਾਜ਼ਾ ਖੋਲ੍ਹਿਆ, ਵਿੱਚ ਸਾਧੂ, ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜੀ ਇੱਕ ਸਾਧੂ ਮਿਲਿਆ ਵਿੱਚੋਂ। ਮਹਾਰਾਜ ਕਹਿੰਦੇ ਇਹਦੀਆਂ ਤਲੀਆਂ ਚੱਸੋ, ਹੋਸ਼ ਵਿੱਚ ਲਿਆਓ। ਲੰਬੀਆਂ ਲੰਬੀਆਂ ਉਹਦੀਆਂ ਜਟਾਵਾਂ। ਜਦੋਂ ਹੋਸ਼ ਵਿੱਚ ਲਿਆਂਦਾ, ਉਹ ਅੱਖਾਂ ਖੋਲ ਕੇ ਕਿਹਾ, ਕਹਿੰਦਾ ਜੀ ਕਿਹੜਾ ਯੁੱਗ ਚੱਲਦਾ ਹੈ? ਹੁਣ ਸਾਲ ਨਹੀਂ ਪੁੱਛਿਆ, ਦਿਨ ਨਹੀਂ ਪੁੱਛਿਆ। ਮਹਾਰਾਜ ਕਹਿੰਦੇ ਕਲਯੁੱਗ। ਕਹਿੰਦਾ ਜੀ ਸਤਯੁੱਗ ਦਾ ਬੈਠਾ ਹੈ। ਮਹਾਰਾਜ ਕਹਿੰਦੇ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਹੈ ਸੰਤੋਖਾ ਸਾਧੂ। ਮਹਾਰਾਜ ਕਹਿੰਦੇ ਇਸ ਮਹਾਂਪੁਰਖਾਂ ਦੇ ਨਾਮ ਤੇ ਇਸ ਸਥਾਨ ਦਾ ਨਾਮ ਹੋਊ ਸੰਤੋਖਸਰ ਸਾਹਿਬ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅੰਮ੍ਰਿਤਸਰ ਸਾਹਿਬ 5 ਸਰੋਵਰ ਬਣਾਏ ਮਹਾਰਾਜ ਨੇ। ਅੰਮ੍ਰਿਤਸਰ, ਕੌਲਸਰ, ਵਿਵੇਕਸਰ, ਰਾਮਸਰ, ਸੰਤੋਖਸਰ, ਇਹ 5 ਸਰੋਵਰ ਨੇ। ਕੋਈ ਮਹਾਨਤਾ ਸਰੋਵਰ ਦੀ ਹੋਊ ਤਾਂ ਮਹਾਰਾਜ ਨੇ ਬਣਾਏ ਨੇ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਖੰਡਨ ਕਰਨਾ ਤੇ ਬਹੁਤ ਸੌਖਾ ਹੁੰਦਾ, ਜਿਹੜੀ ਚੀਜ਼ ਨੂੰ ਮਰਜ਼ੀ ਕਰ ਲੋ। ਤੇ ਫੇਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਰੀਰ ਇੱਥੇ ਤੇ ਆਤਮਾ ਮੇਰੀ ਹੇਮਕੁੰਡ ਦੇ ਪਰਬਤਾਂ ਤੇ, ਜਿਹਦਾ ਨਾਮ ਸੀ ਦੁਸ਼ਟ ਦਮਨ ਆਤਮਾ ਦਾ। ਤੇ ਇਹ ਬੇਨਤੀ ਆਪ ਜੀ ਨੂੰ ਮੈਂ ਕੀਤੀ ਸੀ ਵੀ ਠੰਡ 'ਚ ਕੀ ਨਹੀਂ ਹੋਇਆ, ਭੁੱਖ ਕਿਉਂ ਨਹੀਂ ਲੱਗੀ? ਸਰੀਰ ਨੂੰ ਭੁੱਖ ਲੱਗਦੀ ਹੈ, ਸਰੀਰ ਨੂੰ ਠੰਡ ਲੱਗਦੀ ਹੈ, ਸਰੀਰ ਨੂੰ ਗਰਮੀ ਲੱਗਦੀ ਹੈ, ਆਤਮਾ ਨੂੰ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹੇਮਕੁੰਡ ਸਾਹਿਬ ਦੇ ਪਰਬਤ ਦੇ ਉੱਤੇ ਸਰੀਰ ਨਹੀਂ ਸੀ, ਉਹ ਆਤਮਾ ਸੀ। ਉਸੇ ਆਤਮਾ ਨੇ ਫਿਰ ਰੂਹ ਬਣ ਕੇ, ਆਤਮਾ ਨੇ ਜੋਤ ਬਣ ਕੇ ਮਾਤਾ ਗੁਜਰ ਕੌਰ ਦੀ ਕੁੱਖ 'ਚ ਪ੍ਰਵੇਸ਼ ਕਰਕੇ ਤੇ ਫਿਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਵਿੱਚ ਇਸ ਧਰਤੀ ਤੇ ਫਿਰ ਪ੍ਰਕਾਸ਼ ਲਿਆ। ਉਹ ਸੀ ਹੇਮਕੁੰਡ ਸਾਹਿਬ ਤਪ, ਜਿਹਦਾ ਪਿਛੋਕੜ ਫਿਰ ਨੰਦੇੜ ਸਾਹਿਬ ਨਾਲ ਹੀ ਜੁੜਦਾ ਹੈ। ਤੇ ਨੰਦੇੜ ਸਾਹਿਬ ਦੀ ਧਰਤੀ ਤੇ ਜਾ ਕੇ ਸਰੀਰ ਛੱਡਣਾ ਮਹਾਰਾਜ ਦਾ ਕੋਈ ਕਾਰਨ ਸੀ ਇਹਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਜਿੱਥੇ ਪ੍ਰਾਤਨ ਮਹਾਰਾਜ ਦਾ ਉਹ ਤਪੋ ਭੂਮੀ ਮਿਲੀ, ਉੱਥੇ ਹੀ ਅੰਗੀਠਾ ਚਿਣਿਆ ਗਿਆ ਮਹਾਰਾਜ ਦਾ। ਤੇ ਅੱਜ ਉਸ ਸੱਚਖੰਡ ਸਾਹਿਬ ਦੇ ਅੰਦਰ ਕੇਵਲ ਬਾਬਾ ਕੁਲਵੰਤ ਸਿੰਘ ਜੀ ਸੇਵਾ ਕਰਦੇ ਨੇ, ਕੋਈ ਦੂਜਾ ਨਹੀਂ ਜਾ ਸਕਦਾ ਜੀ। ਜਾਣ ਦਾ ਹੁਕਮ ਨਹੀਂ ਹੈ ਉੱਥੇ ਕਿਸੇ ਨੂੰ। ਤੇ ਦੂਜੇ ਛੋਟੇ ਜਥੇਦਾਰ ਸਾਹਿਬ ਨੇ ਗਿਆਨੀ ਰਾਮ ਸਿੰਘ ਜੀ। ਪਿੱਛੇ ਜਿਹੇ ਮਹਾਂਪੁਰਖਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਸੀ, ਬੰਬੇ ਹਸਪੀਟਲ ਵਿੱਚ ਦਾਖਲ ਰਹੇ 2-3 ਸਾਲ ਪਹਿਲਾਂ, ਕਰੋਨਾ ਤੋਂ ਪਹਿਲਾਂ ਦਾ ਬਚਨ ਹੈ।
ਬਾਬਾ ਕੁਲਵੰਤ ਸਿੰਘ ਜੀ। ਉਦੋਂ ਗਿਆਨੀ ਰਾਮ ਸਿੰਘ ਜੀ ਨੂੰ ਫਿਰ ਸੇਵਾ ਥੋੜੇ ਦਿਨਾਂ ਵਾਸਤੇ ਦਿੱਤੀ ਸੀ, ਪਰ ਕੋਈ ਦੂਜਾ ਨਹੀਂ ਅੰਦਰ ਜਾ ਸਕਦਾ ਉੱਥੇ। ਤੋ ਇਹ ਇਤਿਹਾਸ ਗੁਰੂ ਕਲਗੀਧਰ ਜੀ ਦਾ ਹੈ। ਹੇਮਕੁੰਟ ਸਾਹਿਬ ਕਿੱਥੋਂ ਆਏ, ਹੇਮਕੁੰਟ ਸਾਹਿਬ ਤੋਂ ਮਾਤਾ ਜੀ ਦੇ ਰਾਹੀਂ ਇਸ ਧਰਤੀ ਤੇ ਕਿਵੇਂ ਆਏ, ਤੇ ਪਟਨਾ ਸਾਹਿਬ ਕਿਉਂ ਮਹਾਰਾਜ ਦਾ ਪ੍ਰਕਾਸ਼ ਹੋਇਆ, ਇਹ ਪ੍ਰਕਰਨ ਤੁਸੀਂ ਅੱਜ ਦੇ ਦੀਵਾਨ ਵਿੱਚ ਸੁਣਿਆ। ਇਸ ਪ੍ਰਕਰਨ ਨੂੰ ਮੈਂ ਇੱਥੇ ਵਿਸ਼ਰਾਮ ਦਿਆਂਗਾ। ਕੱਲ ਨੂੰ ਮਹਾਂਪੁਰਸ਼ ਤੇ ਕੱਲ ਤੇ ਪਰਸੋਂ ਦੇ ਦੀਵਾਨਾਂ ਵਿੱਚ 2 ਦਿਨ ਫਿਰ ਪਟਨਾ ਸਾਹਿਬ ਤੋਂ ਇਹ ਬਚਨ ਤੋਰਨਗੇ, ਤੇ ਜਿੱਥੇ ਤੱਕ ਫਿਰ 2 ਦਿਨਾਂ ਦੇ ਦੀਵਾਨ 'ਚ ਉਹ ਕੋਸ਼ਿਸ਼ ਕਰਨਗੇ ਆਪ ਜੀ ਨੂੰ ਮਹਾਰਾਜ ਜੀ ਦੇ ਇਸ ਪਾਵਨ ਇਤਿਹਾਸ ਦੇ ਨਾਲ ਜੋੜਨ ਦੀ। ਤੇ ਸਰਬੱਤ ਸੰਗਤ ਮੇਦਾ ਨਗਰ ਦੀ ਸੰਗਤ ਦਾ, NRI ਵੀਰ ਭਰਾ ਜਿਨ੍ਹਾਂ ਨੇ ਉਪਰਾਲੇ ਕੀਤੇ ਨੇ, ਸਾਰੇ ਨੌਜਵਾਨ ਵੀਰ ਸੇਵਾਦਾਰ, ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਦੀ, ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ, ਲਾਈਵ ਮੀਡੀਆ ਵਾਲੇ ਵੀਰ, ਔਰ ਇਸੇ ਤਰ੍ਹਾਂ ਭਾਈ ਨਰਵੈਰ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਜੀ ਦੇ ਦਰਸ਼ਨ ਕਰਾਏ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਗੁਰੂ ਜੀ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਮਹਾਰਾਜ ਦੇ ਪ੍ਰੇਮ ਵਿੱਚ ਆ ਬਚਨ ਪੜੋ, ਫਿਰ ਸਮਾਪਤੀ ਆਨੰਦ ਸਾਹਿਬ ਬਾਬਾ ਜੀ ਕਰਨਗੇ। ਸਾਨੂੰ ਤੁਸੀਂ ਛੁੱਟੀ ਦੇਣੀ ਹੈ ਕਿਉਂਕਿ ਮੌਸਮ ਇਦਾਂ ਹੀ ਹੈ, ਧੁੰਦ ਦਾ ਮੌਸਮ ਹੁੰਦਾ ਹੈ, ਤੋ ਜਲੰਧਰ ਤੋਂ ਅੱਗੇ ਜਾਣਾ ਹੈ। ਸੋ ਮਹਾਰਾਜ ਕਿਰਪਾ ਕਰਕੇ ਇਹ ਜੋ ਸੇਵਾ ਲਈ ਹੈ ਆਪ ਜੀ ਨੇ ਪ੍ਰਵਾਨ ਕਰਨੀ ਹੈ, ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਿਓ, ਮਹਾਰਾਜ ਸਾਨੂੰ ਵੀ ਖੰਡੇ ਦੀ ਪੌਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ, ਤਾਂ ਜੋ ਰਹਿੰਦਾ ਜੀਵਨ ਤੁਹਾਡੇ ਚਰਨਾਂ ਨਾਲ ਜੁੜ ਕੇ ਨਿਤਨੇਮ ਬਣ ਕੇ ਸਾਡੇ ਜੀਵਨ ਦਾ ਭਲਾ ਹੋ ਸਕੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਬੋਲੋ ਦਸਵੇਂ ਪਿਤਾ ਇੱਕ ਘੁੱਟ ਭਰਿਆ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਇਹਦੇ ਵਿੱਚ ਕੀ ਸੰਗ ਤੇ, ਪਤਾ ਨਹੀਂ ਇਹਦੇ ਵਿੱਚ ਕੀ। ਇੱਕ ਘੁੱਟ ਭਰਿਆ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਓ ਇਹਦੇ ਵਿੱਚ ਕੀ ਜੀ ਸੰਗ ਤੇ, ਪਤਾ ਨਹੀਂ ਓ ਇਹਦੇ ਵਿੱਚ ਕੀ। ਬੋਲਣਾ ਵੀ ਹੈ ਭਰਿਆ ਪਤਾ ਨਹੀਂ ਹੋਵੇ ਦੇ ਵਿੱਚ ਕੀ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਸੰਗ ਤੇ, ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਸੰਗ ਤੇ, ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਡੇਰਾ ਸੀ। ਦੂਜੇ ਹਿੱਸੇ ਵਿੱਚ ਸਾਰਾ ਜਥਾ ਬੋਲਦਾ, ਤੀਜੇ ਹਿੱਸੇ 'ਚ ਸੰਗਤ ਬੋਲਿਆ ਕਰੋ, ਹਾਜ਼ਰੀ ਲਾਓ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਸੰਗ ਤੇ, ਮਾਤਾ ਗੁਜਰੀ ਜੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਸੰਗ ਤੇ, ਮਾਤਾ ਗੁਜਰੀ ਜੀ। ਪਿਤਾ ਗੁਰਾਂ ਕਦੇ ਵੀ ਇਹ ਸ਼ਬਦ ਨਹੀਂ ਬੋਲਣਾ ਵੀ ਸੀ, ਉਹ ਤਾਂ ਹੁਣ ਵੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਤਾ ਗੁਜਰੀ ਜੀ, ਜੀ ਸ਼ਬਦ ਲਾਇਆ ਕਰੋ, ਸੀ ਨਹੀਂ ਲਾਉਣਾ। ਸੀ ਤੇ ਹੁੰਦਾ ਵੀ ਹੋ ਹਟੀ,
ਕਲਗੀਧਰ ਅੱਜ ਵੀ ਹਾਜ਼ਰ, ਕਲਗੀਧਰ ਦੀ ਮਾਂ ਅੱਜ ਵੀ ਹਾਜ਼ਰ ਹੈ। ਸੀ ਸ਼ਬਦ ਨਹੀਂ ਲਾਉਣਾ, ਜੀ ਸ਼ਬਦ ਨਾਲ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਸੰਗ ਤੇ ਮਾਤਾ ਗੁਜਰੀ ਜੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਨੀ ਸੰਗ ਤੇ ਮਾਤਾ ਗੁਜਰੀ ਜੀ। ਹਾਂਜੀ ਪਿਤਾ ਗੁਰਾਂ ਦੇ ਨਾ ਬਈ ਗੁਜਰੀ ਜੀ। ਵੱਡੇ ਸਾਹਿਬਜ਼ਾਦੇ ਗੁਰਾਂ ਜੰਗ 'ਚ ਸ਼ਹੀਦ ਹੋਏ, ਛੋਟੇ ਸਰਹੰਦ ਵਾਲੀ ਨੀ ਸੰਗ ਤੇ ਛੋਟੇ ਸਰਹੰਦ ਵਾਲੀ ਨੀ। ਵੱਡੇ ਸਾਹਿਬਜ਼ਾਦੇ ਗੁਰਾਂ ਜੰਗ 'ਚ ਸ਼ਹੀਦ ਹੋਏ, ਛੋਟੇ ਸਰਹੰਦ ਵਾਲੀ ਨੀ ਸੰਗ ਤੇ ਛੋਟੇ ਸਰਹੰਦ ਵਾਲੀ ਨੀ। ਵੱਡੇ ਸਾਹਿਬਜ਼ਾਦੇ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲਿਓ ਨਾ ਰੱਖਿਆ ਵੀ ਕੀ ਸੰਗ ਤੇ ਕੋਲਿਓ ਨਾ ਰੱਖਿਆ ਵੀ ਕੀ। ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲਿਓ ਨਾ ਰੱਖਿਆ ਵੀ ਕੀ ਨੀ ਸੰਗ ਤੇ ਕੋਲਿਓ ਨਾ ਰੱਖਿਆ ਵੀ ਕੀ। ਬੋਲੋ ਸਾਰਾ ਪਰਿਵਾਰ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ ਬਾਟੇ ਵਾਲਾ ਅੰਮ੍ਰਿਤ ਪੀ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ ਸਤ ਸੰਗਤ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ। ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ। ਨਾਨਕ ਨਿਰਭਉ ਨਿਰੰਕਾਰ, ਵਿੱਚ ਸਿੱਧਾਂ ਖੇਲਾ। ਨਾਨਕ ਨਿਰਭਉ ਨਿਰੰਕਾਰ, ਵਿੱਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲ ਕਾ, ਖੰਡੇ ਕੀ ਵੇਲਾ। ਉਹ ਸਿਮਰ ਬਣਾਈ ਕਾਲ ਕਾ ਬੋਲੋ ਖੰਡੇ ਕੀ ਵੇਲਾ। ਪੀਵੋ ਪੋਹਲ ਖੰਡ ਧਾਰ, ਹੋਏ ਜਨਮ ਸੁਹੇਲਾ। ਪੀਵੋ ਪੌਲ ਖੰਡ ਧਾਰ, ਹੋਏ ਜਨਮ ਸੁਹੇਲਾ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੋਹੇਲਾ। ਗੁਰ ਸੰਗਤ ਸੰਗਤ ਕੀਨੀ ਖਾਲਸਾ, ਮਨ ਮੁਖੀ ਦੋਹੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ,
ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ 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 ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।